ਸਾਰਿਆਂ ਨੂੰ ਮੇਰੇ ਦੋਨੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਮੇਰਾ ਨਾਮ ਬਲਦੇਵ ਮੁੱਟਾ ਹੈ ਅਤੇ ਮੈਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦਾ ਚੀਫ ਐਗਜ਼ੈਕਟਿਵ ਆਫਿਸਰ ਹਾਂ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਹਿਲੇ ਥਰਸਡੇ ਮਹੀਨੇ ਦਾ ਜਿਹੜਾ ਪਹਿਲਾ ਥਰਸਡੇ ਹੁੰਦਾ, ਵੀਰਵਾਰ ਹੁੰਦਾ, ਉਦੋਂ ਆਪਾਂ ਪੇਰੈਂਟਿੰਗ ਬਾਰੇ ਗੱਲਬਾਤ ਕਰਦੇ ਹਾਂ ਅਤੇ ਤਕਰੀਬਨ ਜਿਹੜੇ ਪਿਛਲੇ ਮਹੀਨੇ ਦੇ ਵਿੱਚ ਕੁਛ ਸਾਨੂੰ ਸਵਾਲ ਆਉਂਦੇ ਆ, ਕੁਛ ਫੋਨ ਕਾਲਸ ਆਉਂਦੀਆਂ। ਸੋ ਉਹਦੇ ਆਧਾਰਿਤ ਦੇ ਬੇਸ ਦੇ ਉੱਤੇ ਆਪਾਂ ਆਪਣੀਆਂ ਜਿਹੜੀਆਂ ਕੁਛ ਟੈਕਨੀਕਸ ਹੁੰਦੀਆਂ, ਕੁਛ ਜਿਹੜੇ ਵਿਚਾਰ ਹੁੰਦੇ ਆ, ਕੁਛ ਜਿਹੜੀਆਂ ਥਿਓਰੀਟੀਕਲ ਫਾਰਮੂਲੇਸ਼ਨਸ ਬਹੁਤ ਸਾਰੇ ਰਿਸਰਚਰਸ ਨੇ ਦੱਸੀਆਂ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਅਤੇ ਫਿਰ ਤੁਸੀਂ ਉਹਨੂੰ 1 ਮਹੀਨਾ ਤੁਸੀਂ ਉਹਨੂੰ ਤਕਰੀਬਨ ਉਹਨਾਂ ਟੈਕਨੀਕਸ ਨੂੰ ਆਪਣੇ ਬੱਚਿਆਂ ਦੇ ਉੱਤੇ ਲਾਗੂ ਕਰਕੇ ਦੇਖ ਸਕਦੇ ਹੋ ਕਿ ਕੀ ਉਹ ਵਰਕ ਕਰਦੀਆਂ ਜਾਂ ਨਹੀਂ। ਸੋ ਉਹਦੇ ਵਿੱਚ ਅੱਜ ਮੈਂ ਤਕਰੀਬਨ 3-4 ਚੀਜ਼ਾਂ ਦੇ ਉੱਤੇ ਤੁਹਾਡੇ ਨਾਲ ਥੋੜ੍ਹੀ ਜਿਹੀ ਤੁਹਾਨੂੰ ਸੁਜੈਸ਼ਨਸ ਦੇਣਾ ਚਾਹਨਾ ਵੀ ਕਿਸ ਤਰੀਕੇ ਨਾਲ ਬੱਚੇ ਦਾ ਦਿਮਾਗ ਕੰਮ ਕਰਦਾ ਅਤੇ ਬੱਚਾ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਸੋਚਦਾ ਅਤੇ ਆਪਾਂ ਐਜ਼ ਏ ਮਾਪੇ ਕਿਸ ਤਰੀਕੇ ਨਾਲ ਬੱਚੇ ਨੂੰ ਗਾਈਡ ਕਰਦੇ ਹਾਂ, ਕਿਸ ਤਰੀਕੇ ਨਾਲ ਉਹਦੀ ਪਰਵਰਿਸ਼ ਕਰਦੇ ਹਾਂ। ਸੋ ਤਕਰੀਬਨ ਅੱਜ ਦੀ ਜਿਹੜੀ ਸਾਰੀ ਪ੍ਰੈਜੈਂਟੇਸ਼ਨ ਹੈ ਟੀਨੇਜਰਸ 'ਤੇ ਆ, ਜਿਨ੍ਹਾਂ ਦੇ ਬੱਚੇ ਵੱਡੇ ਆ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਊਗਾ, ਅਤੇ ਜਿਨ੍ਹਾਂ ਦੇ ਬੱਚੇ ਛੋਟੇ ਆ ਉਹ ਤਕਰੀਬਨ ਇਸ ਨੂੰ ਇਸ ਤਰੀਕੇ ਨਾਲ ਦੇਖ ਸਕਦੇ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚਿਆਂ ਨੂੰ ਇਹ ਪ੍ਰੋਬਲਮਸ ਆਉਣ ਅਤੇ ਉਹ ਇਹਨਾਂ ਨੂੰ ਹੁਣੇ ਤੋਂ ਹੀ ਇਹਨਾਂ ਚੀਜ਼ਾਂ ਨੂੰ ਆਪਣੇ ਬੱਚਿਆਂ 'ਤੇ ਅਪਣਾ ਲੈਣ। ਪਰ ਅੱਜ ਦਾ ਸੈਸ਼ਨ ਟੀਨੇਜਰਸ ਵਾਸਤੇ ਆ, ਜਿਨ੍ਹਾਂ ਦੇ ਪੇਰੈਂਟਸ ਦੇ ਟੀਨੇਜਰਸ ਆ ਉਹ ਇਹਦੇ ਤੋਂ ਥੋੜ੍ਹਾ ਜਿਹਾ ਜ਼ਿਆਦਾ ਫਾਇਦਾ ਉਠਾ ਸਕਦੇ ਆ। ਜਿਨ੍ਹਾਂ ਦੇ ਬੱਚੇ ਛੋਟੇ ਆ ਉਹ ਤਕਰੀਬਨ ਆਪਾਂ ਨੂੰ ਉਹ ਨੋਟ ਬਣਾ ਸਕਦੇ ਆ ਅਤੇ ਉਹ ਇਹਨਾਂ ਚੀਜ਼ਾਂ ਨੂੰ ਦੇਖ ਸਕਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਟੈਕਨੀਕਸ ਕਿਵੇਂ ਅਪਲਾਈ ਕਰ ਸਕਦੇ ਹਾਂ। ਸੋ ਆਪਾਂ ਪਹਿਲੇ ਵਿਸ਼ੇ 'ਤੇ ਆਉਂਦੇ ਹਾਂ। ਪਹਿਲਾ ਵਿਸ਼ਾ ਜਿਹੜਾ ਸਾਰਿਆਂ ਨਾਲੋਂ ਕੰਪਲੀਕੇਟਡ ਆ, ਸਾਰਿਆਂ ਨਾਲੋਂ ਜਿਹੜਾ ਜ਼ਿਆਦਾ ਚਰਚਾ ਦਾ ਵਿਸ਼ਾ ਬਣਦਾ, ਉਹ ਹੈਗਾ ਕਿ ਹਸਬੈਂਡ ਵਾਈਫ ਅਤੇ ਫਾਦਰ ਮਦਰ ਇਹ ਦੋਨੋਂ ਦੀ ਇੱਕੋ ਜੀ ਜਾਣੀ ਐਗਰੀਮੈਂਟ ਹੋਣਾ ਚਾਹੀਦਾ ਕਿ ਬੱਚੇ ਦੀ ਨੂੰ ਕਿਵੇਂ ਪਰਵਰਿਸ਼ ਕਰਨਾ, ਖਾਸ ਕਰਕੇ ਟੀਨੇਜਰ ਨੂੰ। ਕਿਉਂਕਿ ਜਿਹੜਾ ਟੀਨੇਜਰ ਆ ਉਹਨੂੰ ਨਾ ਸੁਣਨ ਦੀ ਆਦਤ ਨਹੀਂ ਹੁੰਦੀ, ਅਤੇ ਜਦੋਂ ਮਦਰ ਨੇ ਨਾ ਕਰਤੀ ਅਤੇ ਫਿਰ ਉਹਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਾਦਰ ਕੋਲੇ ਪਹੁੰਚ ਜਾਣਾ। ਜੇ ਫਾਦਰ ਨੇ ਵੀ ਨਾ ਕਰਤੀ ਫਿਰ ਉਹ ਗ੍ਰੈਂਡ ਪੇਰੈਂਟਸ ਕੋਲੇ ਪਹੁੰਚ ਜਾਂਦਾ, ਜੇ ਤੁਹਾਡੇ ਗ੍ਰੈਂਡ ਪੇਰੈਂਟਸ ਤੁਹਾਡੇ ਘਰ ਹੈਗੇ ਆ। ਸੋ ਇਹਦਾ ਮਤਲਬ ਹੈ ਇੱਕ ਆਪਾਂ ਨੂੰ ਇਹ ਚੀਜ਼ ਐਕਸੈਪਟ ਕਰ ਲੈਣੀ ਚਾਹੀਦੀ ਆ ਕਿ ਜਿਹੜਾ ਟੀਨੇਜਰ ਆ ਉਹਨੂੰ ਬਹੁਤ ਪ੍ਰੋਬਲਮ ਆਉਂਦੀ ਆ। ਉਹ ਇਹ ਐਕਸੈਪਟ ਨਹੀਂ ਕਰਨਾ ਚਾਹੁੰਦਾ ਕਿ ਮੈਨੂੰ ਕੋਈ ਬੰਦਾ ਨਾ ਕਵੇ। ਉਹ ਕਹਿੰਦਾ ਵੀ ਜੇ ਮੈਂ ਬਾਹਰ ਜਾਣਾ ਤਾਂ ਮੈਂ ਜੇ ਕਹਿ ਦਿੱਤਾ ਮੰਮੀ ਡੈਡੀ ਨੂੰ ਬਾਹਰ ਜਾਣਾ, ਜਾਂ ਮੈਨੂੰ $20 ਦੇ ਦਿਓ ਮੈਂ ਮੂਵੀ ਦੇਖਣ ਜਾਣਾ, ਜਾਂ ਮੈਂ ਕਿਸੇ ਆਪਣੇ ਦੋਸਤਾਂ ਨਾਲ ਚੱਲਿਆ ਮੈਨੂੰ ਕਾਰ ਦੇ ਦਿਓ, ਅਤੇ ਉਹਨੇ ਜੇ ਤੁਸੀਂ ਉਹਨੂੰ ਨਾ ਕਰਦੇ ਹੋ, ਚਾਹੇ ਮਦਰ ਕਰਦੀ ਆ, ਚਾਹੇ ਫਾਦਰ ਕਰਦਾ, ਅਤੇ ਚਾਹੇ ਕੋਈ ਹੋਰ ਘਰ ਦਾ ਕਰਦਾ, ਉਹਨੇ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਨਾ। ਸੋ ਪਹਿਲਾਂ ਆਪਾਂ ਇਸ ਚੀਜ਼ ਨੂੰ ਦੇਖਦੇ ਹਾਂ ਕਿ ਬੱਚਾ ਜਦੋਂ ਛੋਟਾ ਹੁੰਦਾ, ਜਾਣੀ 3, 4, 5, 6 ਸਾਲ ਦੇ ਕਰੀਬ ਹੁੰਦਾ, ਕੀ ਆਪਾਂ ਉਦੋਂ ਇਸ ਚੀਜ਼ ਦੇ ਉੱਤੇ ਕੰਮ ਕਰਦੇ ਹਾਂ ਕਿ ਉਹ ਬੱਚਾ ਐਕਸੈਪਟ ਕਰੇ ਨੋ ਨੂੰ? ਕਿਉਂਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਾਣੀ ਹਾਂ ਨਹੀਂ ਹੁੰਦੀ। ਸੌਰੀ। ਜਦੋਂ ਆਪਾਂ ਜੌਬ ਲੈਣ ਜਾਂਦੇ ਹਾਂ, ਆਪਾਂ ਨੂੰ ਕੋਈ ਗਰੰਟੀ ਥੋੜ੍ਹੀ ਹੁੰਦੀ ਆ ਵੀ ਆਪਾਂ ਨੇ ਇੰਟਰਵਿਊ ਵਧੀਆ ਦਿੱਤੀ ਅਤੇ ਆਪਾਂ ਨੂੰ ਜੌਬ ਮਿਲ ਜੂਗੀ। ਕਈ ਵਾਰੀ ਆਪਾਂ ਨੂੰ ਲੱਗਦਾ ਵੀ ਆਪਾਂ ਨੇ ਬਹੁਤ ਵਧੀਆ ਇੰਟਰਵਿਊ ਦਿੱਤੀ, ਪਰ ਫਿਰ ਵੀ ਉਹ ਕਹਿ ਦਿੰਦੇ ਆ ਸੌਰੀ ਯੂ ਆਰ ਨਾਟ ਸਿਲੈਕਟਡ ਐਜ਼ ਏ ਕੈਂਡੀਡੇਟ। ਸੋ ਜ਼ਿੰਦਗੀ ਦੇ ਵਿੱਚ ਨਾ ਐਕਸੈਪਟ ਕਰਨੀ ਬਹੁਤ ਇੰਪੋਰਟੈਂਟ ਆ। ਕਈ ਬੰਦਿਆਂ ਤੋਂ ਜ਼ਿੰਦਗੀ ਦੇ ਵਿੱਚ ਨਾ ਐਕਸੈਪਟਡ ਹੀ ਹੁੰਦੀ ਅਤੇ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੇ ਆ ਅਤੇ ਉਦਾਸ ਹੋ ਜਾਂਦੇ ਆ, ਅਤੇ ਗਾਂਹ ਨੂੰ ਉਹ ਕਹਿੰਦੇ ਮੈਂ ਤਾਂ ਜੌਬ ਅਪਲਾਈ ਨਹੀਂ ਕਰਨੀ, ਮੈਂ ਤਾਂ ਫਲਾਨਾ ਹੀ ਨਹੀਂ ਕਰਨਾ। ਬਹੁਤ ਸਾਰੇ ਬੱਚੇ ਵੀ ਐਂ ਕਰਦੇ ਆ। ਔਰ ਅਕਸਰ ਮੇਰੇ ਆਪ ਦਾ ਬੱਚਾ ਸੀਗਾ ਇੱਕ, ਉਹ ਇਸ ਚੀਜ਼ ਤੋਂ ਬਹੁਤ ਹੁੰਦਾ ਸੀਗਾ। ਉਹ ਕਹਿੰਦਾ ਵੀ ਮੈਂ ਆਪਣੀ ਸਾਰੀ ਜਾਣੀ ਮਿਹਨਤ ਕਰਕੇ ਲਾਤੀ ਅਤੇ ਮੈਨੂੰ ਸਿਰਫ ਉਹਨੇ B+ ਹੀ ਦਿੱਤਾ, ਮੈਨੂੰ A ਹੀ ਨਹੀਂ ਦਿੱਤਾ, ਮੈਂ ਇਹ ਸਟੂਪਿਡ ਸਕੂਲ ਹੀ ਨਹੀਂ ਜਾਣਾ। ਇਸ ਤਰ੍ਹਾਂ ਦੇ ਕੌਮੈਂਟਸ ਜਦੋਂ ਟੀਨੇਜਰ ਸੀਗਾ ਉਹ ਦੇਣਾ ਸ਼ੁਰੂ ਕਰ ਦਿੰਦਾ ਸੀ, ਅਤੇ ਉਹਨੂੰ ਕਰਕੇ ਠੰਡਾ ਕਰਕੇ ਅਤੇ ਬਿਠਾਉਣਾ ਪੈਂਦਾ ਸੀਗਾ, ਅਤੇ ਫਿਰ ਇੱਕ ਲੰਬੀ ਉਹਨੂੰ ਐਕਸਪਲੇਨੇਸ਼ਨ ਦੇਣੀ ਪੈਂਦੀ ਸੀ ਬੜੇ ਪਿਆਰ ਨਾਲ। ਜਦੋਂ ਉਹ ਠੰਡਾ ਹੋ ਜਾਂਦਾ ਸੀਗਾ, ਹੋ ਸਕਦਾ 1-2 ਦਿਨ ਵੀ ਲੱਗ ਜਾਂਦੇ ਹੋਣ, ਉਹਨੂੰ ਇਸ ਚੀਜ਼ ਨੂੰ ਯਕੀਨ ਦਿਵਾਉਂਦੇ ਬਈ ਹਰ ਇੱਕ ਦੀ ਮਾਰਕਿੰਗ ਡਿਫਰੈਂਟ ਹੁੰਦੀ ਆ। ਜਸਟ ਬਿਕੋਜ਼ ਤੈਨੂੰ ਲੱਗਦਾ, ਹੋ ਸਕਦਾ ਤੇਰੇ ਨਾਲੋਂ ਵੀ ਕੋਈ ਵਧੀਆ ਬੱਚਾ ਨੇ ਪ੍ਰੈਜੈਂਟੇਸ਼ਨ ਕੀਤੀ ਹੋਵੇ। ਸੋ ਇੱਕ ਤਾਂ ਬੱਚਾ ਨਾ ਕਿਉਂ ਨਹੀਂ ਐਕਸੈਪਟ ਕਰਦਾ, ਅਤੇ ਕੀ ਪੇਰੈਂਟਸ ਨੇ ਛੋਟੇ ਹੁੰਦੇ ਬੱਚੇ ਨੂੰ ਐਕਸੈਪਟ ਕਰਨੀ ਸਿਖਾਈ ਹੈ ਨੋ? ਇਹ ਇੱਕ ਬਹੁਤ ਵੱਡਾ ਵਿਸ਼ਾ। ਤੁਸੀਂ ਦੇਖੋਗੇ ਕਿ ਬਹੁਤ ਸਾਰੇ ਐਡਲਟਸ ਤੋਂ ਵੀ ਨੋ ਨਹੀਂ ਲੈ ਹੁੰਦੀ।
ਜਦੋਂ ਕੋਈ ਵੀ ਬੰਦਾ ਕਿਸੇ ਨੂੰ ਨੋ ਕਹਿੰਦਾ, ਆਪਣਾ ਮਾਈਂਡ ਐਕਸੈਪਟੈਂਸ ਵਾਸਤੇ ਬਣਿਆ ਹੀ ਨਹੀਂ। ਆਪਣਾ ਮਾਈਂਡ ਨਹੀਂ ਲੈਂਦਾ ਨੋ, ਆਪਣਾ ਮਾਈਂਡ ਸਿਰਫ ਯੈਸ ਹੀ ਲੈਂਦਾ। ਨੋ ਦੀ ਕੋਈ ਗੁੰਜਾਇਸ਼ ਹੀ ਨਹੀਂ ਕਿ ਆਪਣੇ ਮਾਈਂਡ 'ਚ। ਸੋ ਇਸ ਕਰਕੇ ਇੱਕ ਤਾਂ ਇਹ ਬਹੁਤ ਵੱਡੀ ਇੱਕ ਚੈਲੰਜ ਆ ਪੇਰੈਂਟਸ ਵਾਸਤੇ, ਮਾਪਿਆਂ ਵਾਸਤੇ, ਕਿ ਛੋਟੇ ਬੱਚੇ ਨੂੰ ਕਿਵੇਂ ਸਿਖਾਇਆ ਜਾਵੇ ਵੀ ਜੇ ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਅੱਜ ਟੌਏ ਨਹੀਂ ਲੈਣਾ, ਤੁਸੀਂ ਇਸ ਚੀਜ਼ ਨੂੰ ਐਕਸੈਪਟ ਕਰੋ ਕਿ ਪੇਰੈਂਟਸ ਦੀ ਗੱਲ ਸੁਣਨੀ ਆ, ਮੰਨਣੀ ਆ। ਜੇ ਪੇਰੈਂਟਸ ਨੇ ਨੋ ਕਹਿਤਾ ਤਾਂ ਚੁੱਪ ਕਰਕੇ ਬਹਿ ਜਾਓ, ਬਜਾਏ ਇਸ ਤੇ ਕਿ ਤੁਸੀਂ ਜਿੱਦ ਕਰੋ ਜਾਂ ਵਾਈਨਿੰਗ ਕਰੋ ਜਾਂ ਰੋਵੋ, ਕੁਰਲਾਵੋ। ਤੇ ਕਿਉਂਕਿ ਇਹ ਆਦਤ ਜੇ ਆਪਾਂ ਹੁਣ ਨਾ ਰੋਕੀ ਛੋਟੇ ਹੁੰਦੇ, ਤੇ ਇਹ ਟੀਨੇਜਰ ਈਅਰ 'ਚ ਪੇਰੈਂਟਸ ਨੂੰ ਬਹੁਤ ਤੰਗ ਕਰਦੀ ਆ। ਸੋ ਨੋ ਲੈਣਾ। ਟੀਨੇਜਰਸ ਹਮੇਸ਼ਾ ਤੁਹਾਨੂੰ ਜ਼ਰੂਰਤ ਨਾਲੋਂ ਜ਼ਿਆਦਾ ਮੰਗਣਗੇ। ਪੇਰੈਂਟਸ ਨੇ ਹਮੇਸ਼ਾ ਹੀ ਬੱਚਿਆਂ ਨੂੰ ਕਾਬੂ ਰੱਖਣ ਦੇ ਲਈ ਕੁਝ ਚੀਜ਼ਾਂ 'ਚ ਨਾ ਕਰਨੀ ਆ, ਤੇ ਜਦੋਂ ਫਿਰ ਟੀਨੇਜਰ ਉਸ ਨਾ ਨੂੰ ਐਕਸੈਪਟ ਨਹੀਂ ਕਰਦਾ ਤਾਂ ਘਰ ਦੇ ਵਿੱਚ ਕਲੇਸ਼ ਪੈਂਦਾ ਤੇ ਲੜਾਈ ਪੈਂਦੀ ਆ। ਸੋ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ। ਤੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਹਸਬੈਂਡ ਵਾਈਫ ਨੇ ਕੀ ਕਰਨਾ। ਹਰ ਇੱਕ ਪਰਿਵਾਰ ਦੇ ਵਿੱਚ ਇਹ ਦੇਖਣ ਨੂੰ ਆਇਆ ਕਿ ਹਰ ਇੱਕ ਪਰਿਵਾਰ ਦੇ ਵਿੱਚ ਬੱਚੇ ਦੇ ਕਲੇਸ਼ ਦੀ ਟੋਲਰੈਂਸ ਆ। ਜੇ ਬੱਚਾ 1 ਮਿੰਟ ਵਾਸਤੇ ਰੋਵੇ ਜਾਂ ਉੱਚੀ ਬੋਲੇ, ਕਈ ਪੇਰੈਂਟਸ 1 ਮਿੰਟ ਵੀ ਬਰਦਾਸ਼ਤ ਨਹੀਂ ਕਰਦੇ। ਕਈ ਕਈ ਫੈਮਲੀਆਂ ਦੇ ਵਿੱਚ 5 ਮਿੰਟ ਬਰਦਾਸ਼ਤ ਹੋ ਜਾਂਦਾ, ਕਈ ਕਈ ਵਾਰੀ ਅੱਧਾ ਘੰਟਾ ਬਰਦਾਸ਼ਤ ਹੁੰਦਾ, ਕਈ ਵਾਰੀ ਉਹ ਅੱਧਾ ਦਿਨ ਰੋ ਸਕਦਾ ਬੱਚਾ। ਤਾਂ ਪੇਰੈਂਟਸ ਕਹਿੰਦੇ ਰੋਈ ਚੱਲ, ਤੈਨੂੰ ਅਸੀਂ ਨਾ ਕਰਤੀ ਤਾਂ ਕਰਤੀ। ਸੋ ਇਹ ਜਿਹੜੀ ਥ੍ਰੈਸ਼ਹੋਲਡ ਆ, ਇਹ ਹਰ ਇੱਕ ਪਰਿਵਾਰ ਦੀ, ਹਰ ਇੱਕ ਇਨਸਾਨ ਦੀ ਵੱਖਰੀ ਵੱਖਰੀ ਆ। ਜਿਨ੍ਹਾਂ ਦੇ ਘਰ ਦੇ ਵਿੱਚ ਜ਼ਰੂਰਤ ਨਾਲੋਂ ਬੱਚਿਆਂ ਨੂੰ ਮੋਹ ਕੀਤਾ ਜਾਂਦਾ, ਪਿਆਰ ਨਹੀਂ ਮੋਹ ਕੀਤਾ ਜਾਂਦਾ, ਇਹਦਾ ਮਤਲਬ ਹੈਗਾ ਕਿ ਅਸੀਂ ਬੱਚੇ ਦੀ ਗਲਤ ਚੀਜ਼ ਨੂੰ ਵੀ ਐਕਸੈਪਟੈਂਸ ਮੰਨਦੇ ਹਾਂ, ਉਹਨਾਂ ਦੇ ਘਰ ਦੇ ਵਿੱਚ ਬੱਚੇ ਦੀ ਨੋਹ ਨਹੀਂ ਟੁੱਟਦੀ। ਉਹ ਨੋ ਨੂੰ ਐਕਸੈਪਟ ਹੀ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਕਿ ਘਰ ਦੇ ਵਿੱਚ ਕੋਈ ਨਾ ਕੋਈ ਐਸਾ ਵੱਡਾ ਘਰ ਦਾ ਮੈਂਬਰ ਹੈਗਾ ਜਿਹੜਾ ਮੇਰੀ ਨੋ ਨੂੰ ਯੈਸ ਕਨਵਰਟ ਕਰ ਦੂ। ਬੜੀਆਂ ਛੋਟੀਆਂ ਜਿਹੀਆਂ ਐਗਜ਼ਾਮਪਲਸ ਹੈਗੀਆਂ। ਜਦੋਂ 6-7 ਸਾਲ ਦਾ ਬੱਚਾ ਹੁੰਦਾ, ਆਈਸਕ੍ਰੀਮ ਮੰਗਦਾ, ਤੇ ਮਦਰ ਕਹਿੰਦੀ ਹੈ ਨਾ ਤੇਰਾ ਗਲ ਖਰਾਬ ਹੋਇਆ, ਤੈਨੂੰ ਨਹੀਂ। ਤੇ ਉਧਰੋਂ ਕੋਈ ਨਾ ਕੋਈ ਬਜ਼ੁਰਗ, ਜਦੋਂ ਉਹ ਬੱਚਾ ਰੋਂਦਾ ਕਰਲਾਉਂਦਾ ਤੇ ਕਈ ਕੁਛ ਰੋਂਦਾ ਰੋਂਦਾ ਜਾਂਦਾ ਆਪਣੇ ਗ੍ਰੈਂਡ ਪੇਰੈਂਟਸ ਕੋਲੇ, ਤਾਂ ਫਿਰ ਗ੍ਰੈਂਡ ਪੇਰੈਂਟਸ ਕਹਿ ਦਿੰਦੇ ਕੋਈ ਨਹੀਂ, ਤੂੰ ਥੋੜੀ ਜਿਹੀ ਇਹਨੂੰ ਗਰਮ ਕਰਕੇ ਦੇ ਦੇ, ਮਾੜੀ ਜੀ ਪਾ ਦੇ, ਕੋਈ ਨਹੀਂ, ਐਵੇਂ ਕਾਹਨੂੰ ਰਵਾਣਾ ਜਵਾਕ ਨੂੰ, ਵੱਡਾ ਹੋ ਕੇ ਸਿੱਖ ਜੂਗਾ। ਇਸ ਤਰ੍ਹਾਂ ਤੇ ਆਪਾਂ ਨੂੰ ਤੇ ਉਹ ਜਿਹੜਾ ਬੱਚਾ, ਉਹਨੂੰ ਲੱਗਦਾ ਵੀ ਮੇਰੀ ਜਿਹੜੀ ਨੋ ਆ ਉਹ ਯੈਸ ਚ ਕਨਵਰਟ ਹੋ ਗਈ। ਹੁਣ ਆ ਜਿਹੜਾ ਬੱਚਾ ਜਦੋਂ ਵੱਡਾ ਹੋਊਗਾ, ਜਦੋਂ ਮਦਰ ਫਾਦਰ ਉਹਨੂੰ ਕਹਿਣਗੇ ਨਹੀਂ ਤੈਨੂੰ ਅਸੀਂ ਕਾਰ ਨਹੀਂ ਦੇਣੀ, ਉਹਦੇ ਤੋਂ ਲਈ ਨਹੀਂ ਹੋਣੀ, ਕਿਉਂਕਿ ਉਹਨੂੰ ਪਤਾ ਮੇਰੀ ਹਰ ਇੱਕ ਵਾਰੀ ਜਿਹੜੀ ਨੋ ਸੀ ਉਹ ਯੈਸ ਚ ਕਿਸੇ ਨਾ ਕਿਸੇ ਤਰ੍ਹਾਂ ਕਨਵਰਟ ਹੋਈ। ਤੇ ਜੇ ਪੇਰੈਂਟਸ ਨੇ ਉਹਨੂੰ ਨੋ ਕੀਤੀ ਵੀ ਨਹੀਂ ਤੂੰ ਕੱਲ ਗੱਡੀ ਤੇਜ਼ ਚਲਾਈ ਸੀ, ਤੈਨੂੰ $150 ਦੀ ਟਿਕਟ ਮਿਲ ਗਈ, ਅਸੀਂ ਨਹੀਂ ਤੈਨੂੰ ਗੱਡੀ ਦੇਣੀ, ਤਾਂ ਫਿਰ ਉਹਨੇ ਰੋਣਾ ਕੁਰਲਾਣਾ, ਉਹਨੇ ਉੱਚੀ ਦੇਣੇ, ਕੰਧਾਂ ਚ ਮੁੱਕੀਆਂ ਮਾਰਨੀਆਂ, ਗਾਲਾਂ ਕੱਢਣੀਆਂ, ਫਲਾਨਾ ਤਿਮਕਾ। ਫਿਰ ਕਿਸੇ ਬਜ਼ੁਰਗ ਨੇ, ਕਿਸੇ ਵੱਡੇ ਨੇ ਘਰ ਦੇ ਵਿੱਚ ਕਹਿ ਦੇਣਾ ਓਏ ਤੁਸੀਂ ਕਿਉਂ ਕਲੇਸ਼ ਪਾਈ ਜਾਂਦੇ ਹੋ, ਇਹਦੇ ਥੋੜਾ ਜਿਹਾ ਦਿਨ ਰਹਿ ਗਏ ਫਿਰ ਇਹਨੇ ਸਮਾਰਟ ਹੋ ਜਾਣਾ, ਕੰਮ ਤੇ ਲੱਗ ਜੂ, ਆਪੇ ਜ਼ਿੰਮੇਵਾਰੀ ਪੈ ਜੂਗੀ ਤਾਂ ਰੁਕ ਜੂਗਾ। ਤੇ ਫਿਰ ਤੁਸੀਂ ਉਹਨੂੰ ਕਰਲੂ ਕੇ ਤੇ ਚੱਲ ਕੋਈ ਨਹੀਂ ਪੁੱਤ ਤੂੰ ਹੁਣ ਅੱਗੇ ਤੋਂ ਨਾ ਸ਼ੋਰ ਪਾਇਆ ਕਰ, ਕਿੰਨੀ ਵਾਰੀ ਤੈਨੂੰ ਸਮਝਾਇਆ, ਲੈ ਹੁਣ ਮੈਂ ਤੈਨੂੰ ਦਵਾਤੀ ਆ ਕਾਰ ਦੀ ਚਾਬੀ, ਪਰ ਹੁਣ ਤੂੰ ਟਿਕਟ ਲੈ ਕੇ ਨਾ ਆਈ। ਫਿਰ ਉਹਦੀ ਨੋ ਜਿਹੜੀ ਹੈਗੀ ਆ ਉਹ ਯੈਸ ਚ ਕਨਵਰਟ ਹੋ ਗਈ। ਤਾਂ ਆ ਜਿਹੜਾ ਸਿਸਟਮ ਆ ਨੋ ਦਾ ਯੈਸ ਦੇ ਵਿੱਚ ਕਨਵਰਟ ਹੋਣਾ, ਇਹ ਸਾਰੇ ਨਾਲੋਂ ਜ਼ਿਆਦਾ ਡੈਮੇਜਿੰਗ ਆ, ਔਰ ਇਹ ਸਾਰੇ ਨਾਲੋਂ ਜ਼ਿਆਦਾ ਪੰਜਾਬੀ ਘਰਾਂ ਦੇ ਵਿੱਚ ਹੁੰਦਾ। ਹੁਣ ਤੁਸੀਂ ਇਹ ਦੇਖਣਾ ਆਪਣੇ ਘਰ 'ਚ ਹਸਬੈਂਡ ਐਂਡ ਵਾਈਫ ਨੇ, ਬਾਹਰ ਜਾ ਕੇ ਬਹਿ ਜਾਓ ਤੁਸੀਂ ਕਾਰ ਦੇ ਨਾਲ, ਇੱਕ ਲੌਂਗ ਡਰਾਈਵ ਤੇ ਚਲੇ ਜਾਓ, ਤੁਸੀਂ ਦੇਖੋ ਵੀ ਤੁਹਾਡੇ ਘਰ ਦੇ ਵਿੱਚ ਨੋ ਦੀ ਯੈਸ ਕੌਣ ਕਰਾਂਦਾ। ਕੀ ਤੁਸੀਂ ਆਪਸ ਵਿੱਚ ਹੀ ਇੱਕ ਦੂਜੇ ਨੂੰ ਨੋ ਦੀ ਯੈਸ ਕਰਾ ਲੈਂਦੇ ਹੋ ਵੀ ਮਦਰ ਨੇ ਨੋ ਕਿਹਾ ਫਾਦਰ ਨੇ ਯੈਸ ਕਰਤੀ, ਜਾਂ ਫਾਦਰ ਨੇ ਨੋ ਕਿਹਾ ਮਦਰ ਨੇ ਯੈਸ ਕਰਤੀ, ਜਾਂ ਤੁਸੀਂ ਦੋਨਾਂ ਨੇ ਨੋ ਕਿਹਾ ਤਾਂ ਗ੍ਰੈਂਡ ਪੇਰੈਂਟਸ ਨੇ ਯੈਸ ਕਰਤੀ। ਉਹ ਯੈਸ ਕੌਣ ਕਰਦਾ, ਕਿੰਨਾ ਕੁ ਤੁਹਾਡਾ ਥ੍ਰੈਸ਼ਹੋਲਡ ਆ। ਕੀ ਤੁਹਾਨੂੰ ਬੱਚਾ ਕਈ ਵਾਰੀ ਵੱਡਾ ਹੋ ਜਾਂਦਾ, ਜਦੋਂ 17-18 ਸਾਲ ਦਾ ਹੋ ਜਾਂਦਾ, ਉਹ ਕਹਿੰਦਾ ਮੈਂ ਤਾਂ ਸਕੂਲ ਹੀ ਨਹੀਂ ਜਾਣਾ ਜੇ ਤੁਸੀਂ ਮੈਨੂੰ $100 ਨਹੀਂ ਦਿੰਦੇ। ਹੁਣ ਉਹਨੇ ਥ੍ਰੈਟ ਕਰਤੀ, ਤਾਂ ਜਿਹੜਾ ਫਾਦਰ ਆ ਉਹ ਹੋ ਸਕਦਾ ਕਵੇ ਵੀ ਤੂੰ ਭਾਵੇਂ ਨਾ ਜਾ, ਮੈਂ ਨਹੀਂ ਤੈਨੂੰ $100 ਦੇਣਾ। ਤੇ ਮਦਰ ਕਹਿੰਦੀ ਆ ਓਕੇ ਆ ਲੈ $100, ਤੇ ਖਬਰਦਾਰ ਜੇ ਤੂੰ ਸਕੂਲ ਨਾ ਗਿਆ, ਤੇਰੇ ਵਾਸਤੇ ਪੜ੍ਹਾਈ ਬਹੁਤ ਜ਼ਰੂਰੀ ਆ, ਜੇ ਤੂੰ ਪੜ੍ਹਿਆ ਨਾ ਤਾਂ ਸਾਡਾ ਤਾਂ ਜਮਾ ਹੀ ਸਾਰਾ ਕੁਝ ਖਰਾਬ ਹੋ ਜੂ, ਤੇਰੇ ਖਾਤਰ ਅਸੀਂ ਕੈਨੇਡਾ ਚ ਆਏ ਸੀਗੇ। ਆ ਹੁਣ ਜਿਹੜਾ ਨੋ ਦਾ ਯੈਸ ਚ ਕਨਵਰਟ ਹੋਣਾ, ਇਹ ਬੱਚੇ ਨੂੰ ਲੈ ਕੇ ਬਹਿ ਜਾਂਦਾ।
ਔਰ ਇਹ ਬੱਚੇ ਨੂੰ ਡਿਸਟਰੋਏ ਕਰਦਾ। ਜਿਹੜਾ ਘਰ ਦਾ ਪਰਿਵਾਰਕ ਦਾ ਮੈਂਬਰ ਜਿਹੜਾ ਬੱਚੇ ਦੀ ਨੋ ਨੂੰ ਯੈਸ 'ਚ ਕਨਵਰਟ ਕਰਦਾ, ਉਹ ਬੱਚੇ ਨੂੰ ਪਿਆਰ ਨਹੀਂ ਕਰਦਾ, ਉਹ ਬੱਚੇ ਨੂੰ ਮੋਹ ਕਰਦਾ, ਤੇ ਉਸ ਮੋਹ ਦਾ ਆਪਾਂ ਨੂੰ ਹਰਜਾਨਾ ਚੁਕਾਉਣਾ ਪੈਂਦਾ ਜਦੋਂ ਬੱਚਾ ਵਿਗੜਦਾ। ਸੋ ਆਹ ਥਿਊਰੀ ਹੋ ਗਈ। ਆਪਾਂ ਨੇ ਹੁਣ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਲਿਆ। ਉਮੀਦ ਆ ਕਿ ਤੁਸੀਂ ਆਪਣੀ ਇਸ ਚੀਜ਼ ਨੂੰ ਜਰਾ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਜਰਾ ਠੰਡੇ ਦਿਮਾਗ ਨਾਲ ਦੇਖਦੇ ਹੋਵੋਗੇ। ਹੁਣ ਇਹਨੂੰ ਥੋੜਾ ਜਿਹਾ ਆਪਾਂ ਹੋਰ ਡਿਟੇਲ ਦੇ ਵਿੱਚ ਥੋੜੀ ਜਿਹੀ ਇਹਦੀ ਵਿਆਖਿਆ ਕਰ ਲਈਏ। ਹੁਣ ਕਈ ਵਾਰੀ ਮਾਪੇ ਕਹਿੰਦੇ ਆ ਵੀ ਹਾਂਜੀ ਅਸੀਂ ਸਮਝ ਗਏ ਆ, ਸਾਡੇ ਘਰ 'ਚ ਇਹੀ ਹੁੰਦਾ। ਹੁਣ ਉਹਨਾਂ ਦਾ ਕੁਐਸਚਨ ਆਉਂਦਾ, ਪਰ ਜੇ ਅਸੀਂ ਨਾ ਉਹਦੀ ਗੱਲ ਮੰਨੀਏ ਤੇ ਜੇ ਉਹ ਸਾਨੂੰ ਘਰ ਨੂੰ ਛੱਡ ਕੇ ਹੀ ਚਲੇ ਗਿਆ ਫੇਰ ਕੀ ਕਰਾਂਗੇ? ਇੱਕੋ ਇੱਕ ਤਾਂ ਮੁੰਡਾ ਸਾਡਾ। ਇੱਕ ਆਹ ਕੁਐਸਚਨ ਆਉਂਦਾ। ਦੂਸਰਾ ਆਉਂਦਾ ਬਈ ਫੇਰ ਜੇ ਉਹ ਮਾੜੀ ਸੰਗਤ 'ਚ ਪੈ ਗਿਆ ਬਾਹਰ ਜਾ ਕੇ, ਫੇਰ ਅਸੀਂ ਕੀ ਕਰਾਂਗੇ? ਆਹ ਸੈਕੰਡ ਕੁਐਸਚਨ। ਆਹ ਜਿਹੜੇ ਦੋ ਕੁਐਸਚਨ ਆ ਇਹ ਬਾਰ-ਬਾਰ ਆਪਣੇ ਕਲਚਰ ਦੇ ਵਿੱਚ ਰਿਪੀਟ ਹੁੰਦੇ ਆ ਸਾਨੂੰ ਪ੍ਰੋਫੈਸ਼ਨਲਸ ਨੂੰ। ਕਿਸੇ ਨਾ ਕਿਸੇ ਰੂਪ ਦੇ ਵਿੱਚ ਆਹ ਦੋ ਕੁਐਸਚਨਸ ਸਾਨੂੰ ਰਿਪੀਟ ਹੋਣਗੇ। ਇੱਕ ਹੋਊਗਾ ਬਈ ਮਤਲਬ ਕਿ ਅਸੀਂ ਠੀਕ ਆ, ਅਸੀਂ ਸਖਤੀ ਤਾਂ ਕਰਦੇ ਆ, ਪਰ ਫਿਰ ਸਾਡਾ ਮਨ ਡਰ ਜਾਂਦਾ ਵੀ ਕਿਤੇ ਇਹ ਜਾਣੀ ਘਰ ਹੀ ਨਾ ਛੱਡ ਕੇ ਚਲੇ ਜੇ, ਜਾਂ ਅਸੀਂ ਫਿਰ ਡਰ ਜਾਂਦੇ ਆ ਕਿ ਕਿਤੇ ਇਹ ਮਾੜੀ ਸੰਗਤ 'ਚ ਨਾ ਪੈ ਜੇ ਜੇ ਅਸੀਂ ਇਹਨੂੰ ਥੋੜੀ ਜਿਹੀ ਇਹਦੇ ਨਾਲ ਸਖਤੀ ਕੀਤੀ। ਇਸ ਕਰਕੇ ਫਿਰ ਅਸੀਂ ਕਹਿੰਦੇ ਆ ਵੀ ਨਹੀਂ ਕੋਈ ਨਹੀਂ, ਔਖਾ ਸੌਖਾ ਹੋ ਕੇ ਕਰ ਲੈਂਦੇ ਆ, ਸਮਝਾ ਲੈਂਦੇ ਆ। ਤੇ ਅਸੀਂ ਪਿਛਲੇ 3-4 ਸਾਲ ਤੋਂ ਇਹਨੂੰ ਸਮਝਾਈ ਜਾਂਦੇ ਆ, ਪਰ ਕੋਈ ਅਸਰ ਨਹੀਂ ਹੋਇਆ। ਤੇ ਇਨਫੈਕਟ ਇਹ ਅੱਗੇ ਨਾਲੋਂ ਜ਼ਿਆਦਾ ਵਿਗੜ ਗਿਆ। ਪਹਿਲਾਂ ਐਟਲੀਸਟ ਸਕੂਲ ਜਾਂਦਾ ਸੀ, ਹੁਣ ਤਾਂ ਸਕੂਲ ਜਾਣੋਂ ਵੀ ਹਟ ਗਿਆ। ਤੇ ਸਾਨੂੰ ਲੱਗਦਾ ਵੀ ਇਹ ਥੋੜੀ ਬਹੁਤੀ ਮੈਰੀਜੂਆਨਾ ਵੀ ਸਮੋਕ ਕਰਦਾ, ਇਹਦੇ ਕੁਛ ਦੋਸਤ ਇੰਨੇ ਮਾੜੇ ਆ, ਉਹਨਾਂ ਦਾ ਸਾਨੂੰ ਇਹ ਬਿਲਕੁਲ ਦੱਸਦਾ ਹੀ ਨਹੀਂਗਾ ਵੀ ਉਹ ਕੌਣ ਆ। ਤੇ ਇਹਦੇ ਕੋਲੇ ਫੋਨ ਆਉਂਦਾ ਤੇ ਇਹੀ ਮਤਲਬ ਕਿ ਉਹਨਾਂ ਨਾਲ ਲੁੱਕ ਕੇ ਗੱਲਾਂ ਕਰ ਲੈਂਦਾ, ਤੇ ਸਾਨੂੰ ਕੁਛ ਨਹੀਂ ਪਤਾ ਇਹ ਬਾਹਰ ਕੀ ਕਰਦਾ। ਹੁਣ ਆਹ ਜਿਹੜੀਆਂ ਦੋ ਕੁਐਸਚਨਸ ਹੈਗੇ ਆ ਵੀ ਕੀ ਬੱਚਾ ਘਰ ਛੱਡ ਕੇ ਚਲੇ ਜੂ, ਨੰਬਰ 2 ਕੀ ਬੱਚਾ ਬੁਰੀ ਸੰਗਤ 'ਚ ਪੈ ਜੂ, ਇਹ ਆ ਜਿਹੜੀ ਚੀਜ਼ ਆ ਇਹ ਕਿੱਥੋਂ ਨਿਕਲਦੀ ਆ? ਇਹਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਇਹ ਤੁਹਾਡਾ ਜਿਹੜਾ ਦਿਮਾਗ ਦਾ ਡਰ ਆ ਇਹ ਉਸ ਚੀਜ਼ ਨੂੰ ਵਧਾ ਚੜਾ ਕੇ ਦੇਖਦਾ। ਤੁਹਾਡੇ ਦਿਮਾਗ ਦੇ ਵਿੱਚ ਇਹ ਕਿਉਂ ਨਹੀਂ ਆਇਆ ਵੀ ਜੇ ਅਸੀਂ ਸਖਤੀ ਕੀਤੀ ਤਾਂ ਸਾਡਾ ਬੱਚਾ ਸੁਧਰ ਜੂਗਾ ਤੇ ਸਾਡਾ ਬੱਚਾ ਇੱਕ ਚੰਗਾ ਇਨਸਾਨ ਬਣ ਜੂ? ਇਹ ਕਿਉਂ ਨਹੀਂ ਖਿਆਲ ਆਇਆ ਦਿਮਾਗ 'ਚ? ਤੁਹਾਡੇ ਦਿਮਾਗ 'ਚ ਹਮੇਸ਼ਾ ਨੈਗੇਟਿਵ ਖਿਆਲ ਹੀ ਕਿਉਂ ਆਉਂਦੇ ਆ ਪੇਰੈਂਟਸ ਦੇ? ਇਹ ਮਤਲਬ ਕਿ ਮੈਂ ਬਹੁਤ ਵਾਰੀ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਕਿ ਜੇ ਇੱਕ ਬੱਚਾ ਵਿਗੜ ਰਿਹਾ ਔਰ ਉਹਨੂੰ ਤੁਸੀਂ ਕਹਿ ਰਹੇ ਹੋ ਵੀ ਦੇਖ ਤੈਨੂੰ ਮਤਲਬ ਕਿ ਤੈਨੂੰ ਕਾਰ ਬਿਲਕੁਲ ਨਹੀਂ ਮਿਲਣੀ, ਇੱਕ ਵਾਰੀ ਤੂੰ ਬਿਨਾਂ ਲਾਇਸੈਂਸ ਦੇ ਲੈ ਗਿਆ, ਦੂਸਰੀ ਵਾਰੀ ਤੈਨੂੰ ਬਿਨਾਂ ਲਾਇਸੈਂਸ ਤੇ ਪੁਲਿਸ ਨੇ ਫੜ ਲਿਆ ਤੇ ਟਿਕਟ ਦੇਤੀ, ਤੀਸਰੀ ਵਾਰੀ ਤੂੰ ਬਿਨਾਂ ਲਾਇਸੈਂਸ ਤੇ ਲੱਗਿਆ ਤਾਂ ਕਿਤੇ ਮਾਰਿਆ ਆ ਕਾਰ ਨੂੰ, ਹੁਣ ਤੂੰ ਚੌਥੀ ਵਾਰੀ ਮੰਗੀ ਜਾਣਾ ਤੇ ਅਸੀਂ ਨਹੀਂ ਤੈਨੂੰ ਕਾਰ ਦੇਣੀ, ਤੇ ਘਰ 'ਚ ਕਲੇਸ਼ ਪੈਂਦਾ, ਨਹੀਂ ਤੁਸੀਂ ਦੇ ਦਿਓ, ਕੋਈ ਨਹੀਂ, ਇਹ ਕਰਦੇ ਹੀ ਹੁੰਦੇ ਆ ਮੁੰਡੇ ਖੁੰਡੇ। ਤੇ ਜੇ ਹੁਣ ਤੁਸੀਂ ਸਖਤੀ ਕਰਦੇ ਹੋ ਤੇ ਉਹ ਕਹਿੰਦਾ ਜੇ ਤੁਸੀਂ ਮੈਨੂੰ ਕਾਰ ਨਹੀਂ ਦੇਣੀ ਚੰਗਾ ਫਿਰ ਮੈਂ ਤਾਂ ਮੁੜ ਕੇ ਆਣਾ ਹੀ ਨਹੀਂ ਤੁਹਾਡੇ ਘਰ। ਹੁਣ ਤੁਸੀਂ ਕਹਿੰਦੇ ਹੋ ਵੀ ਇਹ ਜੇ ਬਾਹਰ ਚਲੇ ਗਿਆ ਤਾਂ ਫਿਰ ਇਹ ਵਿਗੜ ਜੂ, ਤੇ ਉਹਨੇ ਤਾਂ ਆਲਰੇਡੀ ਐਕਸੀਡੈਂਟ ਕੀਤੇ ਹੋਏ ਆ, ਕਾਨੂੰਨ ਦੀ ਉਲੰਘਣਾ ਕੀਤੀ ਹੋਈ ਆ, ਉਹਨੇ ਸਾਰਾ ਕੁਝ ਕੀਤਾ, ਤੇ ਹੋਰ ਇਹ ਤੋਂ ਜ਼ਿਆਦਾ ਉਹ ਇੱਕ ਬੱਚਾ 17-18 ਸਾਲ ਦਾ ਕੀ ਵਿਗੜ ਜੂਗਾ? ਇਸ ਚੀਜ਼ ਨੂੰ ਤੁਹਾਨੂੰ ਇਹ ਦੇਖਣਾ ਪਊਗਾ ਕਿ ਤੁਹਾਡੇ ਦਿਮਾਗ ਦੇ ਵਿੱਚ ਹਮੇਸ਼ਾ ਮਾੜੇ ਖਿਆਲ ਹੀ ਕਿਉਂ ਆਉਂਦੇ ਆ ਤੇ ਚੰਗੇ ਖਿਆਲ ਕਿਉਂ ਨਹੀਂ ਆਉਂਦੇ? ਤੁਸੀਂ ਕਹੋ ਵੀ ਚੰਗਾ ਤੂੰ ਬਾਹਰ ਚਲੇ ਜਾ, ਜਦੋਂ ਸੁਧਰ ਜਾਏਗਾ ਆ ਜੀ। ਇਹ ਕਿਉਂ ਨਹੀਂ ਦਿਮਾਗ 'ਚ ਖਿਆਲ ਆਇਆ ਵੀ ਹੁਣ ਉਹਦੇ ਕੋਲੇ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੋਣੀ? ਕਿੰਨੀ ਕੁ ਦੇਰ ਉਹਦਾ 17 ਸਾਲ ਦੇ ਮੁੰਡੇ ਦਾ ਕਿੰਨੇ ਕੁ ਦੋਸਤ ਹੋਣਗੇ ਜਿਹੜੇ ਉਹਨੂੰ ਰੱਖ ਲੈਣਗੇ? ਮੈਨੂੰ ਦੱਸੋਗੇ ਤੁਸੀਂ? ਕੈਨੇਡਾ ਦੇ ਵਿੱਚ ਕੌਣ ਰੱਖ ਸਕਦਾ ਕਿਸੇ ਨੂੰ? ਤੁਸੀਂ ਰੱਖ ਲਓਗੇ ਜੇ ਤੁਹਾਡਾ 17 ਸਾਲ ਦਾ ਮੁੰਡਾ ਕੋਈ ਹੋਰ ਮੁੰਡੇ ਨੂੰ ਲਿਆ ਕੇ ਤੁਹਾਡੇ ਘਰ ਰੱਖੇ ਬੇਸਮੈਂਟ 'ਚ? ਤੁਸੀਂ ਕਹੋਗੇ ਵੀ ਇਹ ਕਿੰਨੀ ਕੁ ਦੇਰ ਰਹੂਗਾ? ਪੁੱਛੋਗੇ ਨਹੀਂ ਆਪਣੇ ਮੁੰਡੇ ਨੂੰ? ਤੇ ਇਸੇ ਤਰ੍ਹਾਂ ਦੂਜਿਆਂ ਦਾ ਬੱਚਿਆਂ ਨੂੰ ਨਹੀਂ ਪੁੱਛੂਗਾ ਵੀ ਇਹ ਯਾਰ ਕਿੰਨੀ ਕੁ ਦੇਰ ਰਹੂਗਾ, ਇਹ ਤਾਂ ਹੁਣ ਇੱਥੇ ਹੀ ਰਹਿੰਦਾ। ਸੋ ਉਦੋਂ ਆਪਣੇ ਕੋਲੇ ਕੋਈ ਜਵਾਬ ਨਹੀਂ ਹੁੰਦਾ। ਪਰ ਬਿਗਰ ਕੁਐਸਚਨ ਜਿਹੜਾ ਇਹਦੇ ਪਿੱਛੇ ਕੁਐਸਚਨ ਆ ਕਿ ਹਰ ਵਾਰੀ ਤੁਸੀਂ ਮਾੜੀ ਚੀਜ਼ ਹੀ ਕਿਉਂ ਸੋਚਦੇ ਹੋ ਵੀ ਸਾਡਾ ਮੁੰਡਾ ਡਰੱਗ 'ਚ ਪੈ ਜਾਊਗਾ? ਤੇ ਜੇ ਉਹ ਡਰੱਗ 'ਚ ਪਹਿਲਾਂ ਪੈ ਗਿਆ ਜਾਂ ਪੈ ਜਾਊਗਾ ਤੇ ਤੁਸੀਂ ਉਹਨੂੰ ਰੋਕ ਵੀ ਕਿਵੇਂ ਲਓਗੇ? 16 ਸਾਲ ਤੋਂ ਬਾਅਦ ਤਾਂ ਆਪਾਂ ਰੋਕ ਹੀ ਨਹੀਂ ਸਕਦੇ ਬੱਚੇ ਨੂੰ ਬਾਹਰ ਜਾਣਾ, ਕਿਉਂਕਿ ਕੈਨੇਡਾ 'ਚ ਅਗੇਂਸਟ ਕਾਨੂੰਨੀ ਜੁਰਮ ਆ ਵੀ ਤੁਸੀਂ ਬੱਚੇ ਨੂੰ ਰੋਕੋਗੇ। ਤੁਸੀਂ ਸਟਾਪ ਨਹੀਂ ਕਰ ਸਕਦੇ ਇੱਕ 16 ਸਾਲ ਤੋਂ ਵੱਡੇ ਬੱਚੇ ਨੂੰ। ਉਹਦਾ ਰਾਈਟ ਆ ਬਾਹਰ ਜਾਣਾ, ਉਹ ਭਾਵੇਂ ਰਾਤ ਦੇ 2 ਵਜੇ ਜਾਵੇ।
ਤੁਸੀਂ ਪੁਲਿਸ ਸੱਦ ਕੇ ਦੇਖ ਲਓ, ਪੁਲਿਸ ਕਹੂਗੀ ਵੀ, ਉਹ ਉਹਨੂੰ ਪੁੱਛੂਗੀ ਤੇਰੀ ਉਮਰ ਕਿੰਨੀ ਆ, ਆਈਡੀ ਦਿਖਾ। ਉਹਨੇ ਜਦੋਂ ਆਈਡੀ ਦਿਖਾਈ ਤੇ ਜੇ ਪੁਲਿਸ ਵਾਲਿਆਂ ਨੂੰ ਪਤਾ ਲੱਗ ਗਿਆ ਵੀ 16 ਸਾਲ ਤੇ 1 ਦਿਨ ਦਾ, ਉਹ ਕਹਿਣਗੇ ਸੌਰੀ ਪੇਰੈਂਟਸ ਨੂੰ, ਯੂ ਕੈਂਟ ਸਟਾਪ ਹਿਮ, ਹੀ ਹੈਜ਼ ਦ ਰਾਈਟ ਟੂ ਗੋ। ਫਿਰ ਕੀ ਕਰਾਂਗੇ? ਸੋ ਇਸ ਕਰਕੇ ਇਹ ਤੁਹਾਡੇ ਆਪਣੇ ਜਾਣੀ ਤੁਹਾਨੂੰ ਇਹ ਜਿਹੜਾ ਡਰ ਆ ਵੀ ਸਾਡਾ ਬੱਚਾ ਵਿਗੜ ਜੂਗਾ ਜੇ ਅਸੀਂ ਕੋਈ ਕਰੈਕਟਿਵ ਐਕਸ਼ਨ ਲਿੱਤਾ, ਤੇ ਇਹ ਤਾਂ ਫਿਰ ਇਹਦਾ ਤਾਂ ਕੋਈ ਇਲਾਜ ਨਹੀਂ ਨਾ ਫਿਰ ਸਾਡੇ ਕੋਲੇ, ਕਿਉਂਕਿ ਜਿੰਨੀਆਂ ਵੀ ਟੈਕਨੀਕਸ ਬਣੀਆਂ ਉਹ ਆਖਰ ਕਿਸੇ ਤਰੀਕੇ ਨਾਲ ਤਾਂ ਰੈਸਟ੍ਰੇਂਟ ਕਰਦੇ ਆ। ਹੁਣ ਹਰ ਇੱਕ ਕੈਦੀ ਨੂੰ ਜਦੋਂ ਜੇਲ੍ਹ ਹੁੰਦੀ ਆ, ਹਰ ਇੱਕ ਕੈਦੀ ਤਾਂ ਹੋਰ ਵਿਗੜਦਾ ਨਹੀਂ। ਹਾਂ, ਕੁਝ ਕੈਦੀ ਵਾਕਿਆ ਹੀ ਪੱਕੇ ਹੋ ਜਾਂਦੇ ਆ ਔਰ ਹੋਰ ਵਿਗੜਦੇ ਆ, ਪਰ ਸਾਰੇ ਤਾਂ ਨਹੀਂ ਨਾ ਵਿਗੜਦੇ। ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਹਰ ਇੱਕ ਕੈਦੀ ਜਿਹਨੂੰ ਜੇਲ੍ਹ ਹੁੰਦੀ ਆ ਉਹ ਹੋਰ ਜ਼ਿਆਦਾ ਵਿਗੜ ਕੇ ਬਾਹਰ ਆਉਂਦਾ। ਸਾਰੇ ਕੈਦੀ ਤਾਂ ਨਹੀਂ ਆਉਂਦੇ, ਕੁਝ ਕੈਦੀ ਵਾਕਿਆ ਹੀ ਆਉਂਦੇ ਆ ਵਿਗੜ ਕੇ, ਹੋਰ ਵਿਗੜ ਜਾਂਦੇ ਆ, ਕਿਉਂਕਿ ਜੇਲ੍ਹ ਦੇ ਵਿੱਚ ਬਹੁਤ ਤਰ੍ਹਾਂ ਦੀ ਗਲਤ ਸੰਗਤ ਹੁੰਦੀ ਆ। ਸੋ ਇਸ ਕਰਕੇ ਜਿਹੜਾ ਜਿਹੜਾ ਕੁਐਸਚਨ ਆ, ਇਹਨੂੰ ਤੁਸੀਂ ਥੋੜਾ ਜਿਹਾ ਹੋਰ ਸੋਚੋ। ਪਰ ਜਿਹੜਾ ਬੇਸਿਕ ਠੀਕ ਕਰਨ ਦਾ ਬੱਚੇ ਨੂੰ ਜਿਹੜੀ ਟੈਕਨੀਕ ਆ ਉਹ ਇਹ ਆ ਕਿ ਤੁਸੀਂ ਹਸਬੈਂਡ ਵਾਈਫ ਦੋਨੋਂ ਜਣੇ ਐਗਰੀ ਕਰਦੇ ਹੋ ਕਿ ਬੱਚੇ ਦੀ ਨੋ ਯੈਸ ਚ ਅਸੀਂ ਕਨਵਰਟ ਨਹੀਂ ਹੋਣ ਦੇਣੀ। ਜੇ ਤਾਂ ਅੱਜ ਤੁਸੀਂ ਇਹ ਟੈਕਨੀਕ ਸਮਝ ਲਈ ਤਾਂ ਤੁਹਾਡੇ ਬੱਚੇ ਠੀਕ ਹੋਣ ਲੱਗ ਜਾਣਗੇ। ਜੇ ਤੁਸੀਂ ਇਹ ਟੈਕਨੀਕ ਨਹੀਂ ਸਮਝੀ ਤਾਂ ਫਿਰ ਤੁਹਾਡਾ ਦੁੱਖ ਵਧੂਗਾ, ਘਟੂਗਾ ਨਹੀਂ, ਵਧੂਗਾ। ਸੋ ਇਹ ਇੱਕ ਪੁਆਇੰਟ ਸੀਗਾ ਤੇ ਉਮੀਦ ਆ ਕਿ ਤੁਹਾਨੂੰ ਇਹ ਇਸ ਤੋਂ ਲਾਹੇਵੰਦ ਹੋਣਗੇ। ਤੇ ਤੁਸੀਂ ਜੇ ਮਤਲਬ ਕਿ ਤੁਹਾਨੂੰ ਲੱਗਦਾ ਵੀ ਤੁਹਾਡੇ ਟੀਨੇਜਰ ਨਾਲ ਤੁਹਾਡੀ ਇਹ ਪ੍ਰੋਬਲਮ ਆ ਕਿ ਦੋਨਾਂ ਚੋਂ ਇੱਕ ਨਾ ਇੱਕ ਜਾਂ ਘਰ 'ਚ ਕੋਈ ਹੋਰ ਬੰਦਾ ਇਹਨੂੰ ਨੋ ਨੂੰ ਯੈਸ 'ਚ ਕਨਵਰਟ ਕਰਦਾ, ਤੇ ਪਹਿਲਾਂ ਤੁਸੀਂ ਡੀਲ ਕਰੋ। ਫਿਰ ਬੱਚੇ ਦੀ ਕੋਈ ਪ੍ਰੋਬਲਮ ਨਹੀਂ ਗੀ, ਤੁਹਾਡੀ ਪ੍ਰੋਬਲਮ ਆ। ਫਿਰ ਬੱਚਾ ਨਹੀਂ ਵਿਗੜਿਆ ਹੋਇਆ, ਤੁਸੀਂ ਵਿਗੜੇ ਹੋਏ ਹੋ। ਤੁਸੀਂ ਆਪਣੇ ਆਪ ਨੂੰ ਠੀਕ ਕਰੋ ਤੇ ਬੱਚਾ ਆਪਣੇ ਆਪ ਹੀ ਠੀਕ ਹੋ ਜਾਊਗਾ। ਬੱਚੇ ਨੂੰ ਕੋਈ ਕਾਉਂਸਲਿੰਗ ਦੀ ਲੋੜ ਨਹੀਂ ਗੀ। ਸੋ ਇੱਕ ਤਾਂ ਇਹ ਚੀਜ਼ ਨੂੰ ਆਪਾਂ ਨੂੰ ਸਮਝਣਾ ਜਾਣੀ ਜ਼ਰੂਰੀ ਆ। ਸੈਕੰਡ ਚੀਜ਼ ਆ, ਵਿਗੜਦਾ ਕਦੋਂ ਆ ਬੱਚਾ? ਜਦੋਂ ਉਹਦੇ ਕੋਲੇ ਜ਼ਿੰਮੇਵਾਰੀ ਨਹੀਂ ਹੁੰਦੀ। ਸੋ ਇੱਕ ਵਾਰੀ ਫੇਰ, ਬੱਚਾ ਕਦੋਂ ਵਿਗੜਦਾ? ਬੱਚਾ ਉਦੋਂ ਵਿਗੜਦਾ ਜਦੋਂ ਉਹਦੇ ਕੋਲੇ ਜ਼ਿੰਮੇਵਾਰੀ ਨਹੀਂ ਗੀ, ਤੁਸੀਂ ਕੁਝ ਪਾਈ ਨਹੀਂ ਗੀ। ਕੱਪੜੇ ਨਹੀਂ ਧੋਣੇ ਉਹਨੇ, ਰੋਟੀ ਆਪਣਾ ਬ੍ਰੈਕਫਾਸਟ ਨਹੀਂ ਬਣਾਉਣਾ, ਲੰਚ ਨਹੀਂ ਬਣਾਉਣਾ, ਉਹਨੇ ਆਪਣਾ ਹੋਮਵਰਕ ਨਹੀਂ ਕਰਨਾ, ਉਹਨੇ ਆਪਣੇ ਕੱਪੜੇ ਜਿਹੜੇ ਉਹਨੇ ਫਰਸ਼ ਤੇ ਪਏ ਆ ਉਹ ਕਦੇ ਚੱਕਣੇ ਨਹੀਂ, ਉਹਨੇ ਕਦੇ ਧੋਣੇ ਨਹੀਂ ਕੱਪੜੇ, ਉਹਨੇ ਕਦੇ ਘਾਹ ਨਹੀਂ ਕੱਟਣਾ, ਉਹਨੇ ਕਦੇ ਹੈਲਪ ਨਹੀਂ ਕਰਾਣੀ, ਕਾਰ ਵਾਸ਼ ਨਹੀਂ ਕਰਨੀ, ਉਹਨੇ ਇਹੋ ਸਨੋ ਨਹੀਂ ਚੱਕਣੀ, ਉਹਨੇ ਗਾਰਬੇਜ ਨਹੀਂ ਬਾਹਰ ਕੱਢਣਾ। ਉਹਦੇ ਕੋਲੇ ਕੋਈ ਜ਼ਿੰਮੇਵਾਰੀ ਹੋਈ ਨਹੀਂ ਗੀ। ਸਾਰਾ ਕੁਝ ਮਾਂ ਪਿਓ ਕਰੀ ਜਾਂਦੇ ਉਹਦੇ ਲਈ। ਉਹਨੂੰ ਉਠਾਉਂਦੇ ਵੀ ਆ, ਉਹਦੇ ਬਰਸ਼ ਤੇ ਉਹਨੂੰ ਕਹਿੰਦੇ ਹੁਣ ਤੂੰ ਬਰਸ਼ ਕਰ ਲਾ। ਉਹ ਨਹਾਉਂਦਾ ਤਾਂ ਜੇ ਉਹਨੇ ਨਹਾਉਣਾ ਤਾਂ ਉਹਨੇ ਨਹਾ ਲੈਣਾ, ਫਿਰ ਉਹ ਘੰਟਾ ਭਰ ਵਾਸ਼ਰੂਮ ਚੋਂ ਨਹੀਂ ਨਿਕਲਣਾ। ਜੇ ਨਹੀਂ ਨਹਾਉਣਾ ਤਾਂ ਫਿਰ ਉਹਨੇ 2-2 ਦਿਨ ਨਹਾਉਣਾ ਹੀ ਨਹੀਂ ਗਾ। ਹਰ ਇੱਕ ਦਾ ਉਹਦਾ ਜਾਣੀ ਬੱਚੇ ਦਾ ਆਪਣਾ ਹੀ ਮੂਡ ਤੇ ਉਹਦੀ ਜ਼ਿੰਦਗੀ ਡਿਪੈਂਡੈਂਟ ਬਣਾਤੀ ਤੁਸੀਂ। ਹੁਣ ਜਿਹੜੇ ਬੱਚੇ ਮੂਡ ਤੇ ਬਣ ਜਾਂਦੇ ਆ ਬਈ ਉਹਨਾਂ ਦੀ ਟਾਈਮ ਕੋਈ ਮਾਇਨੇ ਨਹੀਂ ਰੱਖਦਾ, ਲੇਕਿਨ ਮੂਡ ਮਾਇਨੇ ਰੱਖਦਾ। ਜੇ ਤਾਂ ਉਹਦਾ ਮੂਡ ਆ ਫਿਰ ਤਾਂ ਹੋ ਸਕਦਾ ਉਹ ਪੂਰੀ ਕਿਤਾਬ ਹੀ ਪੜ੍ਹ ਸਕੇ। ਜੇ ਉਹਦਾ ਮੂਡ ਨਹੀਂਗਾ ਤੇ ਉਹਨੇ ਇੱਕ ਸੈਂਟੈਂਸ ਨਹੀਂ ਲਿਖਣਾ। ਇਹ ਅਕਸਰ ਮੈਨੂੰ ਮਾਪੇ ਕਹਿੰਦੇ ਆ ਵੀ ਜੇ ਤਾਂ ਉਹਦਾ ਬੱਚੇ ਦਾ ਸਾਡੇ ਦਾ ਬਣ ਗਿਆ ਮੂਡ, ਫਿਰ ਤਾਂ ਉਹਨੇ ਹੋਮਵਰਕ ਕਰ ਦੇਣਾ 15 ਮਿੰਟ 'ਚ। ਜੇ ਉਹਦਾ ਮੂਡ ਨਹੀਂ ਬਣਿਆ ਤਾਂ ਫਿਰ ਉਹ ਹਫਤਾ ਕਿਤਾਬਾਂ ਨੂੰ ਹੱਥ ਹੀ ਨਹੀਂ ਲਾਉਂਦਾ। ਸੋ ਇਹਦਾ ਮਤਲਬ ਆ ਕਿ ਇਹ ਐਂ ਕਿਉਂ ਬੱਚਾ ਹੋ ਜਾਂਦਾ? ਕਿਉਂਕਿ ਅਸੀਂ ਬੱਚੇ ਨੂੰ ਟਾਈਮ ਦੇ ਅਨੁਸਾਰ ਕਦਰਾਂ ਕੀਮਤਾਂ ਸਿਖਾਈਆਂ ਨਹੀਂ ਵੀ ਟਾਈਮ ਦੀ ਵੀ ਜ਼ਿੰਦਗੀ ਦੇ ਵਿੱਚ ਕੁਝ ਮਹੱਤਤਾ ਹੁੰਦੀ ਆ। ਬਈ ਅਸੀਂ ਆਪਣਾ ਬ੍ਰੇਕਫਾਸਟ ਆਪਾਂ ਸ਼ਾਮ ਨੂੰ ਨਹੀਂ ਕਰ ਸਕਦੇ, ਆਪਾਂ ਬ੍ਰੇਕਫਾਸਟ ਮਾਰਨਿੰਗ ਹੀ ਕਰਨਾ। ਪਰ ਆਪਣੇ ਜਦੋਂ ਆਪਾਂ ਬੱਚੇ ਨੂੰ ਇਹ ਚੀਜ਼ਾਂ ਦੀ ਜਾਣੀ ਉਹਦੇ ਡੀਪ ਅੰਤਰ ਆਤਮਾ ਤੱਕ ਇਹ ਚੀਜ਼ਾਂ ਵੜਦੀਆਂ ਨਹੀਂ, ਉਦੋਂ ਤੱਕ ਉਹ ਬੱਚੇ ਨੂੰ ਕੇਅਰ ਹੀ ਹੈ ਨਹੀਂ ਗੀ। ਉਹ ਬੱਚਾ ਰਾਤ ਦੇ 2 ਵਜੇ ਤੱਕ ਵੀ ਟੈਕਸਟਿੰਗ ਕਰ ਸਕਦਾ, ਰਾਤ ਨੂੰ 3 ਵਜੇ ਸੌਂਗਾ ਤੇ ਫਿਰ ਉੱਠੂਗਾ ਕਿਵੇਂ ਉਹ ਵਿਚਾਰਾ? ਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਬਥੇਰਾ ਉਹਨੂੰ ਕਹਿੰਦੇ ਆ ਵੀ ਤੂੰ 6 ਵਜੇ ਪੈ ਜਾ, ਤੂੰ 7 ਵਜੇ ਪੈ ਜਾ, ਚੱਲ ਤੂੰ ਹੋਰ ਕੁਛ ਨਹੀਂ 10-11 ਵਜੇ ਹੀ ਪੈ ਜਾ, ਚੱਲ 12 ਵਜੇ ਵੀ ਪੈ ਜਾ, ਪਰ ਤੂੰ ਤਾਂ ਸੌਂਦਾ ਹੀ 3-4 ਵਜੇ ਆ ਸਵੇਰੇ। ਹੁਣ ਇਹ ਸਿਸਟਮ ਕਿਹਨੇ ਸੈੱਟ ਕੀਤਾ? ਉਹ ਅਸੀਂ ਤਾਂ ਉਹਨੂੰ ਬਥੇਰਾ ਕਹਿੰਦੇ ਆ ਕਿ ਉਹ ਆਪੇ ਹੀ ਮਤਲਬ ਕਿ 4-4 ਵਜੇ ਸੌਂਦਾ, ਅਸੀਂ ਕੀ ਕਰੀਏ? ਅਸੀਂ ਲੈਨੇ ਆ ਤਾਂ ਕਹਿੰਦੇ ਘਰ 'ਚ ਕਲੇਸ਼ ਪੈਂਦਾ।
ਸੋ ਜਿਹੜੀਆਂ ਜ਼ਿੰਮੇਵਾਰੀਆਂ, ਜੇ ਤੁਸੀਂ ਜ਼ਿੰਮੇਵਾਰੀ ਪਾਓਗੇ ਨਹੀਂ ਤੇ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਂਦਾ ਨਹੀਂ, ਤੇ ਉਹਦੇ ਨਾਲ ਉਹਦਾ ਟਾਈਮ ਟੇਬਲ ਨਹੀਂ ਬਣਦਾ, ਤੇ ਉਹਦੀ ਟਾਈਮ ਮੈਨੇਜਮੈਂਟ ਸਕਿੱਲਸ ਨਹੀਂ ਬਣਦੀਆਂ, ਤੇ ਉਹ ਫਿਰ ਇੱਕ ਕਿਸਮ ਦਾ ਮੂਡੀ ਇਨਸਾਨ ਡਿਵੈਲਪ ਹੋ ਜਾਂਦਾ। ਉਹ ਫਿਰ ਮੂਡ ਤੇ ਡਿਪੈਂਡ ਹੁੰਦਾ। ਔਰ ਬਹੁਤ ਸਾਰੀਆਂ ਆਪਣੀਆਂ ਮਾਵਾਂ ਜਿਹੜੀਆਂ ਬੱਚਿਆਂ ਨੂੰ 10 ਸਾਲ ਦਾ ਬੱਚਾ ਹੋ ਜਾਂਦਾ ਉਹਦੇ ਮੂੰਹ 'ਚ ਬੁਰਕੀਆਂ ਪਾਉਂਦੀਆਂ, ਉਹਨੂੰ ਸਾਰਾ ਕੁਝ ਬਣਾਉਂਦੀਆਂ, ਉਹਨੂੰ ਆਪਣੇ ਪੈਰਾਂ ਤੇ ਖੜਾ ਹੀ ਨਹੀਂ ਹੋਣ ਦਿੰਦੀਆਂ। ਉਸ ਬੱਚੇ ਦੀਆਂ ਬੇਬੀ ਸਿਟਿੰਗਸ ਹੁੰਦੀ ਆ ਬਕਾਇਦਾ। ਔਰ ਇਸ ਚੀਜ਼ ਤੇ ਬੜਾ ਫਖਰ ਮਹਿਸੂਸ ਕੀਤਾ ਜਾਂਦਾ, ਉਹ ਸਾਡਾ ਬੱਚਾ ਤਾਂ ਰੋਟੀ ਨਹੀਂ ਖਾਂਦਾ, ਇਹਦੀ ਤਾਂ ਮਦਰ ਨੂੰ ਖਵਾਉਣਾ ਹੀ ਪੈਂਦੀ ਆ, ਇਹ ਤਾਂ ਰਾਤ ਨੂੰ ਦੁੱਧ ਵੀ ਨਹੀਂ ਪੀਂਦਾ। ਹਾਂ, ਜੇ ਮਾਂ ਇਹਦੇ ਗਲਾਸ ਫੜ ਕੇ ਇਹਦੇ ਮੂੰਹ ਨੂੰ ਲਾ ਦੇਵੇ ਤਾਂ ਫਿਰ ਸਾਰਾ ਪੀ ਜਾਂਦਾ। ਤੇ ਉਹ ਬੱਚਾ ਹੁਣ ਜੇ ਆਪਣੀ ਮਨਮਰਜ਼ੀ ਨਹੀਂ ਕਰੂਗਾ, ਮੂਡੀ ਨਹੀਂ ਬਣੂਗਾ, ਤਾਂ ਹੋਰ ਕੀ ਹੋਊਗਾ? ਇਹਦਾ ਮਤਲਬ ਜੇ ਉਹਦਾ ਮੂਡ ਨਹੀਂਗਾ ਤਾਂ ਉਹਨੇ ਕੁਝ ਵੀ ਨਹੀਂ ਕਰਨਾ। ਪਰ ਕੀ ਉਹ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋ ਜਾਊਗਾ? ਤੁਹਾਨੂੰ ਲੱਗਦਾ ਵੀ ਉਹ ਸਕਸੈਸਫੁਲ ਹੋ ਜਾਊਗਾ ਆਪਣੇ ਮੂਡ ਨਾਲ? ਤੁਹਾਡਾ ਖਿਆਲ 'ਚ ਜੇ ਇੰਟਰਵਿਊ ਉਹਦੀ 10 ਵਜੇ ਆ ਤਾਂ ਉਹਦਾ ਮੂਡ ਹੀ ਨਹੀਂ ਸਵੇਰੇ ਉੱਠ ਕੇ ਜਾਣ ਦਾ, ਤੇ ਉਹਨੂੰ ਜੌਬ ਕਿੱਥੋਂ ਮਿਲ ਜੂਗੀ? ਸੋ ਸੋਸਾਇਟੀ ਮੂਡ ਤੇ ਤਾਂ ਚੱਲਦੀ ਹੋਈ ਨਹੀਂ ਗਈ। ਇਹ ਤਾਂ ਆਪਾਂ ਨੂੰ ਵੀ ਪਤਾ, ਆਪਾਂ ਵੀ ਤਾਂ ਜਦੋਂ ਬਿਮਾਰ ਹੁੰਨੇ ਆ ਆਪਾਂ ਨੂੰ ਪਤਾ ਵੀ ਜੇ ਮੈਂ ਕੰਮ ਤੇ ਨਾ ਗਿਆ ਪੈਸੇ ਮਰ ਜਾਣਗੇ। ਆਪਾਂ ਵੀ ਤਾਂ ਮਤਲਬ ਕਿ ਜਾਣੇ ਆ। ਕਿਉਂ? ਕਿਉਂਕਿ ਆਪਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਆ ਵੀ ਕੱਲ ਨੂੰ ਮਾਰਗੇਜ ਕਿਹਨੇ ਪੇ ਕਰਨੀ ਆ, ਗਰੋਸਰੀ ਕਿੱਥੋਂ ਆਊਗੀ ਜੇ ਮੇਰੀ ਜੌਬ ਚਲੇਗੀ। ਸੋ ਆਪਾਂ ਬਿਮਾਰ ਹੋਏ ਵੀ ਚੁੱਪ ਕਰਕੇ ਗੋਲੀ ਲੈ ਕੇ ਤੇ ਆਪਾਂ ਆਪਣੇ ਬੁਖਾਰ ਨੂੰ ਕੰਟਰੋਲ ਕਰਕੇ ਤੇ ਆਪਾਂ ਕੰਮ ਤੇ ਪਹੁੰਚ ਜਾਂਦੇ ਆ। ਉਹ ਜਿਹੜੀ ਜ਼ਿੰਮੇਵਾਰੀ ਦਾ ਅਹਿਸਾਸ ਆ ਉਹ ਆਪਾਂ ਨੂੰ ਇਨਸਾਨ ਬਣਾਦਾ, ਤੇ ਉਹ ਤੁਸੀਂ ਆਪਣੇ ਬੱਚੇ ਨੂੰ ਇਨਸਾਨ ਬਣਾਦੇ ਹੀ ਨਹੀਂਗੇ। ਸੋ ਇਸ ਕਰਕੇ ਇਹ ਬਹੁਤ ਇੰਪੋਰਟੈਂਟ ਆ ਕਿ ਤੁਸੀਂ ਜ਼ਿੰਮੇਵਾਰੀਆਂ ਬੱਚੇ ਤੇ ਪਾਓ। ਔਰ ਕਦੋਂ ਪਾਣਾ? ਹੁਣ ਸਵਾਲ ਕਈ ਪੁੱਛ ਲੈਂਦੇ ਆ ਮੈਨੂੰ ਬਈ ਅਸੀਂ ਕਦੋਂ ਬੱਚੇ ਨੂੰ ਜ਼ਿੰਮੇਵਾਰ ਬਣਾਈਏ? ਵਾਹ, ਬੱਚਾ ਜਦੋਂ ਜੰਮਦਾ ਉਦੋਂ ਤੋਂ ਜ਼ਿੰਮੇਵਾਰ ਬਣਾਓ। ਉਹਦਾ ਪਹਿਲਾਂ ਟਾਈਮ ਸੈੱਟ ਕਰੋ, ਉਹਨੇ ਸੌਣਾ ਤੇ ਉੱਠਣਾ ਕਦੋਂ ਆ, ਉਹਨੇ ਖਾਣਾ ਕਦੋਂ ਆ, ਖੇਲਣਾ ਕਦੋਂ ਆ। ਫਿਰ ਉਹ ਜਿਉਂ-ਜਿਉਂ ਵੱਡਾ ਹੁੰਦਾ ਤੇ ਉਹਦੇ ਉੱਤੇ ਜ਼ਿੰਮੇਵਾਰੀਆਂ ਪਾਓ। ਇੱਕ ਟਾਈਮ ਆਊਗਾ ਜਦੋਂ ਉਹ ਆਪਣੇ ਆਪ ਖਾਣ ਲੱਗ ਜਵੇ। ਕਦੋਂ ਖਾਣ ਲੱਗ ਜਵੇ? ਜਦੋਂ ਉਹ 2-3 ਸਾਲ ਦਾ ਹੋ ਜਾਂਦਾ, ਉਹ ਕੱਪੇ ਆਣਾ ਆਪ ਖਾ ਲਓ। ਉਹਦੀ ਜਿਹੜੀ ਉਹ ਟਰੇ ਹੁੰਦੀ ਆ ਉਹਦੇ 'ਚ ਰੱਖ ਦਿਓ, ਆਪੇ ਚੱਕ ਮੂੰਹ 'ਚ ਪਾਈ ਜਾਵੇ, ਲਵੇੜ ਲਵੇ, ਬਾਅਦ 'ਚ ਨਲਾ ਦਿਓ। ਅਸੀਂ ਐਂ 'ਚ ਤਾਂ ਬਿਲਕੁਲ ਕਰਦੇ ਹੀ ਨਹੀਂਗੇ। ਸੋ ਜਿਹੜੀ ਜ਼ਿੰਮੇਵਾਰੀ ਆ ਉਹ ਤੁਹਾਡੇ ਬੱਚੇ ਨੂੰ, ਜਦੋਂ ਉਹ ਬੱਚਾ 10-11 ਸਾਲ ਦਾ ਹੁੰਦਾ, ਜਿੰਨੀ ਜ਼ਿਆਦਾ ਤੁਸੀਂ ਜ਼ਿੰਮੇਵਾਰੀ ਬੱਚੇ ਤੇ ਪਾਓਗੇ ਓਨਾ ਬੱਚਾ ਜਾਨੀ ਆਪਣੇ ਆਪ ਨੂੰ ਵੈਲ ਡਿਸਪਲਿਨਡ ਐਡਲਟ ਦੇ ਤੌਰ ਤੇ ਵੱਡਾ ਹੋਊਗਾ। ਜੇ ਤੁਸੀਂ ਉਹਦੇ ਤੇ ਜ਼ਿੰਮੇਵਾਰੀ ਨਾ ਪਾਈ, ਉੱਠਣ ਦੀ ਉਹਨੂੰ ਕੋਈ ਫਿਕਰ ਨਹੀਂ, ਕੋਈ ਉਹਨੂੰ ਉਠਾਉਂਦਾ, ਬ੍ਰੈਕਫਾਸਟ ਉਹਨੂੰ ਬਣਿਆ ਬਣਾਇਆ ਮਿਲਦਾ, ਫਿਰ ਤੁਸੀਂ ਉਹਦੀਆਂ ਮਿੰਨਤਾਂ ਕਰਦੇ ਹੋ ਵੀ ਜਾ ਹੁਣ ਤੂੰ ਕੰਪਿਊਟਰ ਤੇ ਬਹਿ ਕੇ ਪੜ੍ਹ ਲਾ, ਕਿਉਂਕਿ ਹੁਣ ਸਕੂਲ ਤਾਂ ਜਾਂਦੇ ਹੀ ਨਹੀਂਗੇ ਬੱਚੇ ਕੋਵਿਡ ਦੇ ਦੌਰਾਨ। ਤੇ ਉਹ ਕਹਿੰਦਾ ਕੋਈ ਨਹੀਂ ਮੈਂ ਚਲੇ ਜਾਊਂਗਾ, ਕੋਈ ਨਹੀਂ। ਤੇ ਉੱਥੇ ਤੁਹਾਨੂੰ ਪਤਾ ਉਹਨੇ ਕੈਮਰਾ ਆਫ ਕੀਤਾ ਹੋਇਆ, ਤੇ ਟੀਚਰ ਕਹੀ ਜਾਂਦਾ ਵੀ ਪੁੱਟ ਯੂਰ ਕੈਮਰਾ ਔਨ। ਉਹ ਕੈਮਰਾ ਔਨ ਕਰ ਲੈਂਦਾ, ਤੇ ਉਹਨੂੰ ਟੀਚਰ ਨੂੰ ਵੀ ਪਤਾ ਵੀ ਇਹ ਥੱਲੇ ਸੈੱਲਫੋਨ ਤੇ ਟੈਕਸਟਿੰਗ ਕਰ ਰਿਹਾ, ਕਿਉਂਕਿ ਅੱਖਾਂ ਜਦੋਂ ਐਂ ਕਰਕੇ ਨੀਵੀਆਂ ਦੇਖਦੇ ਆ ਉਦੋਂ ਉਹਨੂੰ ਟੀਚਰ ਨੂੰ ਪਤਾ ਲੱਗ ਜਾਂਦਾ। ਤੇ ਉਹ ਕਹਿੰਦਾ ਵੀ ਆ ਵੀ ਸਟਾਪ ਪਲੇਇੰਗ ਵਿਦ ਯਰ ਫੋਨ। ਉਹ ਕਹਿੰਦਾ ਨੋ ਆਈ ਐਮ ਨਾਟ ਪਲੇਇੰਗ ਵਿਦ ਮਾਈ ਫੋਨ, ਕਿਉਂਕਿ ਉਹ ਕਰ ਕੁਛ ਤਾਂ ਸਕਦਾ ਹੀ ਨਹੀਂਗਾ ਟੀਚਰ। ਸੋ ਇਸ ਕਰਕੇ ਤੁਹਾਡੀਆਂ ਜ਼ਿੰਮੇਵਾਰੀ ਨਾ ਦੇਣੀ ਉਸ ਬੱਚੇ ਨੂੰ ਜ਼ਿੰਦਗੀ ਦੇ ਵਿੱਚ ਇੱਕ ਕਿਸਮ ਦਾ ਅਪਾਹਜ ਬਣਾ ਰਿਹਾ। ਸੋ ਤੁਸੀਂ ਪਲੀਜ਼ ਉਹਨੂੰ ਬੱਚਿਆਂ ਨੂੰ ਜ਼ਿੰਮੇਵਾਰੀ ਦਿਓ। ਉਹਨਾਂ ਨੂੰ ਕਹੋ ਕਿ ਤੁਸੀਂ ਹਰ ਰੋਜ਼ ਤੁਸੀਂ ਮਤਲਬ ਕਿ ਹਰ ਹਫ਼ਤੇ ਤੁਸੀਂ ਵੈਕਿਊਮ ਕਰਨਾ ਘਰ 'ਚ, ਗਾਰਬੇਜ ਬਾਹਰ ਲੈ ਜਾਣਾ, ਕਾਰਾਂ ਧੋਣੀਆਂ, ਜਦੋਂ ਗਰਮੀਆਂ ਆ ਗਈਆਂ ਘਾਹ ਕੱਟਣਾ। ਇਹ ਜ਼ਿੰਮੇਵਾਰੀ ਉਹਨਾਂ ਤੇ ਲਾਓ। ਆਪਣੇ ਕੱਪੜੇ ਧੋਣ, ਆਪਣੀ ਬ੍ਰੈਕਫਾਸਟ ਬਣਾ ਲੈਣ, ਲੰਚ ਆਪਣਾ ਗਰਮ ਕਰਕੇ ਖਾ ਲੈਣ। ਤੁਹਾਨੂੰ ਕਹਿਣ ਦੀ ਲੋੜ ਹੀ ਨਾ ਪਵੇ ਵੀ ਤੂੰ ਖਾ ਲਾ। ਕਾਹਤੇ ਕਹਿੰਦੇ ਹੋ ਤੁਸੀਂ ਵੀ ਤੂੰ ਰੋਟੀ ਬਣ ਗਈ ਖਾ ਲਾ? ਜੇ ਉਹਦੀ ਭੁੱਖ ਲੱਗੀ ਆਪੇ ਖਾ ਲੂਗਾ। ਤੁਸੀਂ ਇੱਕ ਟਾਈਮ ਸੈੱਟ ਕਰ ਲਓ ਵੀ ਰੋਟੀ ਸ਼ਾਮ ਨੂੰ 6 ਤੋਂ 7 ਵਜੇ ਦੇ ਵਿੱਚ ਆਊਗੀ। ਜੇ ਤਾਂ ਤੂੰ ਆ ਗਿਆ ਤਾਂ ਖਾ ਲਈ, ਨਹੀਂ ਤਾਂ ਫਿਰ ਬਾਅਦ 'ਚ ਖਾ ਲਈ। ਇੱਕ 17 ਸਾਲ ਦੇ ਬੱਚੇ ਦੇ ਮਗਰ ਤੁਸੀਂ ਕਿਉਂ ਫਿਰਦੇ ਹੋ? ਪਰ ਆਪਣੇ ਤਾਂ ਇਹ ਬੜੀ ਕਾਮਨ ਜੀ ਚੀਜ਼ ਹੈਗੀ ਆ ਕਿ ਆਪਾਂ ਜਾ ਕੇ ਦਰਵਾਜ਼ੇ ਖੜਕਾਈ ਦੇ ਆ ਵੀ ਪੁੱਤ ਆ ਜਾ ਆ ਜਾ, ਤੇ ਉਹ ਅੱਗਿਓਂ ਗਾਲਾਂ ਕੱਢਦਾ ਵੀ ਗੈਟ ਆਊਟ ਆਫ ਮਾਈ ਰੂਮ, ਵਾਈ ਆਰ ਯੂ ਨੌਕਿੰਗ ਔਨ ਮਾਈ ਡੋਰ। ਤੇ ਤੁਸੀਂ ਕਹਿੰਦੇ ਕਰਦੇ ਕਿਉਂ? ਤੁਸੀਂ ਉਹਨੂੰ ਬੱਚਿਆਂ ਦੀ ਤਰ੍ਹਾਂ ਕਿਉਂ ਟਰੀਟ ਕਰ ਰਹੇ ਹੋ? ਤੁਸੀਂ ਉਹਨੂੰ ਵੱਡੇ ਦੀ ਤਰ੍ਹਾਂ ਟਰੀਟ ਕਰੋ। ਤੁਸੀਂ ਉਹਨੂੰ ਜਾਓ ਹੀ ਨਾ।
ਜਿੱਦਣ ਭੁੱਖ ਲੱਗੀ ਆਪੇ ਖਾ ਲੂ, ਨਹੀਂ ਖਾ ਲੂਗਾ ਤਾਂ ਤੁਸੀਂ ਉਹਨੂੰ ਕਹਿ ਦਿਓ ਵੀ ਸੌਰੀ, ਆਹ ਜਿਹੜਾ ਘਰ 'ਚ ਬਣਿਆ ਇਹ ਖਾਣਾ ਪਊਗਾ, ਅਦਰਵਾਈਜ਼ ਆਮ ਨਾਟ ਗਿਵਿੰਗ ਯੂ ਐਨੀਥਿੰਗ, ਸੌਰੀ। ਤੇ ਸਾਡੇ ਤਾਂ ਫਿਰ ਉਹ ਜਦੋਂ ਬੱਚਾ ਰਾਤ ਨੂੰ 10 ਵਜੇ ਦਾ ਉਦੋਂ ਆ ਕੇ ਘਰ 'ਚ ਕਲੇਸ਼ ਪਾ ਦਿੰਦਾ, ਮੈਂ ਤਾਂ ਪੀਜ਼ਾ ਆਰਡਰ ਕਰਨਾ, ਤੇ ਤੁਸੀਂ ਕਹੋਗੇ ਜਿਹੜਾ ਰੋਟੀ ਬਣਾਈ ਆ ਉਹ ਕਹਿੰਦੀ ਆਈ ਡੋਂਟ ਲਾਈਕ ਯੂਰ ਰੋਟੀ, ਤੇ ਫਿਰ ਘਰ 'ਚ ਕਲੇਸ਼ ਪੈ ਜਾਂਦਾ। ਫਿਰ ਇੱਕ ਉਹਨੇ ਕਿਹਾ ਵੀ ਮੈਂ ਤਾਂ ਹੁਣ ਪੀਜ਼ਾ ਲੈਣਾ, ਤੁਸੀਂ ਕਹਤਾ ਨਹੀਂ ਪੀਜ਼ਾ ਨਹੀਂ ਮਿਲਣਾ ਤੇ ਰੋਟੀ ਖਾਣੀ ਆ, ਫਿਰ ਕਿਸੇ ਨਾ ਕਿਸੇ ਨੇ ਉਹਨੂੰ ਹਾਂ 'ਚ ਕਹਿ ਦੇਣਾ ਵੀ ਕੋਈ ਨਹੀਂ ਚੱਲ, ਕਾਹਨੂੰ ਘਰ 'ਚ ਕਲੇਸ਼ ਪਾਈ ਜਾਂਦੇ ਹੋ, ਰਾਤ ਹੋਈ ਪਈ ਆ, ਸੌਂ ਜਾਣ ਦਿਓ, ਐਵੇਂ ਗੁੱਸੇ ਹੋ ਕੇ ਬਾਹਰ ਚਲੇ ਜੂ, ਚਲੋ ਜੀ। ਉਹਦੀ ਹੁਣ ਜਿਹੜੀ ਨੋ ਸੀਗੀ ਉਹ ਯੈਸ 'ਚ ਕਨਵਰਟ ਹੋ ਗਈ, ਚਲੋ ਦੈਟਸ ਇਟ, ਉਹਦਾ ਘਰ 'ਚ ਪੀਜ਼ਾ ਆ ਗਿਆ, ਤੇ ਫਿਰ ਉਹਨੇ ਕਾਹ ਤੋਂ ਤੁਹਾਨੂੰ ਲਿਸਨ ਕਰਨਾ। ਸੋ ਜ਼ਿੰਮੇਵਾਰੀ ਦੇਣੀ ਬੱਚੇ ਨੂੰ ਬਹੁਤ ਜ਼ਰੂਰੀ ਆ। ਜਿੰਨਾ ਛੋਟਾ ਤੁਸੀਂ ਚੱਕ ਕੇ ਉਹਦੇ ਤੇ ਜ਼ਿੰਮੇਵਾਰੀਆਂ ਪਾ ਦਿਓ, ਓਨਾ ਬੈਟਰ ਰਹਿੰਦਾ। ਆਪਣੀਆਂ ਕੁੜੀਆਂ ਪੰਜਾਬੀ ਕਮਿਊਨਿਟੀ ਦੇ ਵਿੱਚ ਐਸ ਕਰਕੇ ਆਪਣੀਆਂ ਕੁੜੀਆਂ ਜ਼ਿਆਦਾ ਸੁਹਿਰਦਾ, ਜ਼ਿਆਦਾ ਪੜ੍ਹ ਜਾਂਦੀਆਂ, ਜ਼ਿਆਦਾ ਪੇਰੈਂਟਸ ਦੀ ਟੇਕ ਕੇਅਰ ਕਰਦੀਆਂ, ਘੱਟ ਵਿਗੜੀਆਂ ਹੋਈਆਂ ਆਪਣੀਆਂ ਕੁੜੀਆਂ। ਆਪਣੇ ਮੁੰਡੇ ਐਸ ਕਰਕੇ ਸਾਰਿਆਂ ਨਾਲ ਜ਼ਿਆਦਾ ਆ ਕਿਉਂਕਿ ਅਸੀਂ ਮੁੰਡਿਆਂ ਨੂੰ ਕੁਝ ਵੀ ਨਹੀਂ ਕਰਨ ਦਿੰਦੇ। ਜੇ ਉਹ ਕਰਨਾ ਵੀ ਚਾਹੁੰਦੇ ਆ ਨਾ, ਛੋਟੇ ਹੁੰਦੇ ਬੱਚੇ ਨੂੰ ਬੜਾ ਸ਼ੌਕ ਹੁੰਦਾ ਡਿਸ਼ ਵਾਸ਼ ਕਰਨ ਦਾ, ਤੇ ਅੱਧੇ ਇੱਕ ਤਾਂ ਮਾਪੇ ਆਪਣੇ ਇਹੋ ਜਿਹੇ ਆ ਜਿਹੜੇ ਕਹਿੰਦੇ ਨਹੀਂ ਨਹੀਂ ਇਹ ਤਾਂ ਕੁੜੀਆਂ ਦਾ ਕੰਮ ਆ, ਮੁੰਡੇ ਨਹੀਂ ਕਰਦੇ ਹੁੰਦੇ, ਚਲੋ ਉੱਤੋਂ ਥੱਲੇ। ਲੈ ਦੱਸ, ਉਹ ਵਿਚਾਰੇ ਨੂੰ ਜ਼ਿੰਮੇਵਾਰੀ ਸਿਖਾਣੀ ਸੀ, ਉਹ ਸਗੋਂ ਵਧੀਆ ਹੁੰਦਾ ਜੇ ਉਹ ਡਿਸ਼ ਵਾਸ਼ਿੰਗ ਕਰਨਾ ਹੀ ਸਿੱਖ ਲੈਂਦਾ, ਚੱਲ ਉੱਥੋਂ ਵੀ ਉਹਨੂੰ ਲਾਤਾ। ਤੇ ਜੇ ਉਹ ਬੱਚਾ ਕੋਈ ਮਤਲਬ ਕਿ ਕਹਿੰਦਾ ਵੀ ਲੈ ਮੈਂ ਆਲੂ ਕੱਟਣੇ ਆ, ਉਹ 5 ਸਾਲ ਦਾ ਹੋ ਗਿਆ, ਤੁਸੀਂ ਉਹਨੂੰ ਆਲੂ ਨਹੀਂ ਕੱਟਣ ਦਿੰਦੇ, ਤੇ ਕਿਉਂ ਨਹੀਂ ਉਹਨੂੰ ਆਲੂ ਕੱਟਣ ਦਿੰਦੇ ਬਈ? ਆਖੇ ਇਹ ਚਾਕੂ ਮਾਰ ਲੂਗਾ ਆਪਣੇ, ਬਈ ਚਾਕੂ ਮਾਰੂਗਾ ਤਾਂ ਨਾ ਜੇ ਤੁਸੀਂ ਸਿਖਾਇਆ ਨਾ ਹੋਵੇ, ਤੁਸੀਂ ਉਹਨੂੰ ਸਿਖਾਓ ਫਿਰ ਉਹ ਚਾਕੂ ਨਹੀਂ ਮਾਰੂਗਾ। ਤੁਸੀਂ 3 ਸਾਲ ਦੇ ਬੱਚੇ ਨੂੰ ਕਹੋ ਵੀ ਬੇਟੇ ਤੂੰ ਦੱਸ ਕਿਹੜੇ ਕੱਪੜੇ ਪਾਣੇ ਆ ਲੈ ਪਿਕ ਕਰ ਲਾ, ਆਪੇ ਉਹਨੂੰ ਪਾਣ ਦਿਓ, ਉਹਨੂੰ ਡਿਸੀਜਨ ਮੇਕਿੰਗ ਆ ਜੂਗੀ। ਸੋ ਇਹ ਸੀਗੀ ਸੈਕੰਡ ਚੀਜ਼ ਟੀਨੇਜਰਸ ਦੀ ਜਿਹੜੀ ਤੁਸੀਂ ਪਾ ਸਕਦੇ ਹੋ, ਜਿਹਦੇ ਨਾਲ ਤੁਹਾਡੇ ਟੀਨੇਜਰਸ ਮੂਡੀ ਨਹੀਂ ਹੋਣਗੇ, ਉਹਨਾਂ ਨੂੰ ਟਾਈਮ ਦੀ ਕਦਰ ਹੋਊਗੀ। ਤੇ ਥਰਡ ਪੁਆਇੰਟ ਜਿਹੜਾ ਸੀਗਾ ਉਹ ਇਹ ਸੀਗਾ ਕਿ ਜੇ ਤਾਂ ਤੁਸੀਂ ਰਿਮਾਈਂਡਰ ਦਿੰਨੇ ਹੋ ਵੀ ਬੇਟੇ ਉੱਠ ਖੜ, ਚੱਲ ਹੁਣ ਤੂੰ ਆ ਬ੍ਰੈਕਫਾਸਟ ਬ੍ਰਸ਼ ਕਰ ਲਾ ਤੇ ਫਿਰ ਥੱਲੇ ਆ ਕੇ ਬ੍ਰੈਕਫਾਸਟ ਬਣਾ ਦੇ, ਤੇ ਜਦੋਂ ਤੁਸੀਂ ਉਹਨੂੰ ਆਂਡੇ ਬਣਾਤੇ ਤਾਂ ਉਹਨੇ ਕਹਿਣਾ ਨਹੀਂ ਮੈਂ ਤਾਂ ਨਹੀਂ ਆਂਡੇ ਨਹੀਂ ਖਾਣੇ, ਮੈਂ ਤਾਂ ਸੀਰੀਅਲ ਖਾਣਾ। ਤੇ ਜੇ ਤੁਸੀਂ ਕਿਹਾ ਵੀ ਚੱਲ ਤੂੰ ਸੀਰੀਅਲ ਖਾ ਲਾ ਅੱਜ, ਤੇ ਉਹ ਕਹਿੰਦਾ ਨਹੀਂ ਮੈਨੂੰ ਤਾਂ ਆਂਡੇ ਬਣਾ ਕੇ ਦਿਓ, ਜਾਂ ਮੈਨੂੰ ਪਰੌਂਠੇ ਲਾ ਦਿਓ, ਜਾਂ ਮੈਨੂੰ ਫਲਾਨਾ ਕਰ ਦਿਓ, ਜਾਂ ਮੈਂ ਤਾਂ ਮਤਲਬ ਕਿ ਉੱਥੇ ਬਾਹਰ ਜਾ ਕੇ ਖਾ ਲੈਣਾ, ਕਿਉਂਕਿ ਅੱਜ ਕੱਲ ਕੋਵਿਡ, ਅੱਜ ਕੱਲ ਬਾਹਰ ਘੱਟ ਜਾਂਦੇ ਆ, ਸੋ ਅੱਜ ਕੱਲ ਫਿਰ ਉਹ ਕੁਛ ਹੋਰ ਕਰਦੇ ਆ। ਤੇ ਮੈਂ ਕਹਿੰਦਾ ਵੀ ਇੱਕ 18 ਸਾਲ ਦਾ ਜਾਂ 17 ਸਾਲ ਦਾ ਬੱਚਾ, ਚਾਹੇ ਉਹ ਕੁੜੀ ਆ ਚਾਹੇ ਮੁੰਡਾ, ਉਹ ਆਪਣੇ ਆਪ ਕਿਉਂ ਨਹੀਂ ਸਵੇਰੇ ਉੱਠਦਾ? ਤੁਹਾਨੂੰ ਕਿਉਂ ਜਾ ਕੇ ਕਹਿਣਾ ਪੈਂਦਾ ਵੀ ਤੂੰ ਉੱਠ ਖੜ? ਕਾਹਤੇ ਜ਼ਿੰਮੇਵਾਰੀ ਲਿੱਤੀ ਆ ਤੁਸੀਂ? ਰਿਸਪੌਂਸਿਬਿਲਿਟੀ ਉਹਦੀ ਆ ਸਵੇਰੇ ਉੱਠਣਾ ਕਿ ਤੁਹਾਡੀ ਆ ਉਹਨੂੰ ਉਠਾਉਣਾ? ਕਾਹਤੇ ਤੁਸੀਂ ਲੋਕਾਂ ਦੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਲਿੱਤੀਆਂ? ਚਾਹੇ ਉਹ ਤੁਹਾਡਾ ਬੱਚਾ ਹੀ ਆ, ਦੂਜਿਆਂ ਤੋਂ ਕਹਿਣ ਤੋਂ ਭਾਵ ਵੀ ਲੋਕ ਉਹ ਇੱਕ ਕਿਸਮ ਦਾ ਲੋਕ ਹੀ ਆ, ਪਰ ਉਹ ਤੁਹਾਡੇ ਬੱਚੇ ਆ, ਤੇ ਆਪੇ ਉਹ ਆਪਣੀ ਜ਼ਿੰਮੇਵਾਰੀ ਚੱਕਣ। ਤੁਸੀਂ ਕਾਹਤੇ ਚੱਕੀ ਹੋਈ ਆ? ਕਿਉਂਕਿ ਤੁਸੀਂ ਜ਼ਿੰਮੇਵਾਰੀ ਚੱਕਦੇ ਹੋ, ਉਹ ਜ਼ਿੰਮੇਵਾਰੀ ਨਹੀਂ ਲੈਂਦਾ ਆਪਣੀ, ਤੇ ਫਿਰ ਤੁਹਾਨੂੰ ਨੈਕ ਕਰਨਾ ਪੈਂਦਾ, ਫਿਰ ਤੁਸੀਂ ਉਹਨੂੰ ਕਹਿਣਾ ਪੈਂਦਾ ਵੀ ਤੂੰ ਯਾਰ 6 ਘੰਟੇ ਹੋ ਗਏ ਟੈਲੀਵਿਜ਼ਨ ਹੀ ਦੇਖੀ ਜਾਂਦਾ। ਫਿਰ ਉਹ ਕਹਿੰਦਾ ਵੀ ਯੂ ਆਰ ਨੈਗਿੰਗ ਮੀ, ਵਾਈ ਆਰ ਯੂ ਬੋਦਰਿੰਗ ਮੀ, ਲੀਵ ਮੀ ਅਲੋਨ। ਤੁਸੀਂ ਕਹਿੰਦੇ ਹੋ ਵੀ ਤੂੰ ਹਜੇ ਤੱਕ ਹੋਮਵਰਕ ਨਹੀਂ ਕੀਤਾ, ਉਹ ਕਹਿੰਦਾ ਆਈ ਵਿਲ ਡੂ ਇਟ, ਮੈਂ ਜਦੋਂ ਮਰਜ਼ੀ ਕਰ ਲਵਾਂ। ਤੁਸੀਂ ਐਵੇਂ ਮੈਨੂੰ ਕਰੀ ਜਾਂਦੇ ਹੋ, ਮੇਰਾ ਮੂਡ ਆਫ ਕਰਤਾ, ਹੁਣ ਮੈਂ ਜਮਾ ਹੀ ਨਹੀਂ ਕਰਨਾ। ਆਹ ਚੀਜ਼ਾਂ ਤੁਹਾਡੇ ਘਰ 'ਚ ਹੋ ਰਹੀਆਂ। ਸੋ ਸਟਾਪ ਨੈਗਿੰਗ। ਤੁਸੀਂ ਉਹਨੂੰ ਕਹੋ ਵੀ ਤੂੰ ਫੇਲ ਹੋਣਾ ਹੋ ਜਾ, ਮੈਨੂੰ ਕੀ ਲੋੜ ਆ, ਇਟਸ ਨਾਟ ਮਾਈਨ। ਤੁਸੀਂ ਇੱਕ ਵਾਰੀ ਕਰਕੇ ਦੇਖੋ ਕਿੰਨੀ ਛੇਤੀ ਉਹ ਸੁਧਰਦਾ। ਉਹਨੂੰ ਕਹਾ ਫੇਲ ਹੋਣਾ ਹੋ ਜਾ, ਮੇਰੇ ਵਾਸਤੇ ਥੋੜੀ ਪੜ੍ਹਦਾ ਤੂੰ, ਮੈਂ ਤਾਂ ਤੈਨੂੰ ਦੱਸ ਸਕਦਾ ਵੀ ਜੇ ਤੂੰ ਪੜ੍ਹ ਲੇਗਾ ਤੇਰੀ ਜ਼ਿੰਦਗੀ ਵਧੀਆ ਬਣ ਜੂ। ਜੇ ਤੈਨੂੰ ਲੱਗਦਾ ਵੀ ਨਹੀਂ ਪੜ੍ਹਾਈ ਨਹੀਂ ਚੰਗੀ ਤਾਂ ਨਾ ਪੜ੍ਹ, ਤੂੰ ਬੈ ਨਾ ਪੜ੍ਹ, ਪਤਾ ਲੱਗ ਜੂ ਤੈਨੂੰ। ਅੱਜ ਨਹੀਂ ਲੱਗੂ 10 ਸਾਲਾਂ ਨੂੰ ਲੱਗ ਜੂ, ਜਦ ਜੌਬ ਨਾ ਮਿਲੀ। ਇਹ ਤਾਂ ਹੋ ਨਹੀਂ ਸਕਦਾ, ਅਸੀਂ ਤਾਂ ਕਹਿ ਜਿਉਂਦੇ ਨਹੀਂ ਰਹਿਣਾ, ਤੈਨੂੰ ਅਲਟੀਮੇਟਲੀ ਸਾਡੇ ਬਿਨਾਂ ਰਹਿਣਾ ਪੈਣਾ ਇਸ ਧਰਤੀ ਤੇ, ਫਿਰ ਪੇ ਕਰੇਗਾ, ਕਿਤੇ ਤਾਂ ਜਾਏਗਾ ਹੀ। ਤੇ ਜੇ ਪਹਿਲੇ ਦਿਨ ਤੋਂ ਹੀ ਤੁਸੀਂ ਕਲੀਅਰ ਕਰ ਦਿਓ ਮੁੰਡੇ ਨੂੰ ਖਾਸ ਕਰਕੇ ਵੀ ਤੈਨੂੰ ਇਸ ਘਰ ਚੋਂ ਅਸੀਂ ਕੁਝ ਨਹੀਂ ਦੇਣਾ, ਅਸੀਂ ਆ ਘਰ ਗਰੀਬਾਂ ਨੂੰ ਦੇ ਜਾਾਂਗੇ, ਤੈਨੂੰ ਨਹੀਂ ਦੇਣਾ, ਤੇ ਦੇਖਿਓ ਕਿਵੇਂ ਸੁਧਰਦਾ ਉਹ। ਕਿਉਂਕਿ ਜ਼ਿੰਮੇਵਾਰੀ ਨਹੀਂ ਨਾ ਪੈਣ ਦਿੱਤੀ।
ਉਹਨੂੰ ਪਤਾ ਵੀ ਫਾਦਰ ਦਾ ਘਰ ਆ, ਮੈਨੂੰ ਮਿਲ ਜਾਣਾ, ਇਹਨੇ ਆ ਕੇ ਕੰਮ ਕਰਕੇ ਬਣਾ ਲਿਆ, ਮੇਰੇ ਕੋਲੇ ਘਰ ਆਲਰੇਡੀ ਆ, ਇਹਨੇ ਤਾਂ ਮਿਹਨਤ ਕਰਕੇ ਘਰ ਬਣਾਇਆ, ਤਾਂ ਇਹਨੂੰ ਕੰਮ ਤੇ ਜਾਣਾ ਪੈਂਦਾ ਸੀ, ਮਿਹਨਤ ਕਰਨੀ ਪੈਂਦੀ ਸੀ, ਮੈਨੂੰ ਤਾਂ ਘਰ ਬਣਾਉਣ ਦੀ ਲੋੜ ਹੀ ਨਹੀਂ, ਮੈਨੂੰ ਤਾਂ ਡੈਡੀ ਦਾ ਮਿਲ ਜਾਣਾ। ਸੋ ਜੇ ਮੈਨੂੰ ਘਰ ਮਿਲ ਹੀ ਜਾਣਾ ਤਾਂ ਮੈਂ ਥੋੜਾ ਬਹੁਤਾ ਕੰਮ ਕਰਕੇ ਸਾਰ ਲੂੰਗਾ, ਤਾਂ ਮੈਨੂੰ ਫਿਰ ਕੰਮ ਕਰਨ ਦੀ ਵੀ ਕੀ ਲੋੜ ਆ, ਪੜ੍ਹਨ ਦੀ ਵੀ ਕੀ ਲੋੜ ਆ, ਐਵੇਂ ਮਤਲਬ ਕਿ ਟੱਕਰਾਂ ਮਾਰੂੰਗਾ, ਸਵੇਰੇ ਉੱਠੂੰਗਾ, ਚਲੋ ਜੀ ਮੈਂ ਆਰਾਮ ਨਾਲ ਆਪਣੀ ਜ਼ਿੰਦਗੀ ਕਰਦਾ। ਆ ਸਾਡੇ ਬੱਚੇ ਸੋਚਦੇ ਆ। ਸੋ ਪਲੀਜ਼, ਜੇ ਤੁਸੀਂ ਵਾਕਈ ਆਪ ਚਾਹੁੰਦੇ ਹੋ ਕਿ ਆਪਣੇ ਬੱਚਿਆਂ ਨੂੰ ਤੁਸੀਂ ਕੁਝ ਦੇਣਾ ਵਿਰਸੇ ਦੇ ਵਿੱਚ, ਤਾਂ ਤੁਸੀਂ ਉਹਨੇ ਨੈਗਿੰਗ ਬੰਦ ਕਰੋ, ਤੁਸੀਂ ਉਹਨਾਂ ਤੇ ਜ਼ਿੰਮੇਵਾਰੀ ਪਾਓ, ਦੇਖੋ ਕਿ ਇਸ ਤਰੀਕੇ ਨਾਲ ਤੁਹਾਡੇ ਬੱਚੇ ਸੁਧਰ ਜਾਂਦੇ ਆ। ਤੁਸੀਂ ਉਹਨਾਂ ਨੂੰ ਟੋਕਾ ਟਾਕੀ ਨਾ ਕਰੋ, ਉਹਨਾਂ ਦਾ ਪਿੱਛਾ ਨਾ ਕਰੋ, ਉਹਨਾਂ ਨੂੰ ਫੋਨ ਨਾ ਕਰੋ, ਤੁਸੀਂ ਕੁਝ ਨਹੀਂ ਕਰਨਾ, ਆਰਾਮ ਨਾਲ ਤੁਸੀਂ ਆਪਣਾ ਹਸਬੈਂਡ ਵਾਈਫ ਆਨੰਦ ਮਾਣੋ। ਤੁਸੀਂ ਇੱਕ ਵਧੀਆ ਕੰਟਰੀ ਚੋਂ ਆਏ ਹੋ, ਤੁਸੀਂ ਦੋਨੋਂ ਜਣੇ ਬੈਠ ਕੇ ਆਨੰਦ ਨਾਲ ਗੱਲਬਾਤ ਕਰੋ। ਬੱਚਾ ਕੀ ਕਰਦਾ, ਉਹ ਅਗਰ ਆ ਕੇ ਤੁਹਾਡੇ ਨਾਲ ਗੱਲ ਕਰਦਾ ਠੀਕ ਆ, ਨਹੀਂ ਤੁਸੀਂ ਆਪਣੇ ਮਸਤ ਰਹੋ। ਹੁਣ ਆਹ ਟੈਕਨੀਕਸ ਤੁਹਾਡੇ ਬੱਚੇ ਨੂੰ ਮੈਂ ਜਿਹੜੀਆਂ ਤੁਹਾਨੂੰ ਦੱਸ ਰਿਹਾ, ਇਹ ਤੁਹਾਡੇ ਬੱਚੇ ਨੂੰ ਸੁਧਾਰਨ ਦੀਆਂ ਟੈਕਨੀਕਸ ਆ। ਤੁਹਾਡੇ ਬੱਚੇ ਨੇ ਨਹੀਂ ਢਲਣਾ ਤੁਹਾਡੇ ਹਿਸਾਬ ਨਾਲ, ਤੁਹਾਨੂੰ ਇਹ ਟੈਕਨੀਕਸ ਜਿਹੜੀਆਂ ਮੈਂ ਤੁਹਾਨੂੰ ਦੇ ਰਿਹਾ, ਇਹ ਤੁਹਾਨੂੰ ਅਪਲਾਈ ਕਰਨੀਆਂ ਪੈਣੀਆਂ ਪੇਰੈਂਟਸ ਨੂੰ, ਫਿਰ ਦੇਖਿਓ ਤੁਹਾਡਾ ਬੱਚਾ ਆਪੇ ਸਿੱਧਾ ਹੋ ਜਾਂਦਾ। ਸੋ ਆ ਮੈਂ ਤੁਹਾਨੂੰ 3 ਪੁਆਇੰਟਸ ਦੇਣੇ ਚਾਹੁੰਦਾ ਸੀ। ਇੱਕ ਤਾਂ ਨੈਗਿੰਗ ਨਾ ਕਰੋ, ਬਾਰ-ਬਾਰ ਤੁਸੀਂ ਕਹੀ ਜਾਂਦੇ ਹੋ, ਇਹਨੂੰ ਬੰਦ ਕਰ ਦਿਓ, ਬੱਚੇ ਨੂੰ ਆਪੇ ਜ਼ਿੰਦਗੀ ਨੂੰ ਤੋਰਨ ਦਿਓ। ਦੂਜਾ, ਉਹਦੇ ਤੇ ਜ਼ਿੰਮੇਵਾਰੀ ਸੁੱਟੋ। ਤੀਜਾ, ਫਾਦਰ ਮਦਰ ਨੂੰ ਏਕਾ ਕਰਨਾ ਚਾਹੀਦਾ ਕਿ ਬੱਚੇ ਦੀ ਪਰਵਰਿਸ਼ ਕਿਵੇਂ ਹੋਣੀ ਚਾਹੀਦੀ ਆ। ਸੋ ਅੱਜ ਆਪਾਂ ਨੇ ਆਹ 3 ਪੁਆਇੰਟ ਤੇ ਗੱਲ ਕੀਤੀ ਸੀ, ਤੇ ਜੇ ਤੁਹਾਡੇ ਕੋਈ ਕੁਐਸਚਨ ਆ, ਕੋਈ ਕਲੀਅਰ ਕੱਟ, ਤੁਸੀਂ ਉਹ ਕਰ ਸਕਦੇ ਹੋ। ਕੋਈ ਨਾ ਕੋਈ ਮੇਰੇ ਖਿਆਲ 'ਚ ਨਿਰਲੇਪ ਜਾਂ ਪੁਨੀਤ ਇਸ ਚੀਜ਼ ਨੂੰ ਮੋਨੀਟਰ ਕਰ ਰਹੇ ਆ, ਤੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੈਨੂੰ ਉਹ ਦੱਸ ਦੇਣਗੇ, ਤੇ ਮੈਂ ਤੁਹਾਡੇ ਇਹ ਕੁਐਸਚਨਸ ਵੀ ਆਨਸਰ ਕਰੂੰਗਾ। ਆਪਾਂ ਤਕਰੀਬਨ 7 ਵਜੇ ਤੱਕ ਹੈਗੇ ਆ, ਆਪਣੇ ਕੋਲੇ ਹੈਗੇ ਆ 20 ਮਿੰਟ ਹੋਰ। ਸੋ ਤੁਸੀਂ ਪਲੀਜ਼ ਆਪਣੇ ਕੁਐਸਚਨਸ ਵਗੈਰਾ ਦੱਸਣੀ ਸ਼ੁਰੂ ਕਰ ਦਿਓ, ਤੇ ਉਸ ਹਿਸਾਬ ਨਾਲ ਫਿਰ ਮੈਨੂੰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੁਨੀਤ ਤੇ ਨਿਰਲੇਪ ਹੋਣੀ ਦੱਸ ਦੇਣਗੇ। ਸੋ 3 ਚੀਜ਼ਾਂ ਦੇ ਉੱਤੇ ਮੈਂ ਸਿਰਫ ਅੱਜ ਗੱਲ ਕਰਨੀ ਚਾਹੁੰਦਾ ਸੀਗਾ, ਤੇ ਇਹ ਮੇਰੇ ਹਿਸਾਬ ਨਾਲ ਇਹ ਇੰਪੋਰਟੈਂਟ ਸੀਗੀ ਕਿ ਆਪਾਂ ਟੀਨੇਜਰਸ ਦੀਆਂ ਆਦਤਾਂ ਸੁਧਾਰਨ ਦੇ ਲਈ ਆਪਾਂ ਕਈ ਵਾਰੀ ਇਹ ਸੋਚਦੇ ਹਾਂ ਕਿ ਟੀਨੇਜਰ ਨੂੰ ਕਾਉਂਸਲਿੰਗ ਦੀ ਲੋੜ ਆ। ਬਿਲਕੁਲ ਨਹੀਂ ਕਾਉਂਸਲਿੰਗ ਦੀ ਲੋੜ। ਇਹਨਾਂ 3 ਕ੍ਰਾਈਟੇਰੀਆ 'ਚ ਜੇ ਬੱਚਾ ਲਿਸਨ ਨਹੀਂ ਕਰਦਾ ਤਾਂ ਕਾਉਂਸਲਿੰਗ ਦੀ ਲੋੜ ਨਹੀਂ ਗੀ। ਇਹਦੇ 'ਚ ਤੁਸੀਂ ਹੀ ਬੱਚੇ ਨੂੰ ਬਿਲਕੁਲ ਪਰਫੈਕਟਲੀ ਸੁਧਾਰ ਸਕਦੇ ਹੋ। ਤੁਸੀਂ ਆਪਣਾ ਘਰ ਦਾ ਰਵੱਈਆ ਚੇਂਜ ਕਰ ਲਓ, ਫਸਟ ਕਲਾਸ ਬੱਚਾ ਚੇਂਜ ਹੋ ਜਾਊਗਾ, ਤੁਹਾਨੂੰ ਕੁਝ ਵੀ ਨਹੀਂ ਕਰਨ ਦੀ ਲੋੜ। ਸੋ ਇਹ ਕੁਝ ਚੀਜ਼ਾਂ ਮੈਂ ਤੁਹਾਨੂੰ ਕਹਿਣੀਆਂ ਚਾਹੁੰਦਾ ਸੀਗਾ। ਤੇ ਜੇ ਕੋਈ ਹੋਰ ਕੁਐਸਚਨ ਹੈਗਾ ਤਾਂ ਤੁਸੀਂ ਪਲੀਜ਼ ਮੈਨੂੰ ਪੁੱਛ ਲਓ, ਨਹੀਂ ਤਾਂ ਮੈਂ ਇੱਕ ਚੀਜ਼ ਤੁਹਾਡੇ ਨਾਲ ਹੋਰ ਕਹਿਣੀ ਚਾਹੁੰਦਾ ਸੀਗਾ ਕਿ ਤੁਸੀਂ ਅਗਰ ਆਪਣੇ ਬੱਚੇ ਦੀ ਪਰਸਨੈਲਿਟੀ ਜਾਣਨੀ ਆ ਤਾਂ ਬੱਚੇ ਦੇ ਟੀਚਰ ਨੂੰ ਸਕੂਲ 'ਚ ਪੁੱਛੋ, ਕਿਉਂਕਿ ਜਿਹੜਾ ਟੀਚਰ ਆ ਉਹ ਤੁਹਾਨੂੰ ਅਨਬਾਇਸ ਹੋ ਕੇ ਤੁਹਾਡੇ ਬੱਚੇ ਦੇ ਪੋਜ਼ਿਟਿਵ ਤੇ ਤੁਹਾਡੇ ਬੱਚੇ ਦੇ ਨੈਗੇਟਿਵ, ਇਹ ਦੋਨੋਂ ਪੁਆਇੰਟਸ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਦੱਸ ਦਊਗਾ ਵੀ ਤੁਹਾਡੇ ਬੱਚੇ ਦੀ ਅੱਛਾਈ ਆਹ ਤੇ ਤੁਹਾਡੇ ਬੱਚੇ ਦੀਆਂ ਕਮਜ਼ੋਰੀਆਂ ਇਹ। ਔਰ ਉਹ ਬੜੀ ਇੱਕ ਚੀਜ਼ ਲਿਖ ਲਓ, ਔਰ ਜਿਹੜੀਆਂ ਉਹਦੀਆਂ ਨੈਗੇਟਿਵਸ ਆ ਉਹਦੇ ਬਾਰੇ ਫਿਰ ਤੁਸੀਂ ਡਿਸਕਸ਼ਨ ਘਰ ਆ ਕੇ ਵਾਈਫ ਦੇ ਨਾਲ ਕਰੋ। ਜੇ ਵਾਈਫ ਨੇ ਟੀਚਰ ਦੇ ਨਾਲ ਗੱਲ ਕੀਤੀ ਹੈ ਤਾਂ ਹਸਬੈਂਡ ਨਾਲ ਕਰੇ, ਤੇ ਦੋਨੋਂ ਜਣੇ ਫਿਰ ਬੈਠ ਕੇ ਇਹ ਦੇਖੋ ਕਿ ਜੇ ਸਾਡਾ ਬੱਚਾ ਆਹ ਕਮਜ਼ੋਰੀ ਆ ਟੀਚਰ ਨੇ ਆਇਡੈਂਟੀਫਾਈ ਕੀਤੀ ਹੈ, ਤੇ ਇਹਨੂੰ ਹੁਣ ਆਪਾਂ ਦੂਰ ਕਿਵੇਂ ਕਰਨਾ, ਕਹਿ ਕੇ ਦੂਰ ਕਰਨਾ, ਕਿ ਕੁਝ ਇਸ ਤਰੀਕੇ ਦਾ ਮਾਹੌਲ ਚੇਂਜ ਕਰੀਏ ਕਿ ਘਰ ਦੇ ਵਿੱਚ ਬੱਚੇ ਦੀਆਂ ਉਹ ਕਮਜ਼ੋਰੀਆਂ ਦੂਰ ਹੋ ਜਾਣ। ਸੋ ਜੇ ਮਿਸਾਲ ਦੇ ਤੌਰ ਤੇ ਸਾਡਾ ਬੱਚਾ ਕਿਤਾਬ ਨੂੰ ਪੜ੍ਹਦਾ ਨਹੀਂ, ਸਾਡਾ ਬੱਚਾ ਪੜ੍ਹਦਾ ਨਹੀਂ, ਸੋ ਫਿਰ ਇੱਕ ਲਾਇਬ੍ਰੇਰੀ ਬਣਾ ਲਓ ਘਰ ਦੇ ਵਿੱਚ। ਐਜ਼ ਏ ਹਸਬੈਂਡ ਵਾਈਫ ਤੁਸੀਂ ਦੋਨੋਂ ਜਣੇ ਹਰ ਰੋਜ਼ ਸ਼ਾਮ ਨੂੰ 15 ਮਿੰਟ ਕਿਤਾਬ ਕੱਢ ਕੇ ਉਹਦੇ ਸਾਹਮਣੇ ਪੜ੍ਹੋ। ਜਦੋਂ ਉਹ ਦੇਖੂਗਾ ਇੱਕ ਦਿਨ ਉਹ ਵੀ ਕਿਤਾਬ ਕੱਢ ਕੇ ਬਹਿ ਜਾਊਗਾ। ਤੁਹਾਨੂੰ ਕਹਿਣ ਦੀ ਲੋੜ ਨਹੀਂ ਗੀ, ਤੁਹਾਨੂੰ ਕਹਿਣ ਦੀ ਲੋੜ ਨਹੀਂ ਗੀ ਬਈ ਤੂੰ ਵੀ ਕਿਤਾਬ ਚੱਕ, ਤੂੰ ਯਾਰ ਕਿਤਾਬ ਕਿਉਂ ਨਹੀਂ ਚੱਕਦਾ, ਅਸੀਂ ਦੇਖ ਤੇਰੇ ਸਾਹਮਣੇ ਥੱਕੇ ਹਾਰੇ ਆਨੇ ਆ ਫਿਰ ਵੀ ਅਸੀਂ ਕਿਤਾਬ ਪੜ੍ਹਦੇ ਹਾਂ। ਨਾ 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 ਨਾ,
ਤੁਸੀਂ ਆਪਣਾ ਆਨੰਦ ਨਾਲ ਤੁਸੀਂ ਆਪਣੀ ਕਿਤਾਬ ਚੱਕੋ। ਉਹ ਜਿਹੜੀ এনवायरमेंट ਆ, ਜਿਹੜੀ ਤੁਸੀਂ ਕ੍ਰੀਏਟ ਕਰ ਰਹੇ ਹੋ, ਉਹ ਦੇਖਿਓ ਤੁਸੀਂ ਕਿੰਨੀ ਵਧੀਆ ਤਰੀਕੇ ਨਾਲ ਤੁਹਾਡਾ ਹੋ ਜਾਊਗਾ, ਤੁਹਾਡੀ ਉਹ ਬਣੂਗੀ, ਉਹ ਕ੍ਰੀਏਟ ਕਰੂਗਾ ਉਸ ਬੱਚੇ ਦੇ ਵਿੱਚੋਂ ਅੰਦਰੋਂ ਵੀ ਮੈਂ ਵੀ ਯਾਰ ਕੁਛ ਪੜ੍ਹਾਂ, ਮੈਨੂੰ ਵੀ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਮਤਲਬ ਕਿ ਪੜ੍ਹਨ 'ਚ ਸ਼ੌਕ ਰੱਖੇ, ਉੱਚ ਵਿੱਦਿਆ 'ਚ ਸ਼ੌਕ ਰੱਖੇ, ਉਹ ਵਾਕਿਆ ਹੀ ਮਤਲਬ ਕਿ ਸਿਆਣਾ ਹੋਵੇ, ਤਾਂ ਫਿਰ ਜਿਹੜੇ ਬੁੱਧੀਜੀਵੀ ਆ ਉਸ ਜਗ੍ਹਾ ਤੇ ਸੰਗਤ 'ਚ ਕਰਵਾਓ ਬੱਚੇ ਨੂੰ, ਜਿੱਥੇ ਇੰਟੈਲੈਕਚੁਅਲ ਡਿਸਕਸ਼ਨ ਹੁੰਦੀਆਂ, ਜਿੱਥੇ ਡੂੰਘਾਈ ਦੇ ਵਿੱਚ ਵਿਚਾਰ ਵਟਾਂਦਰਾ ਹੁੰਦਾ, ਜਿੱਥੇ ਮਤਲਬ ਕਿ ਉਹਦੇ ਹਿਸਾਬ ਦੇ ਨਾਲ ਉਹਨੂੰ ਕੁਐਸਚਨ ਕਰਨ ਦੀ ਖੁੱਲ ਹੋਵੇ। ਫਿਰ ਦੇਖੋ ਤੁਸੀਂ ਉਸ ਬੱਚੇ ਦਾ ਦਿਮਾਗ ਦਾ ਵਿਕਾਸ ਕਿਵੇਂ ਹੁੰਦਾ। ਲੇਕਿਨ ਜੇ ਕੁਐਸਚਨ ਕਰਨ ਦੀ ਕੈਪੇਬਿਲਿਟੀ ਨਹੀਂ ਗੀ ਔਰ ਉਹਦੇ ਕੁਐਸਚਨਸ ਦੇ ਜਵਾਬ ਨਹੀਂ ਮਿਲਦੇ, ਫਿਰ ਬੱਚਾ ਕਹਿੰਦਾ ਯਾਰ ਕੀ ਕਰਨਾ, ਮੈਂ ਕੋਈ ਦੱਸਦਾ ਤਾਂ ਮੈਨੂੰ ਹੈ ਨਹੀਂਗਾ। ਇਸੇ ਕਰਕੇ ਹੀ ਜਿੰਨੇ ਵੀ ਧਰਮ ਆ ਉਹ ਅੱਜ ਕੱਲ੍ਹ ਮਾਡਰਨ ਸੋਸਾਇਟੀ ਦੇ ਵਿੱਚ ਫੇਲ ਇਸ ਕਰਕੇ ਹੋ ਰਹੇ ਆ, ਕਿਉਂਕਿ ਜਿਹੜੇ ਟੀਨੇਜਰਸ ਆ ਉਹਨਾਂ ਦੇ ਜਵਾਬ ਨਹੀਂ ਧਰਮ ਦੇ ਸਕਦਾ, ਔਰ ਕੋਈ ਐਸੀਆਂ ਅਪਰਚੁਨਿਟੀਜ਼ ਨਹੀਂ ਬਣੀਆਂ ਜਿੱਥੇ ਕਿ ਜਿਹੜੇ ਵੱਡੇ ਆ ਉਸ ਧਰਮ ਦੇ ਤੇ ਬੱਚੇ ਆ ਜਿਹੜੇ ਟੀਨੇਜਰਸ ਆ ਉਹਨਾਂ ਦੇ ਵਿੱਚ ਕੋਈ ਸਾਰਥਕ ਤਰੀਕੇ ਦੀ ਗੱਲਬਾਤ ਹੋ ਸਕੇ। ਉਹ ਹੈ ਹੀ ਨਹੀਂ ਗੀ, ਕਿਸੇ ਧਰਮ 'ਚ ਨਹੀਂ ਗੀ। ਸੋ ਐਜ਼ ਅ ਰਿਜ਼ਲਟ ਉਹ ਰਿਚੁਅਲਸ ਦੇ ਥਰੂ ਜ਼ੋਰ ਲਾ ਕੇ ਉਹ ਕੋਸ਼ਿਸ਼ ਕਰਦੇ ਆ ਕਿ ਜਿਹੜੇ ਟੀਨੇਜਰਸ ਆ ਉਹ ਧਰਮ ਦੇ ਵਿੱਚ ਆ ਜਾਣ, ਤੇ ਇਟਸ ਨਾਟ ਗੋਇੰ ਟੂ ਵਰਕ। ਬਲਦੇਵ ਜੀ, ਵੀ ਹੈਵ ਵਨ ਕਾਲਰ। ਜੀ ਹਾਂਜੀ 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 बलदेव जी, मैं अपना क्वेश्चन पूछ सकती हूँ? हाँ जी बिल्कुल जी बिल्कुल। हाँ जी पूछो जी, गो हैड जी। हाँ जी निर्लेप जी, मैं ਤੁਹਾਡੇ ਨਾਲ ਗੱਲ ਕਰ ਰਹੀ ਹਾਂ ਹੁਣ। ਸੌਰੀ। ਹਾਂਜੀ, ਤੁਸੀਂ ਬਲਦੇਵ ਜੀ ਸੁਣ ਰਹੇ ਆ ਤੁਹਾਡੀ ਆਵਾਜ਼। ਅੱਛਾ ਜੀ, ਸਤਿ ਸ਼੍ਰੀ ਅਕਾਲ ਬਲਦੇਵ ਸਰ, ਥੈਂਕ ਯੂ ਸੋ ਮਚ ਐਜ਼ ਦੇ ਟੀਚਰਸ ਦੇ ਲਈ, ਬਹੁਤ ਜ਼ਰੂਰੀ ਹੈ ਸਾਡੇ ਲਈ। ਮੇਰਾ ਕੁਐਸਚਨ ਇਹ ਸੀਗਾ ਕਿ ਤੁਸੀਂ ਜਿਹੜੀਆਂ ਰਿਸਪੌਂਸਿਬਿਲਿਟੀਜ਼ ਦੀ ਗੱਲ ਕਰ ਰਹੇ ਹੋ, ਰਿਸਪੌਂਸਿਬਿਲਿਟੀ ਦੇ ਦਿੱਤੀਆਂ ਜਾਂਦੀਆਂ ਜਦੋਂ ਬੱਚੇ ਨੂੰ, ਐਂਡ ਫਿਰ ਕੀ ਹੁੰਦਾ ਹੈ ਕਿ ਉਹ ਰਿਸਪੌਂਸਿਬਿਲਿਟੀ ਫੋਲੋ ਕਰ ਰਿਹਾ ਬੱਚਾ 1-2 ਦਿਨ ਦੇ ਲਈ, ਉਹ ਦੁਬਾਰਾ ਉਹਨੂੰ ਇੱਕ ਤਰ੍ਹਾਂ ਦੇ ਨਾਲ ਰਿਪੀਟ ਕਰਾਉਣਾ ਪੈ ਰਿਹਾ ਹੈਗਾ, ਬੱਚੇ ਨੂੰ ਯਾਦ ਕਰਾਉਣਾ ਪੈ ਰਿਹਾ ਉਹਦੀ ਰਿਸਪੌਂਸਿਬਿਲਿਟੀਜ਼ ਨੂੰ, ਤੇ ਇਹਦੇ ਵਿੱਚ ਹੀ ਸਾਲ 6 ਮਹੀਨੇ ਲੰਘਦੇ ਜਾ ਰਹੇ ਹੈਗੇ ਆ, ਤੇ ਉਹਨੂੰ ਕਿਸ ਤਰ੍ਹਾਂ ਦੇ ਨਾਲ ਵੀ ਹੈਂਡਲ ਕਰਨਾ ਚਾਹੀਦਾ ਹੈ ਸਾਨੂੰ? ਥੈਂਕ ਯੂ। ਓਕੇ ਜੀ। ਸੋ ਜੇ ਤਾਂ ਬੱਚਾ ਛੋਟਾ, ਉਮਰ 'ਚ ਛੋਟਾ, ਫਿਰ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਹਾਂਜੀ ਠੀਕ ਆ, ਉਹਨੂੰ ਰਿਮਾਈਂਡ ਕਰਾਉਣ ਦੀ ਲੋੜ ਆ। ਜੇ ਬੱਚਾ ਵੱਡਾ ਤਾਂ ਫਿਰ ਉਹਨੂੰ ਰਿਮਾਈਂਡ ਕਰਾਉਣ ਦੀ ਲੋੜ ਹੀ ਨਹੀਂ। ਫਿਰ ਇੱਕ ਦਿਨ ਉਹ ਤੁਹਾਡੇ ਕੋਲੇ ਵੱਡਾ ਬੱਚਾ ਆਊਗਾ, ਜਾਂ ਕਾਰ ਲੈਣ ਆਊਗਾ, ਜਾਂ ਪੀਜ਼ਾ ਲੈਣ ਆਊਗਾ, ਜਾਂ ਬਾਹਰ ਜਾਣ ਵਾਸਤੇ ਆਊਗਾ, ਜਾਂ ਕੁਛ ਨਾ ਕੁਛ ਉਹਨੂੰ ਤੁਹਾਡੇ ਤੋਂ ਲੋੜ ਪਊਗੀ। ਉਦੋਂ ਤੁਸੀਂ ਉਹਨੂੰ ਕਹਿ ਦਿਓ ਵੀ ਤੈਨੂੰ ਤਾਂ ਚੀਜ਼ਾਂ ਮਿਲਣਗੀਆਂ ਜਦ ਤੱਕ ਤੂੰ ਆਹ ਕਰੇਗਾ, ਜੇ ਤੂੰ ਇਹ ਨਹੀਂ ਕਰੇਗਾ ਤਾਂ ਤੈਨੂੰ ਅਸੀਂ ਦੇਣਾ ਨਹੀਂ ਕੁਛ। ਤਾਂ ਲੜਨ ਦੀ ਲੋੜ ਹੀ ਨਹੀਂ, ਕਿ ਦੱਸਣ ਦੀ ਲੋੜ ਨਹੀਂ, ਕਿ ਉਹਨੂੰ ਕਹੇ ਵੀ ਤੇਰਾ ਸਾਡੇ ਨਾਲ ਐਗਰੀਮੈਂਟ ਸੀਗਾ ਵੀ ਤੂੰ ਆਹ ਚੀਜ਼ਾਂ ਕਰੇਗਾ। ਹੁਣ ਤਾਂ 2 ਦਿਨ ਕੀਤੀਆਂ, ਤੀਜੇ ਦਿਨ ਤੂੰ ਕੀਤਾ ਨਹੀਂਗਾ, ਤੇ ਹੁਣ ਤੂੰ 6ਵੇਂ ਦਿਨ ਤੂੰ ਆ ਗਿਆ, ਤੂੰ ਕਹਿੰਦਾ ਵੀ ਮੈਨੂੰ $20 ਦਿਓ, ਮੈਂ ਮੂਵੀ ਦੇਖਣ ਜਾਣਾ। ਸੌਰੀ, ਜਦ ਤੱਕ ਤੂੰ ਇਹ ਕੰਸਿਸਟੈਂਟਲੀ ਫਾਲੋ ਨਹੀਂ ਕਰਦਾ ਅਸੀਂ ਤਾਂ ਤੈਨੂੰ ਕੋਈ ਸੈਂਟ ਨਹੀਂ ਦੇਣਾ। ਤਾਂ ਹੁਣ ਉਹਨੂੰ ਇਹ ਸੋਚਣਾ ਪਊਗਾ ਕਿ ਕੀ ਉਹ ਤੁਹਾਡੀ ਲਿਸਨ ਕਰੂਗਾ ਜਾਂ ਉਹ ਆਪਣੀ ਮਨਮਰਜ਼ੀ ਤੇ ਅੜਿਆ ਰਹੂਗਾ। ਚਾਂਸਸ ਆ ਕਿ ਜੇ ਟੀਨੇਜਰ ਆ ਤਾਂ ਉਹ ਆਪਣੀ ਮਨਮਰਜ਼ੀ ਤੇ ਅੜਿਆ ਰਹੂਗਾ, ਤੇ ਉਹਦੀ ਇਹ ਅੜੀ ਕਿਉਂਕਿ ਕਦੇ ਟੁੱਟੀ ਹੋਈ ਨਹੀਂ ਗੀ, ਤਾਂ ਉਹ ਤੁਹਾਡੇ ਨਾਲ ਹੁਣ ਵੀ ਅੜੂਗਾ। ਸੋ ਜੇ ਉਹ ਟੀਨੇਜਰ ਆ ਤਾਂ ਫਿਰ ਉਹ ਅੜੂਗਾ। ਤਾਂ ਉਹਨੂੰ ਆਪਾਂ ਕਰ ਕੀ ਸਕਦੇ ਆ? ਉਹਨੂੰ ਬੜੇ ਪਿਆਰ ਨਾਲ ਉਹਨੂੰ ਕਰ ਸਕਦੇ ਆ ਵੀ ਅਸੀਂ ਤੇਰੇ ਤੇ ਕੋਈ ਪ੍ਰੈਸ਼ਰ ਨਹੀਂਗਾ, ਤੂੰ ਕਰਨਾ ਕਰ, ਨਹੀਂ ਕਰਨਾ ਨਾ ਕਰ, ਪਰ ਅਸੀਂ ਤੇਰੇ ਤੋਂ ਆਹ ਚੀਜ਼ਾਂ ਨਹੀਂ। ਫਿਰ ਜੇ ਤੂੰ ਸਾਨੂੰ ਕਹੇਗਾ ਵੀ ਸਾਨੂੰ ਪੀਜ਼ਾ ਲੈ ਦੇ, ਅਸੀਂ ਨਹੀਂ ਤੈਨੂੰ ਪੀਜ਼ਾ ਲੈ ਕੇ ਦੇਣਾ, ਕਿਉਂਕਿ ਤੂੰ ਸਾਨੂੰ ਨਹੀਂ ਲਿਸਨ ਕਰਦਾ। ਸੋ ਵਾਈ ਸ਼ੁੱਡ ਵੀ ਲਿਸਨ ਟੂ ਯੂ? ਬੜਾ ਸਿੰਪਲ ਜਿਹਾ ਪ੍ਰੋਸੈਸ ਆ। ਲੇਕਿਨ ਸਾਡਾ ਕੀ ਹੈਗਾ ਕਿ ਪੇਰੈਂਟਸ ਉਦੋਂ ਟੁੱਟ ਜਾਂਦੇ ਆ ਜਦੋਂ ਬੱਚਾ ਨਾਈਸ ਬਣਦਾ। ਜਦੋਂ ਬੱਚੇ ਨੇ ਕੁਝ ਲੈਣਾ ਹੁੰਦਾ ਨਾ ਹਫ਼ਤਾ ਕੁ ਪਹਿਲਾਂ, ਤੇ ਜੇ 400-500 ਦੀ ਚੀਜ਼ ਆ, ਕੋਈ ਗੇਮ ਲੈਣੀ ਆ, ਕੋਈ ਆਈਪੈਡ ਲੈਣਾ, ਕੋਈ ਕੁਛ ਲੈਣਾ, ਫਿਰ ਦੇਖੋ ਫਿਰ ਬੱਚਾ ਤਾਂ ਪ੍ਰੋਮਿਸ ਕਿਵੇਂ ਕਰਦਾ, ਮਾਰ ਕੇ ਤਹਿ ਲਾ ਦਿੰਦਾ, ਨਾਈਸ ਬੋਲਦਾ, ਸਾਰਾ ਕੁਝ ਕਰਦਾ। ਫਿਰ ਤੁਹਾਨੂੰ ਐਂ ਲੱਗਦਾ ਵੀ ਚੱਲ ਯਾਰ ਇਹਨੂੰ ਲੈ ਦਈਏ ਆਪਾਂ 400-500 ਦੀ ਚੀਜ਼, ਚੱਲ ਹੁਣ ਤਾਂ ਇਹ ਠੀਕ ਹੋ ਗਿਆ। ਹਫ਼ਤਾ ਕੁ ਰੱਖਦਾ, ਜਦੋਂ ਉਹਨੂੰ ਚੀਜ਼ ਮਿਲ ਜਾਂਦੀ ਉਸ ਤੋਂ ਬਾਅਦ ਮੁੜ ਕੇ ਉਹ ਫਿਰ ਨਹੀਂ ਆਨਸਰ ਕੁਝ ਕਰਦਾ, ਫਿਰ ਨਹੀਂ ਕੋਈ ਕੰਮ ਕਰਦਾ। ਸੋ ਇਹਦਾ ਮਤਲਬ ਆ ਕਿ ਉਹਦੀ ਇੱਕ
ਮੈਨੀਪੂਲੇਸ਼ਨ ਟੈਕਨੀਕ ਸੀਗੀ ਚੀਜ਼ ਲੈਣ ਦੀ, ਤਾਂ ਉਸ ਦੀ ਮੈਨੀਪੂਲੇਸ਼ਨ ਟੈਕਨੀਕ ਨੂੰ, ਕਿਉਂਕਿ ਇਹ ਤੁਹਾਡੇ ਨਾਲ ਤਾਂ ਚੱਲ ਗਈ ਪਰ ਬਾਹਰ ਜਦੋਂ ਉਹਨੇ ਕੰਮ ਕਰਨਾ ਉਦੋਂ ਨਹੀਂ ਚੱਲਣੀ, ਜਾਂ ਟੀਮ ਬਿਲਡਿੰਗ 'ਚ ਨਹੀਂ ਚੱਲਣੀ, ਜਾਂ ਵੱਡੀਆਂ ਯੂਨੀਵਰਸਿਟੀ ਲੈਵਲ 'ਚ ਜਦੋਂ ਉਹਨੇ ਕੋਈ ਗਰੁੱਪ ਅਸਾਈਨਮੈਂਟ ਕਰਨੀ ਆ ਤੇ ਉੱਥੇ ਉਹ ਪੂਰਾ ਨਾ ਉਤਰਿਆ ਤੇ ਉਹਨਾਂ ਨੇ ਚੱਕ ਕੇ ਇਹਨੂੰ ਬਾਹਰ ਕੱਢ ਦੇਣਾ ਬੱਚੇ ਨੂੰ। ਸੋ ਇਸ ਕਰਕੇ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਦੇਖੋ ਤੁਹਾਡੇ ਕੋਲੇ ਬਹੁਤ ਸਿੰਪਲ ਜਿਹਾ ਕੰਮ ਆ, ਜਾਂ ਤਾਂ ਤੁਸੀਂ ਇਹ ਮਤਲਬ ਕਿ ਜਿਹੜੀ ਅਸੀਂ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਆ ਔਰ ਤੈਂ ਐਗਰੀ ਕੀਤੀ ਆ ਇਹਨੂੰ ਤੂੰ ਆਪਣਾ ਪੂਰਾ ਕਰ ਲਾ, ਨਹੀਂ ਕਰੇਗਾ ਤਾਂ ਅਸੀਂ ਆਹ ਚੀਜ਼ਾਂ ਨਹੀਂ ਕਰਨੀਆਂ, ਉਹ ਤੁਸੀਂ ਉਹਨੂੰ ਲਿਖ ਕੇ ਉਹਨੂੰ ਦੱਸ ਦਿਓ ਤੇ ਫਿਰ ਆਪਣੇ ਆਰਾਮ ਨਾਲ ਬਹਿ ਜਾਓ, ਤੁਹਾਨੂੰ ਕਰਨ ਦੀ ਲੋੜ ਹੀ ਨਹੀਂ ਗੀ ਕੁਛ। ਆਪੇ ਇੱਕ ਦਿਨ ਆਊਗਾ, ਹਫਤਾ ਨਹੀਂ ਆਊਗਾ, 2 ਹਫ਼ਤੇ ਨਹੀਂ ਆਊਗਾ, ਇੱਕ ਦਿਨ ਤਾਂ ਆਊਗਾ। ਜਿਆਦੇ ਬਾਹਲੀ ਗੱਲ ਆ ਤੇ ਜੇ ਉਹ ਬਾਹਲਾ ਕੁਛ ਕਰਦਾ ਤਾਂ ਉਹਨੂੰ ਕਹਿ ਦੋ ਵੀ ਅਸੀਂ ਤਾਂ ਤੇਰਾ ਬਸ ਤੇਰੇ 10 ਦਿਨ ਰਹਿ ਗਏ। ਉਹ ਕਹੂਗਾ ਕਾਹਦੇ? ਉਹਨੂੰ ਕਹੋ ਤੇਰਾ ਇੰਟਰਨੈਟ ਕੱਟਿਆ ਜਾਣਾ। ਉਹ ਕਹੂਗਾ ਕਿਉਂ ਮੇਰਾ ਇੰਟਰਨੈਟ ਕਿਉਂ ਕੱਟਿਆ ਜਾਣਾ? ਉਹਨੂੰ ਕਹਾ ਕਿ ਤੂੰ ਆਪਣੀ ਜ਼ਿੰਮੇਵਾਰੀ ਜਿਹੜੀ ਐਗਰੀ ਕੀਤੀ ਸੀ ਉਹ ਕਰਦਾ ਨਹੀਂਗਾ, ਸੋ ਤੇਰੇ ਕੋਲੇ 10 ਦਿਨ ਆ, ਇਟਸ ਅਪ ਟੂ ਯੂ ਟੂ ਡਿਸਾਈਡ। ਜਾਨੀ ਉਹਦੀ ਪਨਿਸ਼ਮੈਂਟ ਤਾਂ ਹੋਣੀ ਚਾਹੀਦੀ ਆ ਨਾ, ਕੋਈ ਉਹਦੇ ਕੌਨਸੀਕੁਐਂਸਿਸ ਤਾਂ ਉਹਦੇ ਰੋਂਗ ਬਿਹੇਵੀਅਰ ਦੇ ਹੋਣੇ ਚਾਹੀਦੇ ਆ। ਜਿਹੜੀ ਸੁਸਾਇਟੀ ਆ ਇਹ ਚੱਲਦੀ ਹੋਈ ਕੌਨਸੀਕੁਐਂਸਿਸ ਤੇ ਆ। ਆਪਾਂ ਰੈੱਡ ਲਾਈਟ ਚੋਂ ਗੱਡੀ ਕੱਢੀ ਨਹੀਂ ਤੇ ਪੁਲਿਸ ਨੇ ਦੇਖ ਲਿਆ ਤਾਂ ਆਪਾਂ ਨੂੰ ਟਿਕਟ ਮਿਲ ਜਾਣੀ ਆ। ਜੇ ਕੋਈ ਚੰਗਾ ਪੁਲਿਸ ਅਫਸਰ ਹੋਇਆ ਹੋ ਸਕਦਾ ਛੱਡ ਦੇਵੇ, ਪਰ ਚਾਂਸਸ ਹੈਗਾ ਕਿ ਪੁਲਿਸ ਅਫਸਰ ਨੇ ਤੁਹਾਨੂੰ ਛੱਡਣਾ ਨਹੀਂ ਰੈੱਡ ਲਾਈਟ, ਕਿਉਂਕਿ ਰੈੱਡ ਲਾਈਟ ਇਜ਼ ਕੰਸੀਡਰਡ ਅ ਵੈਰੀ ਸੀਰੀਅਸ ਥਿੰਗ, ਸਟਾਪ ਸਾਈਨ ਇਜ਼ ਕੰਸੀਡਰਡ ਅ ਵੈਰੀ ਸੀਰੀਅਸ ਥਿੰਗ। ਉਹ ਤੁਹਾਨੂੰ ਟਿਕਟ ਜ਼ਰੂਰ ਦਊਗਾ। ਹਜੇ ਸਪੀਡਿੰਗ ਤੇ ਉਹ ਥੋੜੀ ਜਿਹੀ ਘੱਟ ਵੱਧ ਕਰ ਲੈਂਦੇ ਆ ਤਾਂ ਕਿ ਤੁਹਾਨੂੰ ਜ਼ਿਆਦਾ ਨੁਕਸਾਨ ਨਾ ਹੋਵੇ, ਪਰ ਇਹਨਾਂ 2 ਚੀਜ਼ਾਂ ਤੇ ਨਹੀਂ ਉਹ ਕਰਦੇ। ਇਹਦਾ ਮਤਲਬ ਕੌਨਸੀਕੁਐਂਸਿਸ ਤਾਂ ਹੈ ਨਾ। ਤੇ ਆਪਣੇ ਬੱਚੇ ਦੇ ਕੀ ਕੌਨਸੀਕੁਐਂਸਿਸ ਜਦੋਂ ਹੁਣ ਲਿਸਨ ਨਹੀਂ ਕਰਦਾ, ਐਕਸੈਪਟ ਕਿ ਅਸੀਂ ਉਹਨੂੰ ਸ਼ੋਰ ਪਾ ਦਿੰਦੇ ਆ, ਤੂੰ ਦੇਖ ਲਾ ਹੁਣ ਤੂੰ ਮੰਨਿਆ ਨਹੀਂ, ਤੈਨੂੰ ਅਸੀਂ ਕਿਹਾ ਸੀਗਾ। ਸੋ ਉਸ ਸੈਂਸ ਦੇ ਵਿੱਚ ਮੇਰੇ ਖਿਆਲ 'ਚ ਬੱਚਿਆਂ ਦਾ ਕੋਈ ਬੜਾ ਕਸੂਰ ਨਹੀਂਗਾ। ਇਹ ਆਪਾਂ ਕਿਉਂਕਿ ਬਾਹਲੇ ਨਰਮ ਦਿਲ ਆ, ਆਪਾਂ ਬਾਹਲੇ ਡਿਸਿਪਲਿਨ ਨੂੰ ਲਾਗੂ ਨਹੀਂ ਕਰਦੇ ਤੇ ਦੈਟਸ ਵਾਟ ਇਟ ਇਜ਼। ਹੁਣ ਇੱਕ ਸਕੂਲ 'ਚ ਦੇਖ ਲਓ 500 ਬੱਚਾ ਹੁੰਦਾ ਛੋਟਾ, ਉਹ 500 ਬੱਚਾ ਬੜਾ ਫਸਟ ਕਲਾਸ ਤਰੀਕੇ ਨਾਲ ਉਹ ਦੇਖ ਲਓ ਪੂਰਾ ਸਕੂਲ ਦੇ ਵਿੱਚ ਉਹ ਹੈਂਡਲ ਕਰੀ ਜਾਂਦੇ ਆ ਉਹਨਾਂ ਨੂੰ। ਭਾਵੇਂ ਤੁਸੀਂ ਉਹਨਾਂ ਦੇ ਕਿਸੇ ਦਿਨ ਜਾ ਕੇ ਦੇਖਿਓ, ਜਿਹੜੀ ਉਹਨਾਂ ਦੀ ਉਹ ਜਿੱਥੇ ਉਹ ਬੱਚੇ ਖੇਲਦੇ ਹੁੰਦੇ ਆ ਜਿਮ ਜੇ 'ਚ 500 ਬੱਚਾ ਬੈਠਾ ਹੁੰਦਾ, ਮਜਾਲ ਆ ਕੋਈ ਬੱਚਾ ਚੂੰ ਚਾਂ ਕਰ ਜੇ ਤੇ ਆਪਾਂ ਤੋਂ ਇੱਕ ਨਹੀਂ ਸਾਂਭ ਹੁੰਦਾ। ਕਿਉਂ? ਕਿਉਂਕਿ ਕੌਨਸੀਕੁਐਂਸ ਨਹੀਂ ਉੱਥੇ। ਉਹਨਾਂ ਦੇ ਕੌਨਸੀਕੁਐਂਸਿਸ ਬੜੇ ਸਿੱਕ ਆ ਵੀ ਜੇ ਤੁਸੀਂ ਬਿਨਾਂ ਹੱਥ ਤੋਂ ਖੜਾ ਕੀਤਾ ਤੁਹਾਨੂੰ ਪ੍ਰਿੰਸੀਪਲ ਦੇ ਕਮਰੇ ਦੇ ਬਾਹਰ ਬਿਠਾ ਦੇਣਾ ਸਾਰਾ ਦਿਨ, ਤੁਹਾਡੀ ਕੋਈ ਬ੍ਰੇਕ ਵੀ ਨਹੀਂ ਹੋਣੀ। ਉਹਨਾਂ ਨੂੰ ਪਤਾ ਔਰ ਬੱਚੇ ਨੂੰ ਵੀ ਪਤਾ ਵੀ ਇਹ ਕਰ ਦੇਣਾ ਇਹਨਾਂ ਨੇ, ਪਰ ਆਪਣੇ ਘਰਾਂ ਦੇ ਵਿੱਚ ਕੋਈ ਕੌਨਸੀਕੁਐਂਸਿਸ ਹੀ ਹੈ ਨਹੀਂ। ਇਸ ਕਰਕੇ ਜਿਹੜਾ ਬੱਚਾ ਉਹ ਫਿਰ ਸਾਨੂੰ ਟੈਸਟ ਕਰਦਾ, ਉਹ ਟੈਸਟ ਕਰਦਾ ਤਾਂ ਫਿਰ ਅਸੀਂ ਫੇਲ ਹੋ ਜਾਂਦੇ ਹਾਂ। ਜਦੋਂ ਅਸੀਂ ਫੇਲ ਹੋ ਜਾਂਦੇ ਹਾਂ ਉਹ ਕਹਿੰਦੇ ਯਾਰ ਕੱਖ ਨਹੀਂ ਹੋਇਆ, ਐਵੇਂ ਬੋਲ ਕੇ ਹਟ ਗਏ, ਕੀ ਲੋੜ ਆ ਇਹਨਾਂ ਦੀ ਕਹਿਣਾ ਮੰਨਣ ਨੂੰ, ਐਵੇਂ ਬੋਲੀ ਜਾਂਦੇ ਆ, ਇਹਨਾਂ ਨੇ ਕਿਹੜਾ ਕੁਛ ਕਰਨਾ। ਇਸ ਕਰਕੇ ਬੱਚਾ ਵਿਗੜ ਜਾਂਦਾ। ਸੋ ਮੇਰੀ ਇਹ ਰਿਕਮੈਂਡੇਸ਼ਨ ਆ, ਤੁਸੀਂ ਉਹਨੂੰ ਰਿਮਾਈਂਡ ਬਿਲਕੁਲ ਨਹੀਂ ਕਰਾਉਣਾ, ਤੁਸੀਂ ਉਹਦੇ ਤੇ ਕੌਨਸੀਕੁਐਂਸਿਸ ਲਾ ਦਿਓ, ਬਹਿ ਜਾਓ ਉਹਦੇ ਨਾਲ, ਉਹਨੂੰ ਕਹੋ ਵੀ ਅਸੀਂ ਨੋਟਿਸ ਕੀਤਾ, ਜਦੋਂ ਅਸੀਂ ਤੇਰੇ ਨਾਲ ਗੱਲ ਕਰਦੇ ਹਾਂ ਤੂੰ ਐਗਰੀ ਕਰ ਜਾਣਾ, 2-3 ਦਿਨਾਂ ਬਾਅਦ ਤੂੰ ਹਟ ਜਾਣਾ, ਫਿਰ ਸਾਨੂੰ ਦੱਸਣਾ ਪੈਂਦਾ ਵੀ ਤੂੰ ਆਹ ਕਰ, ਤੇ ਅਸੀਂ ਹੁਣ ਇਹ ਡਿਸਾਈਡ ਕੀਤਾ ਕਿ ਤੂੰ ਬੱਚਾ ਨਹੀਂਗਾ, ਅਸੀਂ ਤੈਨੂੰ ਬਿਲਕੁਲ ਯਾਦ ਨਹੀਂ ਕਰਾਉਣਾ। ਜੇ ਤੂੰ ਇਹ ਕੰਮ ਮੁੜ ਕੇ ਕੀਤਾ ਜਿਹੜਾ ਕਿ ਤੂੰ ਐਗਰੀ ਕਰਦਾ ਵੀ ਹਾਂ ਮੈਂ ਕਰੂੰਗਾ, ਮੇਰੀ ਇਹ ਜ਼ਿੰਮੇਵਾਰੀ ਆ, ਅਸੀਂ ਤੇਰਾ 30 ਦਿਨ ਦੇ ਬਾਅਦ ਇੰਟਰਨੈਟ ਕੱਟ ਦੇਣਾ। ਉਹ ਕਹੂਗਾ ਫਿਰ ਮੈਂ ਕੰਮ ਨਹੀਂ ਕਰ ਸਕਣਾ, ਕਹਾਂਗੇ ਟੂ ਬੈਡ, ਯੂ ਹੈਵ ਟੂ ਪੇ ਪ੍ਰਾਈਸ। ਜੇ ਇਹ ਪ੍ਰਾਈਸ ਪੇ ਕਰਨੀ ਆ ਕਿ ਤੈਨੂੰ 9ਵੀਂ ਜਾਂ 10th ਜਾਂ ਗ੍ਰੇਡ 11 ਜਾਂ ਗ੍ਰੇਡ 12 ਤੈਨੂੰ ਰਿਪੀਟ ਕਰਨਾ ਪਊਗਾ, ਸੋ ਵੀ ਇਟ, ਫਿਰ ਤੂੰ ਕਰ, ਸਾਨੂੰ ਕੋਈ ਪ੍ਰੋਬਲਮ ਨਹੀਂ, 1 ਸਾਲ ਬਾਅਦ ਚ ਗ੍ਰੈਜੂਏਟ ਹੋ ਜੀ। ਪਰ ਜਿਹੜੀਆਂ ਤੇਰੀਆਂ ਆਦਤਾਂ ਜੇ ਇਹ ਹੁਣ ਨਾ ਚੇਂਜ ਹੋਈਆਂ ਤੈਨੂੰ ਸਾਰੀ ਉਮਰ ਲਈ ਅਪਾਹਜ ਕਰ ਦੇਣਗੀਆਂ। ਸੋ ਯੂ ਬੈਟਰ ਫੇਲ 1 year ਨਾਓ। ਫਿਰ ਦੇਖਿਓ ਕਿਵੇਂ ਠੀਕ ਹੋ ਜਾਂਦਾ, ਮਿੰਟ ਨਹੀਂ ਲੱਗਣਾ ਉਹਨੂੰ। ਸੋ ਆਪਾਂ ਨੂੰ ਚੇਂਜ ਹੋਣਾ ਪੈਣਾ, ਬੱਚੇ ਨੂੰ ਚੇਂਜ ਨਹੀਂ ਹੋਣਾ ਪੈਣਾ, ਆਪਾਂ ਨੂੰ ਚੇਂਜ ਹੋਣਾ ਪੈਣਾ। ਬਲਦੇਵ ਜੀ ਇੱਕ ਹੋਰ ਕੁਐਸਚਨ ਹੈਗਾ ਕਿ what kind of responsibility do we give to 6-year-old kid? ਓਕੇ ਜੀ, 6 ਸਾਲ ਦੇ ਬੱਚੇ ਦੀਆਂ ਕੁਛ ਜਿਹੜੀਆਂ ਜ਼ਿੰਮੇਵਾਰੀਆਂ ਹੈਗੀਆਂ ਉਹ ਇਹ ਹੈਗਾ ਕਿ ਉਹਦਾ ਕਮਰਾ ਸਾਫ਼ ਹੋਣਾ ਚਾਹੀਦਾ, ਉਹ ਆਪਣੇ ਆਪ ਕੱਪੜੇ ਪਾ ਲਵੇ, ਆਪਣੇ ਆਪ ਨਹਾ ਲਵੇ, ਆਪਣੇ ਆਪ ਬਰਸ਼ ਕਰ ਲਵੇ, ਥੱਲੇ ਉਤਰ ਕੇ ਆ ਜਾਵੇ, ਉਹਨੂੰ ਕਹਿਣਾ ਨਾ ਪਵੇ। ਉਹਨੂੰ ਇਹ ਇੱਕ ਬਜ਼ਰ ਲੈ ਕੇ ਦਿਓ,
ਟਾਈਮਰ ਲੈ ਕੇ ਦਿਓ ਜਿਹੜਾ ਕਿਚਨ ਦੇ ਵਿੱਚ ਲੱਗਿਆ ਹੁੰਦਾ, ਉਹਨੂੰ ਮਤਲਬ ਕਿ ਐਂ ਕਰਕੇ ਕਹਿ ਦਿਓ ਵੀ ਇਹ ਹੁਣ ਅੱਧੇ ਘੰਟਾ ਤੂੰ ਟੀਵੀ ਦੇਖਣਾ, ਉਹ ਟੀਵੀ ਦੇ ਉੱਤੇ ਰੱਖ ਦਿਓ। ਜਦੋਂ ਉਹ ਟਰ ਕਰਕੇ ਵੱਜਣ ਲੱਗ ਗਿਆ ਇਹਦਾ ਮਤਲਬ ਅੱਧਾ ਘੰਟਾ ਹੋ ਗਿਆ, ਤੇ ਉਹ ਉੱਠੇ ਤੇ ਉਹ ਚੱਕ ਕੇ ਉਹਨੂੰ ਟੀਵੀ ਨੂੰ ਆਫ ਕਰ ਦੇਵੇ। ਸੋ ਜਿਸ ਤਰੀਕੇ ਨਾਲ ਤੁਸੀਂ ਉਹਨੂੰ ਸਿਖਾਉਣਾ ਉਹਦੇ ਟੂਲਸ ਲੈ ਆਓ। ਸੋ 6 ਸਾਲ ਦੇ ਬੱਚੇ ਨੂੰ ਇਹ ਕਹਿਣ ਦੀ ਲੋੜ ਨਾ ਪਵੇ ਵੀ ਯਾਰ ਦੇਖ ਤੈਂ 10:30 ਵਜੇ ਤੱਕ ਤੂੰ ਸਿਰਫ ਟੀਵੀ ਦੇਖ ਸਕਦਾ ਸੀ, ਹੁਣ 11 ਵੱਜ ਗਏ, ਤੂੰ ਅੱਧਾ ਘੰਟਾ ਜ਼ਿਆਦਾ ਦੇਖ ਲਿਆ ਤਾਂ ਇਸ ਕਰਕੇ ਬੰਦ ਕਰ ਦਿਓ। ਉਹ ਕਹਿੰਦੇ ਮਮ ਮੈਨੂੰ ਤਾਂ ਯਾਦ ਹੀ ਨਹੀਂ ਰਿਹਾ। ਸੋ ਉਹ ਜਿਹੜਾ ਯਾਦ ਦਿਵਾਉਣਾ ਉਹ ਤੁਸੀਂ ਉਹ ਜਿਹਾ ਟਾਈਮਰ ਲੈ ਆਓ। ਉਹ ਅੱਧਾ ਘੰਟੇ ਦੇ ਬਾਅਦ ਵੱਜ ਜਾਂਦਾ ਜਾਂ 1 ਘੰਟੇ ਦਾ ਟਾਈਮਰ ਹੁੰਦਾ। ਉਹ ਕੁਕਿੰਗ ਦੀਆਂ ਉਹ ਛੋਟੀ ਜਿਹੀ ਘੜੀ ਜਿਹੀ ਹੁੰਦੀ ਆ, ਤੇ ਉਹ ਕੁਕਿੰਗ ਦੀ ਜਿਹੜੇ ਹੁੰਦੇ ਆ ਕਿਚਨ 'ਚ ਉਹਨਾਂ ਵਾਸਤੇ ਉਹ ਹੁੰਦੀ ਆ। ਉਹ ਜਿਹਾ ਇੱਕ ਟਾਈਮਰ ਲੈ ਆਓ। ਜੇ ਹੋਰ ਤੁਹਾਡੇ ਘਰ 'ਚ ਕੁਛ ਹੈਗਾ ਤਾਂ ਉਹ ਚੀਜ਼ ਉਹ ਬੱਚੇ ਨੂੰ ਸਿਖਾ ਦਿਓ। ਸੋ ਸਮਹਾਓ ਉਹਦੀ ਤੇ ਜ਼ਿੰਮੇਵਾਰੀ ਪਾਓ ਕਿ ਤੈਂ ਇਹ ਚੀਜ਼ਾਂ ਸਿੱਖਣੀਆਂ। ਕੀ ਉਹ ਸਵੇਰੇ ਉੱਠ ਕੇ ਆਪਣਾ ਬੈੱਡ ਬਣਾ ਸਕਦਾ? ਬਿਲਕੁਲ ਬਣਾ ਸਕਦਾ 6 ਸਾਲ ਦਾ ਬੱਚਾ। ਕੀ ਉਹ ਸਵੇਰੇ ਉੱਠ ਕੇ ਆਪੇ ਨਹਾ ਸਕਦਾ? ਬਿਲਕੁਲ ਉਹ ਆਪੇ ਨਹਾ ਸਕਦਾ। ਕੀ ਉਹ ਆਪੇ ਨਹਾ ਕੇ ਆਪਣੇ ਕੱਪੜੇ ਚੇਂਜ ਕਰ ਸਕਦਾ ਤੇ ਜਿਹੜੇ ਪੁਰਾਣੇ ਕੱਪੜੇ ਆ ਉਹ ਹੈਂਪਰ 'ਚ ਪਾ ਦੇਵੇ, ਜਿਹੜੇ ਨਵੇਂ ਕੱਪੜੇ ਆ ਉਹ ਪਾ ਲਵੇ? ਕੀ ਉਹ ਇਹ ਕਰ ਸਕਦਾ? ਬਿਲਕੁਲ ਕਰ ਸਕਦਾ। ਸੋ ਇਹ ਜਿਹੀਆਂ ਚੀਜ਼ਾਂ ਉਹਨੂੰ ਕਰਾਉਣੀਆਂ ਬੜੀਆਂ ਜ਼ਰੂਰੀ ਆ। ਕੀ ਉਹ ਸ਼ਾਮ ਨੂੰ ਬੁੱਕ ਪੜ੍ਹਦਾ? ਕੀ ਘਰ 'ਚ ਤੁਹਾਡੇ ਲਾਇਬ੍ਰੇਰੀ ਬਣੀ ਆ? ਬਣਾ ਲਓ ਤੁਸੀਂ। ਮਤਲਬ ਕਿ ਬਹੁਤ ਸਾਰੀਆਂ ਕਿਤਾਬਾਂ, ਇੱਕ ਪੂਰੀ ਰੈਕ ਧਰਮ ਦੇ ਉੱਤੇ ਰੱਖ ਲਓ, ਇੱਕ ਪੂਰੀ ਰੈਕ ਸਾਇੰਸ ਦੇ ਉੱਤੇ ਰੱਖ ਲਓ, ਇੱਕ ਪੂਰੀ ਕਿਤਾਬ ਡਾਇਨਾਸੌਰਸ ਵਗੈਰਾ ਜਿਹੜੀਆਂ ਉਹਦੀਆਂ ਕਾਰਟੂਨਸ ਵਗੈਰਾ ਤੇ ਰੱਖ ਲਓ। ਇੱਕ ਸ਼ੈਲਫ ਦੀਆਂ ਤੁਸੀਂ ਕਿਤਾਬਾਂ ਲਿਆ ਕੇ ਉਹਦੇ ਉੱਤੇ ਰੱਖ ਲਓ। ਉਹਨੂੰ ਕਹੋ ਵੀ ਜਿਹੜਾ ਤੇਰਾ ਜੀ ਕਰਦਾ ਬੇਟੇ ਇੱਕ ਕੱਢ ਕੇ ਪੜ੍ਹ ਲਿਆ ਕਰ। ਰੋਜ਼ ਪੜ੍ਹਨੀ ਆ 5-10 ਮਿੰਟ, 15 ਮਿੰਟ ਪੜ੍ਹ ਲੇਗਾ ਕਿ ਬਹੁਤ ਵਧੀਆ। ਤੇ ਜੇ ਉਹਨੂੰ ਆਦਤ ਪੈ ਗਈ, ਸੋ ਆਪਾਂ ਨੇ 6 ਸਾਲ ਦੇ ਬੱਚੇ ਨੂੰ ਕੀ ਕਰਨਾ? ਆਦਤ ਪਾਣੀ ਆ। ਜੇ ਹਰ ਰੋਜ਼ ਉਹ ਬੱਚਾ 5 ਮਿੰਟ ਕਿਤਾਬ ਕੱਢ ਕੇ ਬਹਿ ਜਾਵੇ, ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਉਹ PhD ਕਰ ਜੂਗਾ ਵੱਡਾ ਹੋ ਕੇ। ਗੱਲ ਇਹ ਨਹੀਂ ਗੀ ਕਿ ਉਹਨੇ ਅੱਧਾ ਘੰਟਾ ਪੜ੍ਹਨਾ, ਗੱਲ ਇਹ ਆ ਕਿ ਹਰ ਰੋਜ਼ ਉਹ ਬੱਚਾ ਕਿਤਾਬ ਪੜ੍ਹਦਾ, ਚਾਹੇ ਉਹ 1 ਮਿੰਟ ਹੀ ਪੜ੍ਹੇ, ਪਰ ਉਹਨੇ ਕੱਢੀ ਆ ਕਿਤਾਬ। ਬਸ ਆਹ ਚੀਜ਼ ਕਾਊਂਟ ਕਰਦੀ ਆ ਬੱਚੇ ਦੀ। ਸੋ ਤੁਸੀਂ ਉਹਨੂੰ ਪਲੀਜ਼ ਤੁਸੀਂ ਉਹਨੂੰ ਇਹੋ ਜਿਹੀਆਂ ਚੀਜ਼ਾਂ ਕਰਨ ਤੇ ਉਹਨੂੰ ਜ਼ਿੰਮੇਵਾਰੀ ਪਾਓ, ਉਹਨੂੰ ਡਿਸੀਜਨ ਮੇਕਿੰਗ ਦਿਓ। ਉਹ ਕਹਿੰਦਾ ਨਹੀਂ ਮੈਂ ਤਾਂ ਨੀਲੀ ਕਮੀਜ਼ ਦੇ ਨਾਲ ਲਾਲ ਪੈਂਟ ਪਾਣੀ ਆ, ਉਹਨੂੰ ਕਹਿ ਪਾ ਲਾ ਪੁੱਤ, ਪਾ ਲਾ। ਉਹ ਕਹਿੰਦਾ ਵੀ ਮੈਂ ਅੱਜ ਜਰਾਬਾਂ ਨਹੀਂ ਪਾਣੀਆਂ, ਉਹਨੂੰ ਕਹਿ ਕੇ ਨਾ ਪਾ। ਉਹ ਕਹਿੰਦਾ ਮੈਂ ਤਾਂ ਇਸੇ ਤਰ੍ਹਾਂ ਬਿਨਾਂ ਮੈਂ ਕੋਟ ਸਵਾਟਰ ਪਾਏ ਮੈਂ ਤਾਂ ਸਿਰਫ ਇੱਕ ਚਾਹਣਾ, ਤੇ ਮੈਂ ਸਕਾਰਫ ਨਹੀਂ ਲੈਣਾ, ਤੇ ਮੈਂ ਗਲਵ ਨਹੀਂ ਪਾਣੇ, ਉਹਨੂੰ ਕਹਿ ਕੇ ਨਾ ਪਾ, ਠੰਡ ਲੱਗੂਗੀ, ਪਾ ਲਈ, ਜੇਬ 'ਚ ਪਾ ਲਾ। ਤੁਸੀਂ ਉਹਨੂੰ ਡਿਸੀਜਨ ਮੇਕਿੰਗ ਕਰਨ ਦਿਓ। ਉਹਨੂੰ ਜ਼ਿੰਦਗੀ ਦੇ ਵਿੱਚ ਜਦੋਂ ਉਹਨੂੰ ਠੰਡ ਲੱਗੀ ਆਪੇ ਉਹਨੇ ਗਲਵ ਪਾ ਲਿਆ ਕਰਨੇ, ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ, ਪਰ ਉਹਨੂੰ ਕਰ ਲੈਣ ਦਿਓ ਇੱਕ ਵਾਰੀ। ਤੁਸੀਂ ਰੋਕੋ ਨਾ। ਇਹ ਨਹੀਂ ਕਹਿਣਾ ਵੀ ਉਹ ਬਾਹਰ ਠੰਡ ਬਹੁਤ ਆ, ਨਹੀਂ ਤੇਰੇ ਹੱਥ ਠਰ ਜਾਣਗੇ, ਤੂੰ ਗਲਵ ਪਾ ਲਾ। ਨਹੀਂ, ਉਹਨੂੰ ਕੁਛ ਨਾ ਕਹੋ। ਉਹਨੂੰ ਕਹੋ ਯਾਰ ਯੂ ਸ਼ੋਰ ਤੂੰ ਗਲਵ ਨਹੀਂ ਪਾਣੇ? ਉਹ ਕੋ ਨਹੀਂ ਕਹੇ ਚੱਲ ਆ ਫਿਰ ਬਾਹਰ ਚੱਲੀਏ ਆਪਾਂ। ਉਹਨੂੰ ਥੋੜੀ ਦੇਰ ਗੇੜਾ ਕਢਾ ਲਓ ਬਿਨਾਂ ਗਲਵ ਤੋਂ। ਉਹਨੂੰ ਕਹੋ ਕਿਵੇਂ ਹੱਥ ਤੇਰੇ ਠੀਕ ਠਾਕ ਆ? ਦੇਖਿਓ ਕਿਵੇਂ ਭੱਜਿਆ ਫਿਰਦਾ। ਆ ਕੇ ਉਹ ਕਹੂਗਾ ਨੋ ਮਮ I think I need to wear gloves। ਦੇਖਿਓ ਤੁਸੀਂ ਕਰਕੇ ਦੇਖ ਲਓ ਇੱਕ ਵਾਰੀ ਐਕਸਪੈਰੀਮੈਂਟ। ਅਸੀਂ ਤਾਂ ਕੀਤਾ ਹੋਇਆ। ਸਾਡਾ ਵੀ ਇੱਕ ਬੱਚਾ ਸੀਗਾ ਬਹੁਤ ਜਿੱਦੀ, ਉਹ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਗਲਵ ਪਾਣੇ, ਆਈ ਹੇਟ ਗਲਵਸ ਕਹਿੰਦਾ। ਮੈਂ ਕਿਹਾ ਜੀ ਚਲੋ, ਵਾਈਫ ਮੇਰੀ ਕਹਿੰਦੀ ਇਹਨੂੰ ਲੈ ਜਾਓ ਜਰਾ ਬਾਹਰ। ਮੈਂ ਜੀ ਉਂਗਲੀ ਲਾ ਲਈ ਤੇ ਗੇੜਾ ਕੱਢਣ ਗਿਆ। ਥੋੜੀ ਜਿਹੀ ਦੂਰ ਜਦੋਂ ਉਹਨੂੰ ਪਤਾ ਲੱਗਿਆ ਨਾ ਵੀ ਠੰਡ ਬਹੁਤ ਆ, ਕਹਿੰਦਾ ਡੈਡ, ਕਹਿੰਦਾ ਆਖੇ ਆਈ ਥਿੰਕ ਵੀ ਸ਼ੁੱਡ ਗੋ ਹੋਮ। ਮੈਂ ਕਿਹਾ ਚਲੋ ਵਾਪਸ। ਤੇ ਵਾਪਸ ਆ ਗਿਆ। ਮੈਂ ਕਿਹਾ ਕਿਵੇਂ ਆ? ਕਹਿੰਦਾ ਡੈਡ ਮਾਈ ਹੈਂਡਸ ਹਰਟ। ਮੈਂ ਕਿਹਾ ਕਾਤੇ? ਕਹਿੰਦਾ ਆਈ ਡੋਂਟ ਨੋ ਦੇ ਆਰ ਹਰਟਿੰਗ। ਮੈਂ ਕਿਹਾ ਓਕੇ ਫਿਰ ਲਿਆ। ਮੈਂ ਕਿਹਾ ਇਹਨੂੰ ਹੁਣ ਗਲਵ 'ਚ ਪਾਈਏ। ਲਿਆ ਗਲਵ 'ਚ ਪਾ ਕੇ ਹੱਥ ਉੱਥੋਂ ਦੇ ਰੱਬ ਕੀਤੇ। ਮੈਂ ਕਿਹਾ ਸੀ ਦੈਟ ਵਾਟ ਹੈਪਨਸ ਇਫ ਯੂ ਡੋਂਟ ਵੇਅਰ ਗਲਵਸ। ਮੁੜ ਕੇ ਅੱਜ ਤੱਕ ਉਸ ਬੱਚੇ ਨੇ ਇਹ ਨਹੀਂ ਹੋਇਆ ਕਿ ਉਹ ਸਰਦੀਆਂ ਹੋਣ ਤੇ ਉਹਦੇ ਜੇਬ 'ਚ ਗਲਵ ਨਾ ਹੋਣ, ਇਹ ਨਹੀਂ ਕਦੇ ਹੋਇਆ। ਪਰ ਅਸੀਂ ਉਹਨੂੰ ਟ੍ਰੇਨ ਕੀਤਾ। ਸੋ ਉਹਦੇ ਤੇ ਇਹ ਜ਼ਿੰਮੇਵਾਰੀਆਂ ਪਾ ਦਿਓ। ਉਹਨੂੰ ਨਹਾਣ ਦਿਓ, ਉਹਨੂੰ ਕੱਪੜੇ ਕਰਨ ਦਿਓ, ਉਹਨੂੰ ਕਹੋ ਵੀ ਤੂੰ ਦੱਸ ਕੀ ਖਾਣਾ। ਉਹਨੂੰ ਪੁੱਛ ਲਓ, ਉਹ ਕਹਿੰਦਾ ਜੀ ਮੈਂ ਕੁਝ ਵੀ ਨਹੀਂ ਖਾਣਾ, ਉਹਨੂੰ ਕਹੋ ਥੈਂਕ ਯੂ ਹੈਵ ਮੇਡ ਦ ਡਿਸੀਜਨ, ਹੁਣ ਆਪਾਂ 11 ਵਜੇ ਖਾਵਾਂਗੇ। ਉਹਨੂੰ ਅਲਾਓ ਕਰੋ ਆਪਣੇ ਡਿਸੀਜਨ ਕਰਨ ਦਾ। ਉਹਨੂੰ ਭੁੱਖ ਲੱਗ ਲੈਣ ਦਿਓ, ਤੜਫ ਲੈਣ ਦਿਓ। ਉਹਨੂੰ ਕਹੋ ਹੁਣ ਤੈਨੂੰ 11 ਵਜੇ ਮਿਲੂਗਾ, ਤਾਂ ਕਿ ਤੈਨੂੰ ਪਤਾ ਲੱਗੇ ਵੀ ਬ੍ਰੇਕਫਾਸਟ ਕਿਉਂ ਜ਼ਰੂਰੀ ਹੁੰਦਾ।
ਜੀ ਆਪਣੇ ਕੋਲ ਇੱਕ ਹੋਰ ਕੁਐਸਚਨ ਹੈ ਜੀ ਸਮਰਾ ਜੀ ਵੱਲੋਂ, ਕਹਿੰਦੇ ਆ ਕਿ 3 year old if we tell her to stop she start to cry, tell we have to pamper her and we feel neighbors must be listening to it and we feel bad. ਓਕੇ, ਸੋ ਪਹਿਲੀ ਚੀਜ਼ ਆ 3 ਸਾਲ ਦੇ ਬੱਚੇ ਨੂੰ ਤੁਸੀਂ ਨੋ ਨਾ ਕਹੋ। ਟੈਕਨੀਕ ਇਹ ਆ ਕਿ ਤੁਸੀਂ ਬੱਚੇ ਦੀ ਉਂਗਲੀ ਫੜੋ ਤੇ ਉਹਨੂੰ ਕਹੋ ਆ ਤੈਨੂੰ ਰੈੱਡ ਟਰੱਕ ਦਿਖਾਈਏ ਜਾਂ ਡੋਲ ਦਿਖਾਈਏ ਜਾਂ ਫਲਾਨਾ ਕਰੀਏ, ਉਹਦੀ ਅਟੈਂਸ਼ਨ ਡਿਵਰਟ ਕਰੋ ਜਿਹੜੀ ਚੀਜ਼ ਉਹ ਮਾੜੀ ਕਰ ਰਹੀ ਆ। ਤੁਸੀਂ ਉਹਨੂੰ ਨੋ ਨਾ ਕਹੋ। ਵੀ ਜੇ ਹੁਣ ਫਰਜ਼ ਕਰ ਲਓ ਉਹ ਇਲੈਕਟ੍ਰਿਕ ਆਊਟਲੈਟ ਨੂੰ ਟੱਚ ਕਰ ਰਹੀ ਆ, ਤੁਹਾਨੂੰ ਲੱਗਦਾ ਵੀ ਇਹ ਇਲੈਕਟ੍ਰੀਕਲ ਆਊਟਲੈਟ ਨੂੰ ਇਹਨੂੰ ਨਹੀਂ ਟੱਚ ਕਰਨਾ ਚਾਹੀਦਾ ਜਾਂ ਟੀਵੀ ਨੂੰ ਨਹੀਂ ਟੱਚ ਕਰਨਾ ਚਾਹੀਦਾ, ਤੇ ਉਹਦੇ ਕੋਲੇ ਜਾਓ, ਉਹਨੂੰ ਕਹੋ ਪੁੱਤ ਉਰਿਆ ਆਹ ਦੇਖ ਆਪਣੀ ਕਿੰਨੀ ਸੋਹਣੀ ਹੈਗੀ ਆ ਡੋਲ, ਆਹ ਦੇਖ ਕਿਵੇਂ ਕਿਸ ਤਰ੍ਹਾਂ ਦੀ ਆ, ਉਹਦੀ ਜਾਣੀ ਅਟੈਂਸ਼ਨ ਡਿਵਰਟ ਕਰਨ ਦੀ ਕੋਸ਼ਿਸ਼ ਕਰੋ। That would be a better technique rather than telling a 3-year-old, no, I told you, don't touch it. ਆ ਜਿਹੜਾ ਆਪਾਂ ਟੈਕਨੀਕਸ ਯੂਜ਼ ਕਰਦੇ ਆ, ਕਿਉਂਕਿ ਮੈਂ ਤੁਹਾਨੂੰ ਚੇਤਾ ਮੈਂ ਪਹਿਲਾਂ ਕਿਹਾ ਸੀਗਾ ਬੱਚੇ ਦਾ ਦਿਮਾਗ ਪ੍ਰੋਗਰਾਮਡ ਨਹੀਂਗਾ, ਇਨਕਲੂਡਿੰਗ ਆਪਣਾ ਦਿਮਾਗ ਵੀ ਪ੍ਰੋਗਰਾਮਡ ਨਹੀਂਗਾ ਨੋ ਲੈਣ ਵਾਸਤੇ। ਰੱਬ ਨੇ ਬਣਾਇਆ ਹੀ ਨਹੀਂਗਾ ਦਿਮਾਗ, ਇਹ ਨੋ ਲੈਂਦਾ ਹੀ ਨਹੀਂ ਦਿਮਾਗ। ਅਸੀਂ ਤਾਂ ਟ੍ਰੇਨ ਹੋਏ ਹੋਏ ਆ ਬਈ ਅਸੀਂ ਆਹ ਕੰਮ ਨਹੀਂ ਕਰਨਾ, ਕਿਉਂ? ਸਾਨੂੰ ਪਤਾ ਨੁਕਸਾਨ ਹੋ ਜੂ, ਲੇਕਿਨ ਬੱਚੇ ਨੂੰ ਤਾਂ ਪਤਾ ਹੀ ਨਹੀਂ ਨੁਕਸਾਨ ਹੋ ਜੂ, ਇਸ ਕਰਕੇ ਉਹਦਾ ਦਿਮਾਗ ਨੋ ਲੈਂਦਾ ਹੀ ਨਹੀਂ। ਸੋ ਤੁਸੀਂ ਨੋ ਨਾ ਕਹੋ, ਤੁਸੀਂ ਉਹਨੂੰ ਕਹੋ ਵੀ ਬੇਟੇ ਆਹ ਦੇਖ ਆਪਾਂ ਕੀ ਕਰਨਾ, ਆਹ ਦੇਖ ਆਪਾਂ ਬਾਹਰ ਦੇਖੀਏ, ਜਾਂ ਆਹ ਦੇਖ ਕੀ ਕਰਨਾ। ਤੁਸੀਂ ਉਹਦੀ ਅਟੈਂਸ਼ਨ ਡਿਵਰਟ ਕਰਨ ਦੀ ਕੋਸ਼ਿਸ਼ ਕਰੋ। 3 ਸਾਲ ਦੇ ਬੱਚੇ ਨਾਲ ਕੋਈ ਬਾਹਲੀ ਐਕਸਪਲੇਨੇਸ਼ਨ ਕਰਨ ਦੀ ਲੋੜ ਨਹੀਂ, ਹਜੇ ਨਹੀਂ ਉਹਦੀ ਹਜੇ ਕਨਸੈਪਚੁਅਲਾਈਜੇਸ਼ਨ ਹੀ ਨਹੀਂ ਹੋਈ। ਉਹਦੀ 5-6 ਸਾਲ ਦੇ ਬੱਚੇ ਦੀ ਕਨਸੈਪਚੁਅਲਾਈਜੇਸ਼ਨ ਸ਼ੁਰੂ ਹੁੰਦੀ ਆ, ਜਿਹਦੇ 'ਚ ਉਹਨੂੰ ਪਤਾ ਲੱਗਦਾ ਕਿ ਮੈਂ ਨਹੀਂ ਕਰਨਾ। ਹੁਣ ਜੇ ਉਹ ਬਹੁਤ ਸਾਰੀਆਂ ਚੀਜ਼ਾਂ ਛੇੜਦਾ 3 ਸਾਲ ਦਾ ਬੱਚਾ, ਜਾਣੀ ਉਹਨੇ ਕਦੇ ਆਪਣੀ ਟੈਲੀਵਿਜ਼ਨ ਨੂੰ ਹੱਥ ਲਾਤਾ, ਕਦੇ ਉਹਨੇ ਕੋਈ ਤੁਹਾਡੀ ਕੋਈ ਫੋਟੋ ਪਈ ਆ ਉਹਨੂੰ ਚੱਕ ਕੇ ਛੇੜਤਾ, ਕਦੇ ਕਿਚਨ 'ਚ ਜਾ ਕੇ ਕੁਝ ਕੱਢ ਕੁੱਢ ਕੇ ਕਰਤਾ, ਤੇ ਤੁਸੀਂ ਉਹਨੂੰ ਨਾ ਕਰ ਲੈਣ ਦਿਓ, ਉਹਦੇ ਨਾਲ ਤੁਸੀਂ ਖੜ ਜਾਓ, ਉਹਨੂੰ ਸਾਰੀਆਂ ਚੀਜ਼ਾਂ ਟੱਚ ਕਰ ਲੈਣ ਦਿਓ। ਔਰ ਬੱਚੇ ਦੀ 3 ਸਾਲ ਦੇ ਬੱਚੇ ਦੀ 15 ਸੈਕਿੰਡ ਦੇ ਕਰੀਬ ਅਟੈਂਸ਼ਨ ਸਪੈਨ ਹੁੰਦਾ, 15 ਸੈਕਿੰਡ 'ਚ ਉਹਨੇ ਬੋਰ ਹੋ ਜਾਣਾ ਉਸ ਚੀਜ਼ ਤੋਂ। ਉਸ ਤੋਂ ਬਾਅਦ ਉਹਨੂੰ ਕੋਈ ਨਵੀਂ ਚੀਜ਼ ਚਾਹੀਦੀ ਆ, ਫਿਰ ਉਹਨੇ ਨਵੀਂ ਚੀਜ਼ ਨੂੰ ਟੱਚ ਕਰਨਾ, ਫਿਰ ਉਹਨੂੰ 15 ਸਕਿੰਟ ਉਹ ਟੱਚ ਕਰ ਲੈਣ ਦਿਓ। ਉਸ ਤੋਂ ਬਾਅਦ ਫਿਰ ਤੁਸੀਂ ਕੋਈ ਹੋਰ ਚੀਜ਼ ਕੋਲੇ ਚਲੇ ਜਾਓ, ਫਿਰ ਉਹਨੂੰ 15 ਸਕਿੰਟ ਹੋਰ ਟੱਚ ਕਰਨ ਦਿਓ। ਉਹਦਾ 1 ਘੰਟੇ 'ਚ ਉਹ ਚੱਕਰ ਲਵਾ ਕੇ ਉਹਦੀ ਇੱਕ ਕਿਸਮ ਦੀ ਉਹ ਅੱਕ ਜੂਗੀ, ਮੁੜ ਕੇ ਨਹੀਂ ਉਹਨੇ ਟੱਚ ਕਰਨਾ, ਕਿਉਂਕਿ ਉਹਨੂੰ ਪਤਾ ਵੀ ਇਹਦੇ 'ਚ ਕੋਈ ਕਿਉਰਿਓਸਿਟੀ ਨਹੀਂ ਗੀ। ਮੇਰੇ ਪੇਰੈਂਟਸ ਨੇ ਮੈਨੂੰ ਅਲਾਓ ਕਰਤਾ, ਪਰ ਜਦੋਂ ਤੁਸੀਂ ਨੋ ਕਰ ਦਿੰਦੇ ਹੋ ਬਸ ਫਿਰ ਉਸ ਬੱਚੇ ਦੀ ਕਿਉਰਿਓਸਿਟੀ ਵੱਧਦੀ ਆ, ਤਾਂ ਫਿਰ ਉਹ ਜ਼ਿਆਦੇ ਜਾ ਕੇ ਚੱਕ ਕਰਦਾ। ਸੋ ਤੁਸੀਂ ਉਹਨੂੰ ਨੋ ਨਾ ਕਹੋ, ਤੁਸੀਂ ਉਹਨੂੰ ਸਗੋਂ ਡਾਇਵਰਟ ਕਰੋ। ਉਹਨੂੰ ਕਹੋ ਵੀ ਅੱਜ ਆਪਾਂ ਖੇਲੀਏ, ਆ ਲੈ ਮਾਰਕਰ ਤੇ ਆਪਾਂ ਹੁਣ ਨਾ ਤੇਰੇ ਹੱਥ ਦਾ ਇੱਥੇ ਪ੍ਰਿੰਟ ਬਣਾਣੇ ਆ ਪੇਪਰ ਤੇ ਫਿਰ ਉਹਨੂੰ ਆਪਾਂ ਕਲਰ ਕਰਾਂਗੇ। ਇਸ ਤਰ੍ਹਾਂ ਦੀਆਂ ਚੀਜ਼ਾਂ ਕਰੋ, ਜਾਂ ਲੈਗੋ ਲੈ ਆਓ, ਜਾਂ ਤੁਸੀਂ ਪਲੇਡੋ ਲੈ ਆਓ, ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਲਿਆਓ ਜਿਹਦੇ ਵਿੱਚ ਉਹਨੂੰ ਤੁਸੀਂ ਜਿਹੜੀ ਉਹ ਲਾਈਕ ਕਰਦੀ ਆ ਤੇ ਉਸ ਦੇ ਕੰਪੈਰੀਜ਼ਨ ਤੁਸੀਂ ਉਹਨੂੰ ਉਹਦੇ ਵਿੱਚ ਕਰੋ, ਨਾ ਕਿ ਤੁਸੀਂ ਉਹਨੂੰ ਇਹ ਕਹੋ ਕਿ ਨੋ ਆ ਨਹੀਂ ਕਰਨਾ। ਆ ਮੇਰੀ ਰਿਕਮੈਂਡੇਸ਼ਨ ਆ ਕਿ ਤੁਹਾਨੂੰ ਇਹ ਕਰਨ ਦੇ ਵਿੱਚ ਫਾਇਦਾ ਹੋਊਗਾ। So we have one more question. Harinder ji ਦਾ question ਹੈ ਕਿ my 9-year-old daughter want to read book all the time while eating food or just sitting with us, like Harry Potter books or stories. Is that okay? And how can I make my kid to speak Punjabi at home? She just speak to English at home all the time. There are 2 questions. ਜੀ, ਸੋ ਪਹਿਲੀ ਤਾਂ ਇਹ ਹੈਗੀ ਆ ਕਿ ਜਿਹੜਾ ਬੱਚਾ ਬੁੱਕ ਪੜ੍ਹਦਾ, ਤੁਸੀਂ ਉਹਦੀ ਬੁੱਕ ਪੜ੍ਹਨ ਨੂੰ ਡਿਸਕਰੇਜ ਨਾ ਕਰੋ। ਤੁਸੀਂ ਉਹਨੂੰ ਇਹ ਨਾ ਕਹੋ ਵੀ ਨਹੀਂ ਰੋਟੀ ਖਾਂਦੇ ਨਹੀਂ ਬੁੱਕ ਪੜ੍ਹੀ ਦੀ, ਇਹ ਨਾ ਹੋਵੇ ਉਹ ਬੁੱਕ ਪੜ੍ਹਨੋਂ ਹੀ ਹਟ ਜਾਵੇ। ਇਹ ਨਹੀਂ ਕਰਨਾ। ਆਪਾਂ ਨੇ ਕਰਨਾ ਕੀ ਆ ਕਿ ਆਪਾਂ ਨੇ ਉਹਨੂੰ ਕਹਿਣਾ ਕਿ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ। ਆਪਾਂ ਬਰਸ਼ ਕਰਦੇ ਆਪਾਂ ਬੁੱਕ ਨਹੀਂ ਪੜ੍ਹ ਸਕਦੇ, ਆਪਾਂ ਨਹਾਉਣ ਲੱਗੇ ਬੁੱਕ ਨਹੀਂ ਪੜ੍ਹ ਸਕਦੇ, ਬੁੱਕ ਗਿੱਲੀ ਹੋ ਜੂ। ਸੋ ਹਰ ਇੱਕ ਚੀਜ਼ ਦਾ ਇੱਕ ਟਾਈਮ ਆ। ਰੋਟੀ ਖਾਣੀ ਵੀ ਇੱਕ ਟਾਈਮ ਆ, ਇੱਕ ਐਕਟੀਵਿਟੀ ਆ, ਉਸ ਨੂੰ ਇੰਜੋਏ ਕਰਨਾ। ਰੋਟੀ ਨੂੰ ਕਹਿ ਇੰਜੋਏ ਕਰੀਦਾ, ਜੇ ਆਪਾਂ ਨਹਾਣਾ ਤਾਂ ਨਹਾਉਣ ਨੂੰ ਇੰਜੋਏ ਕਰੀਦਾ।
ਹਰ ਇੱਕ ਚੀਜ਼ ਦਾ ਇੱਕ ਪਾਰਟਿਕੂਲਰ ਟਾਈਮ ਹੁੰਦਾ। ਜੇ ਆਪਾਂ ਬੁੱਕ ਪੜ੍ਹਨੀ ਆ, ਆਪਾਂ ਇੱਕ ਸੋਫੇ ਤੇ ਬੈਠ ਕੇ ਜਾਂ ਕੋਈ ਕੁਰਸੀ ਤੇ ਬੈਠ ਕੇ ਜਾਂ ਕਿਸੇ ਚੀਜ਼ ਤੇ ਬੈਠ ਕੇ ਆਨੰਦ ਨਾਲ ਬੈਠਣਾ। ਫਿਰ ਆਪਾਂ ਇੱਕ ਬੁੱਕ ਲੈਣੀ ਆ, ਬੁੱਕ ਦੇ ਵਿੱਚ ਜਿਹੜੇ ਤੈਨੂੰ ਅੱਖਰ ਨਹੀਂ ਚੰਗੇ ਲੱਗੇ ਜਾਂ ਸਮਝ ਨਹੀਂ ਆਏ ਉਹ ਤੂੰ ਲਿਖਣੇ ਆ, ਉਹਨੂੰ ਕਰਨਾ। ਸੋ ਇੱਕ ਹੁੰਦਾ ਕਿ ਤੂੰ ਪੜ੍ਹੀ ਜਾਣਾ, ਇੱਕ ਹੈਗਾ ਪੜ੍ਹਨਾ, ਔਰ ਜਿਹੜੀ ਚੀਜ਼ ਨਹੀਂ ਆਈ ਉਹਨੂੰ ਆਪਾਂ ਲਿਖ ਕੇ ਤੇ ਉਹਦੀ ਆਪਾਂ ਐਕਸਪਲੇਨੇਸ਼ਨ ਲੱਭਣੀ। ਉਹ ਕਹਿ ਤੂੰ ਕਰ ਜਿਹਦੇ ਨਾਲ ਕਿ ਤੇਰਾ ਮਾਈਂਡ ਜਿਹੜਾ ਹੈਗਾ ਉਹ ਬਰੋਡ ਹੋਵੇ ਤੇ ਉਹ ਕਰੇ। ਸੋ ਰਾਈਟ ਨਾਓ ਕੀ ਹੋ ਰਿਹਾ ਕਿ ਬੱਚੇ ਦਾ ਜਿਹੜਾ 9 ਈਅਰ ਓਲਡ ਆ, ਉਹਨੂੰ ਇੱਕ ਕਿਸਮ ਦੀ ਡ੍ਰੀਮ ਦੇ ਵਿੱਚ ਜਾਨੀ ਫਿਕਸ਼ਨਲ ਰਿਐਲਿਟੀ ਦੇ ਵਿੱਚ ਜਿਉਣਾ ਬੜਾ ਚੰਗਾ ਲੱਗਦਾ, ਕਿਉਂਕਿ ਜਿਹੜੀਆਂ ਸਟੋਰੀਆਂ ਹੈਰੀ ਪੋਟਰ ਦੀਆਂ ਉਹ ਬਹੁਤ ਵਧੀਆ, ਉਹਦੇ 'ਚ ਉਹਦੀ ਜਿਹੜੀ ਡ੍ਰੀਮ ਦਾ ਕਨਸੈਪਟ ਆ ਉਹ ਬਹੁਤ ਵਧੀਆ, ਔਰ ਉਹ ਚੰਗਾ ਵੀ ਬਹੁਤ ਆ। ਇਟਸ ਗੁੱਡ। ਇਸੇ ਕਰਕੇ ਪੁਰਾਣੇ ਜ਼ਮਾਨੇ ਦੇ ਵਿੱਚ ਬਾਤਾਂ ਪਾਉਂਦੇ ਸੀ ਬੱਚਿਆਂ ਨੂੰ ਆਪਣੇ ਬਜ਼ੁਰਗ, ਤੇ ਆਪਾਂ ਵੀ ਉਹੀ ਬਾਤ ਨੂੰ ਭਾਵੇਂ 10 ਵਾਰੀ ਆਪਾਂ ਸੁਣੀਏ, ਆਪਾਂ ਕਦੇ ਬੋਰ ਨਹੀਂ ਹੋਏ, ਕਿਉਂਕਿ ਬਜ਼ੁਰਗਾਂ ਦੇ ਕੋਲੇ ਆਰਟ ਸੀਗਾ ਕਿ ਉਹਨਾਂ ਨੇ ਇਹ ਬਾਤਾਂ ਪਾਣੀਆਂ ਸੀ। ਹੁਣ ਕਿਉਂਕਿ ਆਪਣੇ ਕੋਲੇ ਉਹ ਆਰਟ ਖਤਮ ਹੋ ਗਿਆ, ਤਾਂ ਹੁਣ ਉਹਨਾਂ ਕੋਲੇ ਇਹ ਬੁੱਕਸ ਆ ਹੈਰੀ ਪੋਟਰ ਵਗੈਰਾ ਦੀਆਂ। ਸੋ ਤੁਸੀਂ ਉਹਨੂੰ ਇਹ ਕਹਿ ਸਕਦੇ ਹੋ ਵੀ ਬੇਟੇ ਬਿਲਕੁਲ ਤੂੰ ਪੜ੍ਹਿਆ ਕਰ, ਜਦੋਂ ਮਰਜੀ ਪੜ੍ਹ ਲਾ, ਕਾਰ 'ਚ ਪਿੱਛੇ ਬੈਠ ਕੇ ਪੜ੍ਹ ਲਾ, ਜਦੋਂ ਮਰਜੀ ਪੜ੍ਹ, ਪਰ ਇੱਕ ਟਾਈਮ ਤੇ ਤੂੰ ਥੋੜਾ ਜਿਹਾ ਆਪਣੇ ਆਪ ਨੂੰ ਚੇਂਜ ਕਰ ਲਾ। ਉਹ ਹੈਗਾ ਵੀ ਰੋਟੀ ਖਾਣ ਲੱਗੇ ਆਪਾਂ ਥੋੜਾ ਜਿਹਾ ਆਪਾਂ ਆਪਸ ਵਿੱਚ ਗੱਲ ਕਰਕੇ ਤੇ ਆਨੰਦਿਤ ਹੋ ਕੇ ਤੇ ਆਪਾਂ ਉਹ ਕਰਨਾ ਵੀ ਦਿਸ ਇਜ਼ ਵਾਟ ਇਜ਼ ਗੋਨਾ ਡੂ। ਵੀ ਜਿਸ ਤਰ੍ਹਾਂ ਤੂੰ ਨਹਾਉਣ ਲੱਗੀ ਬੁੱਕ ਨਹੀਂ ਲਿਜਾ ਸਕਦੀ, ਬ੍ਰਸ਼ ਕਰਨ ਲੱਗੀ ਬੁੱਕ ਨਹੀਂ ਲਿਜਾ ਸਕਦੀ, ਉਸੇ ਤਰ੍ਹਾਂ ਹੀ ਇਟਸ ਨਾਟ ਗੁੱਡ ਫਾਰ ਯੂ ਟੂ। ਸੋ ਇਹ ਤਾਂ ਇੱਕ ਸੀਗਾ ਜਾਨੀ ਪੜ੍ਹਨ ਦਾ एनवायरनमेंट क्रिएट करनी, ताकि उन्होंने मतलब कि खास टाइम ते वो पढ़े, खास टाइम ते ये मतलब की चीज़ सी। और दूसरा मैं थोड़ा क्योंकि लिखिया नहीं सीगा, मैनू नरलेप जी थोनू चेता इन्हां दा एक होर भी क्वेश्चन सीगा, एक तां बुक दे रिलेटेड सी, दूजा मैनू हुण याद नहीं की सीगा क्वेश्चन। ਉਹ ਸੀਗਾ ਕਿ ਬੱਚੇ ਆਲ ਦਾ ਟਾਈਮ ਘਰੇ ਇੰਗਲਿਸ਼ ਬੋਲਦੇ ਹੈਗੇ ਆ ਤੇ ਪੰਜਾਬੀ ਕਿਵੇਂ ਬੋਲਣ ਲੱਗੇ। ਆਪਣੇ ਕੋਲ ਬਹੁਤ ਸਾਰੇ ਕੁਐਸਚਨ ਹੈਗੇ ਆ, ਪਲੀਜ਼ ਸਾਰੇ ਜਿਹੜੇ ਕੁਐਸਚਨ ਦੇ ਆਪਾਂ ਆਨਸਰ ਦੇਣੇ ਹੈਗੇ, ਸਵੀਟ ਐਂਡ ਸ਼ਾਰਟ ਰੱਖਿਓ। ਓਕੇ ਠੀਕ ਆ ਜੀ। ਸੋ ਪੰਜਾਬੀ ਬੋਲਣ ਵਾਸਤੇ ਮੇਰਾ ਜਿੱਦਾਂ ਖਿਆਲ ਆ, ਘਰ ਦਾ ਵਾਤਾਵਰਣ ਤੇ ਮਾਹੌਲ ਪੰਜਾਬੀ ਹੋਣਾ ਚਾਹੀਦਾ। ਸੋ ਉਹਦੇ ਵਿੱਚ ਆਪਾਂ ਜਦੋਂ ਬੱਚਾ ਜੇ ਇੰਗਲਿਸ਼ ਵੀ ਜਵਾਬ ਦਿੰਦਾ, ਤੁਸੀਂ ਅਗਰ ਉਹਨੂੰ ਪੰਜਾਬੀ ਦੇ ਵਿੱਚ ਬੋਲੋਗੇ ਤਾਂ ਗ੍ਰੈਜੂਅਲੀ ਇਹ ਤਾਂ ਇੱਕ ਚੀਜ਼ ਆ। ਸੈਕੰਡ ਚੀਜ਼ ਆ ਕਿ ਜਿਹੜੇ ਪੰਜਾਬੀ ਦੇ ਕਾਰਟੂਨ ਆ, ਜਿਵੇਂ 4 ਸਾਹਿਬਜ਼ਾਦੇ, ਉਹ ਪੰਜਾਬੀ 'ਚ, ਮੇਰਾ ਖਿਆਲ 'ਚ ਉਹ ਪੰਜਾਬੀ 'ਚ ਆ, ਇਫ ਆਈ ਐਮ ਨਾਟ ਮਿਸਟੇਕਨ। ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ ਨਾ ਪਤਾ ਹੋਵੇ, ਪਰ ਜਿਹੜੇ ਪੰਜਾਬੀ ਦੀਆਂ ਜਿਹੜੇ ਕਾਰਟੂਨ ਆ ਜਿਹੜੇ ਇੰਡੀਆ ਦੇ ਵਿੱਚ ਦਿਖਾਏ ਜਾਂਦੇ ਆ, ਉਹਨਾਂ ਨੂੰ ਡਬਿੰਗ ਕੀਤੀ ਹੁੰਦੀ ਆ ਜਾਂ ਉਹ ਪੰਜਾਬੀ 'ਚ ਬਣਦੇ ਆ, ਉਹ ਤੁਸੀਂ ਅੱਜ ਕੱਲ੍ਹ YouTube ਤੇ ਜਾ ਕੇ ਤੁਸੀਂ ਉਹ ਦੇਖ ਸਕਦੇ ਹੋ, ਕਿਉਂਕਿ ਬੱਚੇ ਨੇ ਉਹ ਚੀਜ਼ ਹੀ ਦੇਖਣੀ ਆ ਜਿਹੜੀ ਉਹਦੀ ਉਮਰ ਦੀ ਆ ਤੇ ਜਿਹੜੀ ਉਹਦੇ ਨਾਲ ਆ। ਸੋ ਦੈਟ ਇਜ਼ ਸਮਥਿੰਗ ਦੈਟ ਤੁਸੀਂ ਉਹ ਥੋੜ੍ਹੀ ਜਿਹੀ ਐਕਸਪੈਰੀਮੈਂਟੇਸ਼ਨ ਕਰ ਸਕਦੇ ਹੋ। ਦੂਸਰੀ ਹੈਗੀ ਆ ਕਿ ਪੰਜਾਬੀ ਕੋਈ ਵੀ ਲੈਂਗੁਏਜ ਆ, ਜੇ ਘਰ ਦੇ ਵਿੱਚ ਤੁਹਾਡੇ ਗੈਸਟ ਆਉਂਦੇ ਆ ਜਾਂ ਕੋਈ ਵਿਦਵਾਨ ਹੈਗੇ ਆ ਤੁਹਾਡੀ ਫੈਮਿਲੀ ਦੇ ਵਿੱਚ, ਉਹਨਾਂ ਦੀ ਡਿਸਕਸ਼ਨਸ ਦੇ ਵਿੱਚ ਪੰਜਾਬੀ ਦੇ ਵਿੱਚ ਇਸ ਬੱਚੇ ਨੂੰ ਕੋਲੇ ਬਿਠਾ ਕੇ ਤੇ ਕੋਈ ਨਾ ਕੋਈ ਇੰਟਰਸਟਿੰਗ ਟੌਪਿਕ ਤੇ ਗੱਲ ਛੇੜੀ ਜਾਵੇ, ਜਿਹੜਾ ਕਿ ਉਹ ਵਿਦਵਾਨ ਆਨਸਰ ਕਰਨ। ਮਿਸਾਲ ਦੇ ਤੌਰ ਤੇ ਕਿ ਜਿਹੜਾ ਬੱਚਾ ਮਲਟੀਪਲ ਲੈਂਗੁਏਜਿਸ ਨੂੰ ਐਕਸਪੋਜ਼ ਹੁੰਦਾ, ਉਹਦੀ ਪ੍ਰੋਬਲਮ ਸੋਲਵਿੰਗ ਐਬਿਲਿਟੀ ਵੀ ਮਲਟੀ ਡਿਮੈਂਸ਼ਨਲ ਹੁੰਦੀ ਆ, ਕਿਉਂਕਿ ਉਹਨੂੰ ਦਿਮਾਗ ਦੇ ਬਹੁਤ ਸਾਰੇ ਹਿੱਸੇ ਯੂਜ਼ ਕਰਨੇ ਪੈਂਦੇ ਆ। ਸੋ ਪੰਜਾਬੀ ਵਾਲਾ ਦਿਮਾਗ ਪੰਜਾਬੀ ਵਾਲੇ 'ਚ ਕਰਦਾ, ਇੰਗਲਿਸ਼ ਵਾਲਾ ਇੰਗਲਿਸ਼ ਵਾਲੇ 'ਚ ਕਰਦਾ। ਹੁਣ ਕਈ ਵਾਰੀ ਜਦੋਂ ਆਪਾਂ ਕੋਈ ਚੀਜ਼ ਸੋਚਦੇ ਹਾਂ ਜਾਂ ਬੋਲਣੀ ਹੁੰਦੀ ਆ, ਜਿਨ੍ਹਾਂ ਦੀ ਇੰਗਲਿਸ਼ ਸੈਕੰਡ ਲੈਂਗੁਏਜ ਆ, ਮਦਰ ਟੰਗ ਪੰਜਾਬੀ ਆ, ਉਹ ਪਹਿਲਾਂ ਪੰਜਾਬੀ 'ਚ ਸੋਚਦੇ ਆ, ਫਿਰ ਉਹਦੀ ਇੰਗਲਿਸ਼ ਬਣਾਉਂਦੇ ਆ। ਤਾਂ ਜੇ ਜਿਨ੍ਹਾਂ ਦੀ ਪੰਜਾਬੀ ਵੀ ਉਨੀ ਸੀਗੀ ਜਿੰਨੀ ਇੰਗਲਿਸ਼ ਸੀ, ਉਹ ਫਿਰ ਸਾਈਮਲਟੇਨੀਅਸਲੀ ਕਰ ਸਕਦੇ ਆ, ਰਾਈਟ। ਸੋ ਉਸ ਸੈਂਸ ਦੇ ਵਿੱਚ ਤੁਸੀਂ ਪੰਜਾਬੀ ਦੀ ਇੰਪੋਰਟੈਂਸ ਉਸ ਬੱਚੇ ਨੂੰ ਦੱਸਣੀ ਬੜੀ ਜ਼ਰੂਰੀ ਹੈ, ਜਿਹੜੀ ਕਿ ਉਹਨੂੰ ਹਜੇ ਲੱਗਦੀ ਨਹੀਂ ਬਈ ਮੈਂ ਪੰਜਾਬੀ ਤੋਂ ਕਰਨਾ ਕੀ ਆ ਕੈਨੇਡਾ ਦੇ ਵਿੱਚ। ਜਦੋਂ ਕਿ ਇਹ ਕੰਟਰੀ ਦੇ ਵਿੱਚ ਸਕੂਲ ਜਾਨੀ ਆ ਮੈਂ ਤਾਂ ਉੱਥੇ ਇੰਗਲਿਸ਼ ਆ, ਮੇਰੇ ਸਾਰੇ ਦੋਸਤ ਇੰਗਲਿਸ਼ ਬੋਲਦੇ ਆ ਤੇ ਮੇਰੇ ਪੇਰੈਂਟਸ ਇੰਗਲਿਸ਼ ਬੋਲਦੇ ਆ, ਇਹ ਜਦੋਂ ਕੰਮ ਤੇ ਜਾਂਦੇ ਆ ਉਦੋਂ ਇੰਗਲਿਸ਼ ਬੋਲਦੇ ਆ, ਨਿਊਜ਼ ਇੰਗਲਿਸ਼ 'ਚ ਆ, ਕਾਰਟੂਨ ਇੰਗਲਿਸ਼ 'ਚ ਆ, ਤੇ ਮੈਂ ਪੰਜਾਬੀ ਤੋਂ ਕਰਨਾ ਵੀ ਕੀ ਆ। ਸੋ ਇਸ ਚੀਜ਼ ਨੂੰ ਤੁਸੀਂ ਦੇਖਣਾ ਕਿ ਪੰਜਾਬੀ ਨੂੰ ਕੀ ਕਰਨਾ ਤੇ ਉਹਦੀ ਇੰਪੋਰਟੈਂਸ ਕਿਹੜੀ ਚੀਜ਼ ਆ। ਉਸ ਚੀਜ਼ ਨੂੰ ਆਪਾਂ ਨੂੰ ਜਿਹੜੀ ਹਿਸਟੋਰੀਕਲ ਜਿਹੜੀਆਂ ਚੀਜ਼ਾਂ ਜਾਂ ਕਿਸੇ
मतलब कि मैं किस तरीके नाल अपनी कीती सी, मैं तुहानूं दस दिना कि साडे ਜਿਹੜੇ ਐਬਰੀਜਨਲ ਐਲਡਰਸ ਆ, ਜਿਹੜੇ ਆਪਣੇ ਜਿੱਥੇ ਵੀ ਤੁਸੀਂ ਰਹਿੰਦੇ ਹੋ, ਉੱਥੋਂ ਦਾ ਕੋਈ ਐਬਰੀਜਨਲ ਐਲਡਰ ਲਿਆਓ ਸਮਰ ਦੇ ਵਿੱਚ। ਜੇ ਹੁਣ ਕੋਵਿਡ ਖਤਮ ਹੋ ਗਿਆ ਤਾਂ ਤੁਸੀਂ ਉਹਨਾਂ ਦੇ ਸਮਰ ਦੇ ਵਿੱਚ ਉਹਨਾਂ ਦੇ ਕਿਸੇ ਐਲਡਰ ਨੂੰ ਲਿਜਾ ਕੇ ਤੇ ਇਹ ਬੱਚੇ ਨੂੰ ਨਾਲ ਲੈ ਜਾਓ, ਤੇ ਉਹ ਐਲਡਰ ਉਹਨਾਂ ਨੂੰ ਦੱਸੇ ਵੀ ਕਿਉਂਕਿ ਗੋਰਿਆਂ ਨੇ ਸਾਡੀ ਜ਼ੁਬਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਬਹੁਤ ਹੱਦ ਤੱਕ ਸਕਸੈਸ ਹੋ ਗਏ, ਅਸੀਂ ਕਿਵੇਂ ਫੀਲ ਕਰਦੇ ਹਾਂ ਜਦੋਂ ਅਸੀਂ ਆਪਣੀ ਲੈਂਗੁਏਜ ਨੂੰ ਨਹੀਂ ਬੋਲ ਸਕੇ। ਤੇ ਜਦੋਂ ਕੋਈ ਦੂਸਰਾ ਬੰਦਾ ਇਹ ਸਮਝਾਉਂਦਾ ਕਿ ਸਾਡੀ ਲੈਂਗੁਏਜ ਕਿਉਂ ਇੰਪੋਰਟੈਂਟ ਆ, ਫਿਰ ਤੁਹਾਨੂੰ ਸਮਝ ਆ ਜਾਂਦੀ ਹੈ ਬੜੀ ਸੋਹਣੀ। ਨੰਬਰ 1। ਨੰਬਰ 2, ਜਦੋਂ ਇਹ ਕੋਵਿਡ ਖਤਮ ਹੋ ਗਿਆ, ਜਦੋਂ ਵੀ ਮਤਲਬ ਕਿ ਖਤਮ ਹੋਇਆ, ਉਦੋਂ ਇਹ ਇੰਪੋਰਟੈਂਟ ਆ ਕਿ ਜਿਹੜੇ ਬੱਚੇ ਦੀ ਤੁਹਾਡੀ ਪਰਸਨੈਲਿਟੀ ਆ, ਉਸ ਹਿਸਾਬ ਨਾਲ ਇਹਨੂੰ ਆਪਣਾ ਪਿੰਡ, ਆਪਣਾ ਇੰਡੀਆ, ਆਪਣਾ ਉਹ ਮੁਲਕ ਇਹਨੂੰ ਦਿਖਾਉਣਾ ਚਾਹੀਦਾ ਵੀ ਉੱਥੇ ਜਿਹੜੇ ਸਾਡਾ ਜਿਹੜਾ ਵਿਰਸਾ, ਜਿੱਥੋਂ ਅਸੀਂ ਆਏ ਹਾਂ, ਅਸੀਂ ਇੱਥੋਂ ਆਏ ਹਾਂ। ਕੁਛ ਮੇਰਾ ਖਿਆਲ 'ਚ ਇੱਕ ਪ੍ਰੋਜੈਕਟ ਸੀਗਾ ਮੇਰੀ ਕੋਲੀਗ ਨੇ ਕੀਤਾ, ਉਹ ਇੱਥੋਂ ਦੀ ਐਗਜ਼ੈਕਟਿਵ ਡਾਇਰੈਕਟਰ ਆ ਇੱਕ ਆਰਗੇਨਾਈਜੇਸ਼ਨ ਦੀ, ਉਹਨੇ ਇੱਕ ਪ੍ਰੋਜੈਕਟ ਕੀਤਾ ਸੀ। ਉਹਨੇ ਕੁਛ ਬਲੈਕ ਯੂਥ ਨੂੰ ਅਫਰੀਕਾ ਭੇਜਿਆ ਤੇ ਅਫਰੀਕਾ ਦੇ ਉਹ ਜਿਹੜੇ ਸੀਗੇ ਪਿੰਡਾਂ 'ਚ ਜਾ ਕੇ ਉਹ ਰਹੇ, ਤਾਂ ਜਿਹੜੇ ਅਫਰੀਕਨ ਸੀ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਜਿਹੜਾ ਮੇਰਾ ਬਜ਼ੁਰਗ ਦੱਸਦਾ ਸੀਗਾ ਕਿ ਅੱਜ ਤੋਂ ਉਹਨਾਂ ਦੇ ਬਜ਼ੁਰਗ ਤੇ ਉਹਨਾਂ ਦੇ ਬਜ਼ੁਰਗ ਤੇ ਉਹਨਾਂ ਦੇ ਬਜ਼ੁਰਗਾਂ ਨੇ ਸਾਨੂੰ ਟਰਾਂਸਫਰ ਕੀਤਾ ਕਿ ਕੁਛ ਐਸੇ ਗੋਰੇ ਸੀਗੇ ਜਿਨ੍ਹਾਂ ਨੇ ਸਾਡੇ ਬ੍ਰਦਰਸ ਸਿਸਟਰਸ ਨੂੰ ਪਕੜ ਕੇ ਅਮਰੀਕਾ ਵਗੈਰਾ ਲੈ ਗਏ। ਸੋ ਜਦੋਂ ਇਹਨਾਂ ਨੇ ਉਹ ਚੀਜ਼ਾਂ ਦੇਖੀਆਂ, ਸੁਣੀਆਂ, ਮਹਿਸੂਸ ਕੀਤੀਆਂ, ਤਾਂ ਇਹਨਾਂ ਦੇ ਬੱਚੇ ਜਿਹੜੇ ਬਲੈਕ ਕਮਿਊਨਿਟੀ ਦੇ ਟੀਨੇਜਰ ਸੀ, ਜਿਹੜੇ ਟੋਰਾਂਟੋ ਦੇ ਜੰਪਾਲ ਸੀ, ਉਹਨਾਂ ਨੂੰ ਬੜਾ ਚੰਗਾ ਲੱਗਿਆ ਅਫਰੀਕਾ ਦੇ ਨਾਲ ਅਫਰੀਕਨ ਡਰੈਸ ਕਰਨਾ, ਅਫਰੀਕਨ ਲੈਂਗੁਏਜਾਂ ਸਿੱਖਣੀਆਂ, ਅਫਰੀਕਨ ਹਿਸਟਰੀ ਦੇ ਬਾਰੇ ਜਾਣਨਾ, ਤੇ ਅਫਰੀਕਾ ਦੇ ਨਾਲ ਉਹਨਾਂ ਦਾ ਜ਼ਿਆਦਾ ਤਾਲਮੇਲ ਹੋ ਗਿਆ। ਸੋ ਆਪਾਂ ਵੀ ਇਹੀ ਚੀਜ਼ਾਂ ਕਰ ਸਕਦੇ ਹਾਂ। ਜੂਇਸ਼ ਕਮਿਊਨਿਟੀ ਦੇ ਵਿੱਚ ਬਹੁਤ ਆ ਕਿ ਉਹਨਾਂ ਦੇ ਇੱਕ ਫੰਡ ਆ ਕਿ ਹਰ ਇੱਕ ਬੱਚਾ ਜਿਹੜਾ ਇਜ਼ਰਾਈਲ ਜਾਣਾ ਚਾਹੁੰਦਾ ਉਹਨੂੰ ਫ੍ਰੀ ਇਜ਼ਰਾਈਲ 'ਚ ਭੇਜਦੇ ਆ, ਤੇ ਉੱਥੇ ਰਹਿਣ ਨੂੰ ਵੀ ਹੁੰਦਾ ਤੇ ਪੂਰਾ ਇਜ਼ਰਾਈਲ ਦਿਖਾਉਂਦੇ ਆ। ਸੋ ਇਸੇ ਤਰ੍ਹਾਂ ਆਪਾਂ ਵੀ ਕਰ ਸਕਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਜਦੋਂ ਇਹ ਕੋਵਿਡ ਖਤਮ ਹੋ ਗਿਆ ਪੰਜਾਬ ਲੈ ਜਾਈਏ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਜੋ ਕੁਛ ਵੀ ਹੁੰਦਾ ਉਹਦੇ ਬਾਰੇ ਜਾਣਕਾਰੀ ਕਰਾਈਏ। ਸੋ ਇਸ ਤਰੀਕੇ ਨਾਲ ਜਦੋਂ ਆਪਾਂ ਬਿਗਰ ਚੀਜ਼ਾਂ ਨੂੰ ਇਨਕੋਰਪੋਰੇਟ ਕਰਾਂਗੇ ਤਾਂ ਇਹਨਾਂ ਦਾ ਇੰਟਰਸਟ ਪੰਜਾਬੀ ਸੱਭਿਅਤਾ, ਪੰਜਾਬੀ ਲੈਂਗੁਏਜ, ਪੰਜਾਬੀ ਕਲਚਰ, ਆਪਣੇ ਜਿਹੜਾ ਵਿਰਸਾ, ਉਹਦੇ ਨਾਲ ਫਿਰ ਜੁੜ ਕੇ ਇਹਨਾਂ ਨੂੰ ਇੰਟਰਸਟ ਜ਼ਿਆਦਾ ਪੈਦਾ ਹੋਊਗਾ। ਬਿਲਕੁਲ ਬਲਦੇਵ ਜੀ, ਆਪਣੇ ਕੋਲ ਬਹੁਤ ਸਾਰੇ ਕੁਐਸਚਨ ਹੋਰ ਵੀ ਹੈਗੇ ਆ। ਉਹਦੇ 'ਚ ਜਿਹੜਾ 2-3 ਮੇਨ ਕੁਐਸਚਨ ਮੈਂ ਰਿਲੇਟ ਕਰ ਦਿੰਦਾ ਸਾਰੇ। ਉਹਦੇ 'ਚ ਹੈਗਾ ਕਿ 8 ਈਅਰ ਓਲਡ ਜਿਹੜਾ ਹੈਗਾ ਬੱਚਾ, ਉਹ ਆਪਦੀ ਸਟੱਡੀ ਦੌਰਾਨ ਜਦੋਂ ਸਟੱਡੀ ਕਰ ਰਿਹਾ ਹੁੰਦਾ, ਉਹਨੂੰ ਜਿਹੜਾ ਆਲਾ ਦੁਆਲਾ ਪ੍ਰਭਾਵਿਤ ਕਰਦਾ ਹੈਗਾ। ਡਿਊਰਿੰਗ ਸਟੱਡੀ ਪੇ ਅਟੈਂਸ਼ਨ ਬਟ ਗਿਵ ਮੋਰ ਅਟੈਂਸ਼ਨ ਵਾਟਸ ਗੋਇੰਗ ਅਰਾਊਂਡ ਹਿਮ। ਇਹ ਕੁਐਸਚਨ ਹੈਗਾ ਜੀ। ਉਹਦੇ ਨਾਲ ਇੱਕ ਇਹ ਵੀ ਹੈਗਾ ਕਿ he always rush to finish study and also do not eat food properly. So ਇੱਕ ਇਹ ਵੀ 2 ਕੁਐਸਚਨ ਰਿਲੇਟਡ ਹੈਗੇ ਆ ਕਿ ਜਿਹੜਾ ਬੱਚਾ ਉਹ ਆਲਵੇਜ਼ ਅਟੈਂਸ਼ਨ ਜਿਹੜੀ ਆ ਸਟੱਡੀ 'ਤੇ ਪੇ ਨਹੀਂ ਕਰਦਾ, ਬਟ ਅਰਾਊਂਡ ਕੀ ਹੋ ਰਿਹਾ ਉਹਦੇ ਬਾਰੇ। ਤੇ ਇੱਕ ਹੈਗਾ ਨਾਲ ਦੀ ਨਾਲ ਉਹ ਬੰਦਾ ਫੂਡ ਵੀ ਨਹੀਂ ਖਾ ਰਿਹਾ ਪ੍ਰੋਪਰਲੀ ਆਪਦੀ ਉਹ ਸਟੱਡੀ ਦੌਰਾਨ, ਜਾਂ ਉਹਨੂੰ ਜ਼ਿਆਦਾ ਤਾਂ ਉਹਦਾ ਸਟੱਡੀ ਦੇ ਉੱਤੇ ਆ ਤੇ ਔਰ ਸਟੱਡੀ ਨੂੰ ਯਾਦ ਵੀ ਨਹੀਂ ਰੱਖ ਰਿਹਾ ਵੀ ਕੀ ਕਰ ਰਿਹਾ ਉਹ ਜੀ। ਸੋ ਮੈਨੂੰ ਲੱਗਦਾ ਕਿ ਇਹ ਵੀ ਇੱਕ ਕਾਫੀ ਕਾਮਨ ਪ੍ਰੋਬਲਮ ਆਪਣੇ ਕਲਚਰ 'ਚ, ਔਰ ਆਮ ਤੌਰ 'ਤੇ ਇਹ ਹੁੰਦੀ ਆ ਕਿ ਆਪਣੇ ਘਰ ਦੇ ਵਿੱਚ ਜਿਹੜੀਆਂ ਵੱਡੇ ਵਡੇਰੇ ਆ, ਪੇਰੈਂਟਸ ਵੀ ਆ, ਉਹ ਵੀ ਜਦੋਂ ਗੱਲਾਂ ਕਰਦੇ ਆ ਤਾਂ ਬੱਚਿਆਂ ਨੂੰ ਉਹਨਾਂ ਨੂੰ ਸੁਣਨ ਦਾ ਜ਼ਿਆਦਾ ਸ਼ੌਕ ਉੱਠਦਾ ਵੀ ਘਰ ਦੇ ਵਿੱਚ ਹੋਰ ਕੀ ਹੋ ਰਿਹਾ, ਕਿਹੜੇ ਬੰਦੇ ਨੇ ਕਿਹਦੇ ਬਾਰੇ ਗੱਲ ਕੀਤੀ। ਸੋ ਉਹ ਜਿਹੜੀਆਂ ਵੱਡੀਆਂ ਗੱਲਾਂ, ਉਹ ਜਦੋਂ ਥੋੜ੍ਹਾ ਬਹੁਤਾ ਉਹ ਸਮਝਣ ਲੱਗ ਜਾਂਦਾ ਤੇ ਉਹਨੂੰ ਬੜਾ ਇੰਟਰਸਟ ਪੈਂਦਾ ਕਿ ਮੇਰੀ ਮੰਮੀ ਕਿਹਦੇ ਨਾਲ ਗੱਲਾਂ ਕਰਦੀ ਆ, ਮੇਰਾ ਡੈਡੀ ਕਿਹਦੇ ਨਾਲ ਗੱਲਾਂ ਕਰਦਾ, ਤੇ ਘਰ 'ਚ ਅਗਰ ਦਾਦਾ ਦਾਦੀ ਆ ਤੇ ਜਾਂ ਹੋਰ ਕੋਈ ਬਜ਼ੁਰਗ ਹੈਗੇ ਆ ਜਾਂ ਹੋਰ ਕੋਈ ਅੰਕਲ ਆਂਟੀਆਂ, ਉਹ ਕੀ ਗੱਲਾਂ ਕਰਦੇ ਆ, ਤੇ ਉਹਨੂੰ ਗੱਲਾਂ ਦਾ ਇੰਨਾ ਸ਼ੌਕ ਪੈ ਜਾਂਦਾ ਕਿ ਉਹਦਾ ਹੋਰ ਕਿਸੇ ਚੀਜ਼ 'ਚ ਜੀਅ ਨਹੀਂ ਕਰਦਾ, ਕਿਉਂਕਿ ਘਰ ਦੇ ਵਿੱਚ ਕੋਈ ਨਾ ਕੋਈ ਕਿਸੇ ਦਾ ਫੋਨ ਆ ਜਾਂਦਾ, ਕਿ ਕੋਈ ਨਾ ਕੋਈ ਟੀਵੀ ਲੱਗਿਆ ਹੁੰਦਾ, ਕੋਈ ਨਾ ਕੋਈ ਚੀਜ਼ ਐਸੀ ਲੱਗੀ ਹੁੰਦੀ ਆ ਜਿਹਦੇ ਕਰਕੇ ਕਿ ਉਹ ਬੱਚੇ ਦੀ ਅਟੈਂਸ਼ਨ ਉਹਦੇ ਵਿੱਚ ਹੁੰਦੀ ਆ। ਸੋ ਦੈਟਸ ਨੰਬਰ 1।
ਦੂਸਰੀ ਚੀਜ਼ ਆ ਕਿ ਅਸੀਂ ਜਦੋਂ ਬੱਚਾ ਛੋਟਾ ਹੁੰਦਾ 2-3 ਸਾਲ ਦਾ ਹੁੰਦਾ, ਅਸੀਂ ਕਦੇ ਬੱਚੇ ਨੂੰ ਬਹਿਣਾ ਨਹੀਂ ਸਿਖਾਇਆ। ਆਪਣੇ ਬੱਚੇ ਅਗਰ ਤੁਸੀਂ ਦੇਖੋਗੇ, ਚਾਹੇ ਉਹ ਗੁਰਦੁਆਰੇ 'ਚ ਹੋਣ, ਚਾਹੇ ਉਹ ਆਪਣੇ ਬੈਂਕੁਏਟ ਹਾਲ 'ਚ ਹੋਣ, ਆਪਣੇ ਬੱਚੇ ਜ਼ਿਆਦਾ ਤਾਕਤ ਤੁਸੀਂ ਨੋਟ ਕੀਤਾ ਕਿ ਆਪਣੇ ਬੱਚੇ ਕਿਵੇਂ ਭੱਜੇ ਨੱਠੇ ਫਿਰਦੇ ਆ, ਵਿੱਚੇ ਹੀ ਉਹ ਟੇਬਲਾਂ ਦੇ ਥੱਲੇ ਦੀ, ਉੱਤੇ ਦੀ, ਜਾਣੀ ਉਹਨਾਂ ਨੇ ਫੁੱਲ ਸਪੀਡ ਤੇ ਉਹਨਾਂ ਨੇ ਭੱਜਣਾ। ਅਗਰ ਗੁਰਦੁਆਰੇ 'ਚ ਵੀ ਹੈਗੇ ਆ ਤਾਂ ਬੱਚੇ ਹਾਲ ਦੇ ਵਿੱਚ ਭੱਜੇ ਨੱਠੇ ਫਿਰਦੇ ਆ, ਲੰਗਰ ਹਾਲ ਦੇ ਵਿੱਚ ਭੱਜੇ ਨੱਠੇ ਫਿਰਦੇ ਆ। ਜਾਣੀ ਉਹਨਾਂ ਨੂੰ ਬਿਠਾਉਣਾ ਮਾਪਿਆਂ ਲਈ ਬੜਾ ਮੁਸ਼ਕਲ ਹੋ ਜਾਂਦਾ, ਕਿਉਂਕਿ ਅਸੀਂ ਬੱਚੇ ਨੂੰ ਕੋਈ ਟ੍ਰੇਨਿੰਗ ਨਹੀਂ ਦਿੰਦੇ ਕਿ ਬੱਚਾ ਬਹਿ ਜਾਵੇ। ਤੇ ਤੀਜੀ ਚੀਜ਼ ਅਸੀਂ ਇਹ ਨਹੀਂ ਕਰਦੇ ਕਿ ਅਸੀਂ ਕਦੇ ਕਨਸੈਂਟਰੇਟ ਨਹੀਂ ਕੀਤਾ, ਅਸੀਂ ਬੱਚੇ ਨੂੰ ਕਦੇ ਇਕੱਲਾ ਬੈਠਣਾ ਸਿਖਾਇਆ ਨਹੀਂ। ਅਸੀਂ ਉਹਨੂੰ ਇਹ ਨਹੀਂ ਕਿਹਾ ਵੀ ਤੂੰ ਬੈਠ ਕੇ ਥੋੜਾ ਜਿਹਾ ਸੋਚ। ਆਪਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਕੀਤੀ। ਆਪਾਂ ਕੰਟੀਨਿਊਅਸਲੀ ਕੋਈ ਨਾ ਕੋਈ ਐਕਟੀਵਿਟੀ ਕਰਦੇ ਹਾਂ। ਕਦੇ ਉਹ ਬੱਚਾ ਖੇਲਦਾ, ਕਦੇ ਉਹ ਟੀਵੀ ਦੇਖਦਾ, ਕਦੇ ਉਹ ਪੜ੍ਹਦਾ, ਕਦੇ ਉਹ ਰੋਟੀ ਖਾਂਦਾ, ਕਦੇ ਉਹ ਨਹਾਉਂਦਾ। ਆਪਾਂ ਕੰਟੀਨਿਊਅਸਲੀ ਉਹਦੀਆਂ ਐਕਟੀਵਿਟੀ ਕਰਦੇ ਹਾਂ, ਪਰ ਆਪਾਂ ਕਦੇ ਨਹੀਂ ਉਹਨੂੰ ਕਿਹਾ ਵੀ ਤੂੰ ਕੁਛ ਨਾ ਕਰ, ਚੁੱਪ ਕਰਕੇ ਆਰਾਮ ਨਾਲ ਬੈਠ ਕੇ ਸੋਚ ਅੱਜ ਕੀ ਕੀਤਾ। ਆਪਾਂ ਕਦੇ ਕੀਤਾ? ਆਪਾਂ ਕਦੇ ਕਰਦੇ ਨਹੀਂ। ਸੋ ਇਸ ਕਰਕੇ ਜਿਹੜਾ ਬੱਚਾ ਉਹ ਆਲੇ ਦੁਆਲੇ ਦਾ ਜਿਹੜਾ ਉਹਨੂੰ ਹੈਗਾ, ਉਹਨੂੰ ਜ਼ਿਆਦਾ ਸ਼ੌਕ ਆ ਵੀ ਆਲੇ ਦੁਆਲੇ ਮੇਰੇ ਕੀ ਹੁੰਦਾ, ਮੇਰੇ ਕੋਲੇ ਇਨਫੋਰਮੇਸ਼ਨ ਹੋਵੇ ਵੀ ਕੀ ਹੋ ਰਿਹਾ, ਕਿਉਂਕਿ ਉਹਨੂੰ ਜ਼ਰੂਰਤ ਨਾਲੋਂ ਜ਼ਿਆਦਾ ਪਤਾ ਲੱਗ ਚੁੱਕਿਆ ਵੀ ਬਾਹਰਲੀਆਂ ਜਿਹੜੀਆਂ ਚੀਜ਼ਾਂ ਉਹ ਜ਼ਿਆਦਾ ਇੰਟਰਸਟਿੰਗ ਆ ਜਿਹੜੀਆਂ ਕਿਤਾਬਾਂ 'ਚ ਤਾਂ ਜਿਹੜਾ ਹੋਮਵਰਕ ਕਰਨ 'ਚ ਇਹਦੇ 'ਚ ਮੈਨੂੰ ਕੋਈ ਰੁਚੀ ਨਹੀਂ ਗੀ। ਸੋ ਉਹਦਾ ਤੁਹਾਨੂੰ ਐਨਵਾਇਰਨਮੈਂਟ, ਘਰ ਦਾ ਮਾਹੌਲ ਚੇਂਜ ਕਰਨਾ ਪਊਗਾ। ਉਹ ਮਾਹੌਲ ਤੁਹਾਨੂੰ ਪੜ੍ਹਾਈ ਲਿਖਾਈ ਵਾਲਾ ਬਣਾਉਣਾ ਪਊਗਾ, ਤੁਹਾਨੂੰ ਖੁਦ ਨੂੰ ਪੜ੍ਹਨਾ ਪਊਗਾ ਤਾਂ ਕਿ ਉਹਦਾ ਇੰਟਰਸਟ ਹੋਵੇ, ਤਾਂ ਉਹ ਬੱਚਾ ਚੇਂਜ ਹੋਊਗਾ। ਸੋ ਇਹ ਤਾਂ ਸੀਗਾ, ਆਪਣੀ ਐਨਵਾਇਰਨਮੈਂਟ ਚੇਂਜ ਕਰ ਲਓ, ਪੜ੍ਹਾਈ ਵਾਲਾ ਮਾਹੌਲ ਕਰ ਲਓ, ਛੋਟੇ ਡੈਸਕ ਟੇਬਲ ਲੈ ਆਓ, ਉਹਦਾ ਲਾਇਬ੍ਰੇਰੀ, ਉਹਦੇ ਮੈਨੂੰ ਨਹੀਂ ਪਤਾ ਉਹ ਕਿੱਥੇ ਪੜ੍ਹਦਾ, ਪਰ ਜਿੱਥੇ ਪੜ੍ਹਦਾ ਉੱਥੇ ਲਾਇਬ੍ਰੇਰੀ ਹੋਵੇ, ਉੱਥੇ 2 ਛੋਟੇ ਡੈਸਕ ਲੱਗੇ ਹੋਣ ਉਹਦੀ ਹਾਈਟ ਦੇ, ਜਿੱਥੇ ਉਹ ਬੈਠ ਕੇ ਪੜ੍ਹੇ, ਤੇ ਉਹਦਾ ਕੰਪਿਊਟਰ ਤੇ ਉਹਦਾ ਜੋ ਕੁਝ ਵੀ ਹੈਗਾ ਤੇ ਉਹਦੇ ਉਸ ਹਿਸਾਬ ਨਾਲ 8 ਸਾਲ ਦੇ ਬੱਚੇ ਨੂੰ ਤਾਂ ਤਕਰੀਬਨ ਆਪੇ ਹੀ ਨਹਾ ਲੈਣਾ ਚਾਹੀਦਾ, ਆਪੇ ਜਾਣੀ ਬ੍ਰੈਕਫਾਸਟ ਖਾ ਲੈਣਾ ਚਾਹੀਦਾ, ਲੰਚ ਖਾ ਲੈਣਾ ਚਾਹੀਦਾ, ਪਲੇਟ ਚੱਕ ਕੇ ਰੱਖ ਦੇਣੀ ਚਾਹੀਦੀ ਆ, ਬੈੱਡ ਬਣਾ ਦੇਣਾ ਚਾਹੀਦਾ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬੇਸਿਕ, ਉਹ ਆਪਣੇ ਆਪ ਆਉਂਦੀਆਂ। ਜੇ ਉਹਨੇ ਨਹੀਂ ਕੀਤੀਆਂ, ਇਹਦਾ ਮਤਲਬ ਤੁਸੀਂ ਉਹਨੂੰ ਜ਼ਿੰਮੇਵਾਰੀ ਨਹੀਂ ਦਿੱਤੀ, ਤੇ ਉਹਦੇ ਕੋਲੇ ਟਾਈਮ ਬਹੁਤ ਆ ਤੇ ਉਹ ਇਹੋ ਜਿਹੀਆਂ ਚੀਜ਼ਾਂ 'ਚ ਵਿਅਰਥ ਹੋ ਰਿਹਾ। ਫਿਰ ਹੈਗਾ, ਜੇ ਉਹ ਫੂਡ ਨਹੀਂ ਪ੍ਰੋਪਰਲੀ ਫਿਨਿਸ਼ ਕਰਦਾ, ਤੇ ਫਿਰ ਉਹਨੂੰ ਤੁਸੀਂ ਜੇ ਉਹਨੂੰ ਤੁਹਾਨੂੰ ਕਹਿਣਾ ਪੈਂਦਾ ਵੀ ਖਾ ਲਓ, ਤੇ ਉਹਨੂੰ ਬੰਦ ਕਰ ਦਿਓ। ਉਹਨੂੰ ਕਹੋ ਵੀ ਬੇਟੇ ਰੋਟੀ ਖਾਣੀ ਆ? ਉਹ ਕਹਿੰਦਾ ਨਹੀਂ ਮੈਂ ਨਹੀਂ ਖਾਣੀ। ਉਹਨੂੰ ਕਹੋ ਵੀ ਕਦੋਂ ਖਾਏਗਾ, ਡੂ ਯੂ ਨੋ? ਉਹ ਕਹਿੰਦੇ ਵੀ ਮੈਂ, ਮਤਲਬ ਕਿ ਇਹ ਹਜੇ ਰਿਮੈਂਬਰ ਕਿ ਉਹ ਸਿਰਫ 8 ਸਾਲ ਦਾ, ਰਾਈਟ? ਤੇ ਉਹਨੂੰ ਕਹੋ ਵੀ, ਉਹ ਕਹਿੰਦਾ ਨਹੀਂ ਮੈਂ ਨਹੀਂ ਖਾਣੀ ਨਹੀਂ ਅੱਜ। ਉਹਨੂੰ ਕਹੋ ਕਿ ਠੀਕ ਆ, ਬਿਲਕੁਲ ਬਹੁਤ ਵਧੀਆ ਗੱਲ ਆ, ਤੇ ਪਰ ਤੈਨੂੰ ਅਸੀਂ ਇਹ ਦੱਸ ਦਿੰਦੇ ਹਾਂ ਕਿ ਤੈਨੂੰ ਮਿਲਣੀ ਨਹੀਂ ਮੁੜ ਕੇ, ਤੈਨੂੰ ਰੋਟੀ ਨਹੀਂ ਮਿਲਣੀ ਜੇ ਤੂੰ ਅੱਜ ਨਹੀਂ, ਹੁਣ ਨਹੀਂ ਖਾ ਰਿਹਾ। ਉਹ ਕਹਿੰਦਾ ਠੀਕ ਆ, ਆਈ ਡੋਂਟ ਵਾਂਟ ਟੂ ਈਟ। ਬਸ ਫਿਰ ਠੀਕ ਆ। ਤੇ 11 ਵਜੇ ਰਾਤ ਨੂੰ ਦੇਖਿਓ ਤੁਹਾਡੇ ਕੋਲੇ ਬੈਡਰੂਮ 'ਚ ਆ ਜਾਂਦਾ ਉੱਠ ਕੇ, ਮੰਮੀ ਮੈਨੂੰ ਭੁੱਖ ਲੱਗੀ ਆ। ਤੁਸੀਂ ਕਹੋਗੇ ਸੌਰੀ ਬਾਪ, ਚੱਲ ਵਾਪਸ ਜਾ ਕੇ ਆਪਣੇ ਕਮਰੇ 'ਚ ਪੈ ਜਾ, ਬਿਲਕੁਲ ਨਹੀਂ ਤੈਨੂੰ ਰੋਟੀ ਮਿਲਣੀ, ਤੈਨੂੰ ਅਸੀਂ ਕਿਹਾ ਸੀਗਾ ਉਦੋਂ ਖਾ ਲਾ, ਤੂੰ ਉਦੋਂ ਨਹੀਂ ਖਾਧੀ। ਤੇ ਉਹਦੀ ਸਾਰੀ ਰਾਤ ਇੰਜ ਕਢਾਓ। ਤੇ ਜੇ ਸਾਰੀ ਉਮਰ ਮੁੜ ਕੇ ਉਹ ਕੀ ਕਹਿੰਦੇ ਆ ਫਾਸਟਿੰਗ ਕਰ ਗਿਆ, ਤਾਂ ਮੁੜ ਕੇ ਮੈਨੂੰ ਕਹਿ ਦਿਓ। ਪਰ ਕਿਉਂਕਿ ਤੁਸੀਂ ਕਰਦੇ ਨਹੀਂ ਗਏ ਆਏ, ਤੇ ਇਸ ਕਰਕੇ ਉਹਨੇ ਫੂਡ ਨੂੰ ਤਾਕਤ ਬਣਾ ਲਿਆ। ਉਹ ਫੂਡ ਨੂੰ ਆਪਣੀ ਤਾਕਤ ਵਾਂਗੂ ਵਰਤਦਾ। ਜਦੋਂ ਤੁਸੀਂ ਕਹਿੰਦੇ ਹੋ ਬੇਟੇ ਆਹ ਰੋਟੀ ਖਾ ਲਾ, ਉਹ ਕਹਿੰਦਾ ਨਹੀਂ ਖਾਂਦਾ ਮੈਂ, ਜਾ ਕਰ ਲਓ ਜਿਹੜਾ ਕੁਝ ਮੇਰਾ ਕਰਨਾ। ਆਹ ਕਰ ਰਿਹਾ ਉਹ ਬੇਸਿਕਲੀ ਆਪਣੇ ਛੋਟੇ ਜਿਹੇ ਦਿਮਾਗ ਦੇ ਨਾਲ ਤੁਹਾਨੂੰ ਚੈਲੰਜ ਕਰ ਰਿਹਾ। ਤੁਸੀਂ ਉਹਦੀਆਂ ਮਿੰਨਤਾਂ ਕਰ ਰਹੇ ਹੋ ਵੀ ਨਹੀਂ ਪੁੱਤ ਤੂੰ ਖਾ ਲਾ, ਤੇ ਤੂੰ ਪਤਲਾ ਰਹਿ ਜਾਏਗਾ, ਕਮਜ਼ੋਰ ਹੋ ਜਾਏਗਾ, ਆ ਨਹੀਂ ਹੋਣਾ ਤੇਰਾ, ਉਹ ਨਹੀਂ ਹੋਣਾ, ਆਏ ਨਹੀਂ ਹੋਣਾ, ਆਏ ਨਹੀਂ ਹੋਣਾ, ਫਿਰ ਤੁਹਾਨੂੰ ਆਹ ਲੱਗਦਾ। ਸੋ ਇਸ ਕਰਕੇ ਤੁਸੀਂ ਮੇਰਾ ਖਿਆਲ 'ਚ ਨਾ ਬੜੀ ਸਖਤ ਉਹਨੂੰ ਬੜੇ ਪਿਆਰ ਦੇ ਨਾਲ, ਤੁਹਾਨੂੰ ਕੋਈ ਡਾਂਟਣ ਦੀ ਲੋੜ ਨਹੀਂ, ਕੁਛ ਨਹੀਂ ਕਰਨ ਦੀ ਲੋੜ। ਉਹਨੂੰ ਕਹੋ ਵੀ ਆਰ ਯੂ ਸ਼ੋਰ ਯੂ ਡੋਂਟ ਵਾਂਟ ਟੂ ਈਟ। ਕਈ ਵਾਰੀ ਬੈਟਰ ਹੈਗਾ ਜੇ ਲੰਚ ਤੁਸੀਂ ਉਹਦਾ ਸਕਿਪ ਕਰਾ ਦਿਓ, ਤੇ ਸਾਰੇ ਤੁਸੀਂ ਉਹਦੇ ਬੰਦ ਕਰ ਦਿਓ, ਉਹਦੇ ਕੋਕ ਬੰਦ ਕਰ ਦਿਓ, ਸੌਫਟ ਡਰਿੰਕ ਵਗੈਰਾ ਬਿਲਕੁਲ ਨਾ ਲਿਆਓ, ਇਹ ਬੰਦ ਕਰ ਦਿਓ ਉਹਦੀਆਂ, ਰਾਈਟ? ਮਿੱਠਾ ਬਿਲਕੁਲ ਘੱਟ ਦਿਓ, ਘੱਟ ਕਰੋ। ਉਹਨੂੰ ਸਾਰੇ ਨਾਲ ਪਹਿਲਾਂ ਉਹਨੂੰ ਫਰੂਟ ਦਿਓ ਸਵੇਰੇ, that he eats fruit early in the morning along with his breakfast। ਉਹ ਆਦਤ ਪਾਓ। ਲੰਚ ਵੇਲੇ ਉਹਨੂੰ ਕਹੋ ਵੀ ਹੁਣ ਤੂੰ ਬਨਾਨਾ ਖਾ ਲਾ, ਜਾਂ ਜਿਹੜੀ ਚੀਜ਼ ਉਹ ਲਾਈਕ ਕਰਦਾ ਉਹਨੂੰ ਕਹੋ ਕਿ ਪਹਿਲਾਂ ਖਾ, ਫਿਰ ਆਪਣਾ ਲੰਚ ਕਰ। ਫਿਰ ਡਿਨਰ ਵੇਲੇ ਵੀ ਉਹਨੂੰ ਪਹਿਲਾਂ ਫਰੂਟ ਦਿਓ, ਤੇ ਫਿਰ ਉਹਨੂੰ ਉਹ ਕਰੋ। ਸੋ ਜਿਹੜਾ ਫਰੂਟ ਆ ਉਹਦੀ ਜ਼ਿੰਦਗੀ ਦਾ ਇੱਕ ਕੰਪੋਨੈਂਟ ਬਣਾ ਦਿਓ ਹੁਣੇ, 8 ਸਾਲ ਦੇ ਦਾ, ਹੁਣੇ ਤੋਂ ਸ਼ੁਰੂ ਕਰੋ ਉਹਨੂੰ ਕਹੋ। ਔਰ ਪਹਿਲਾਂ ਜ਼ਰੂਰੀ ਨਹੀਂ ਕਿ ਵੀ ਪਹਿਲੇ ਦਿਨ ਹੀ ਉਹਨੇ ਐਪਲ ਖਾਣਾ, ਨਾ, ਪਹਿਲੇ ਦਿਨ ਉਹਨੂੰ ਤੁਸੀਂ ਇੱਕ ਛੋਟੀ ਜਿਹੀ ਫਾਂਕ ਦੇ ਦਿਓ, ਉਹਨੂੰ ਕਹੋ ਵੀ ਆਹ ਪਹਿਲਾਂ ਖਾ ਲਾ, ਉਸ ਤੋਂ ਬਾਅਦ ਫਿਰ ਤੈਨੂੰ ਬਾਕੀ ਦਾ ਮਿਲੂਗਾ।
that's how you start. So ਇਹ ਤੁਸੀਂ ਅਗਰ ਕੁਝ ਚੀਜ਼ਾਂ ਕਰੋਗੇ ਤਾਂ ਫਿਰ ਤੁਸੀਂ ਕਰ ਲਓ। ਬਲਦੇਵ ਜੀ ਇੱਕ ਕੁਐਸਚਨ ਵੈਰੀ ਇੰਪੋਰਟੈਂਟ ਹੈਗਾ, ਸਟਾਰਟਿੰਗ ਦੇ ਵਿੱਚ ਵੀ ਕੁਐਸਚਨ ਆਇਆ ਸੀਗਾ ਸੁਖਬੀਰ ਸੰਧੂ ਵੱਲੋਂ ਜੀ। ਉਹ ਕਹਿੰਦੇ ਆ ਕਿ ਮਾਈ 6-year-old faces bullying at school, please advise how I can deal, and he refuses to go school because of bullying. So it's bullying is ਆਪਾਂ ਕਹਿ ਸਕਦੇ ਹਾਂ itself a big topic, but like little advice to Sukhmeet Sandhu ji. Okay, so ਪਹਿਲੀ ਚੀਜ਼ ਤਾਂ ਇਹ ਆ ਕਿ ਤੁਸੀਂ ਰਾਈਟ ਅਵੇ ਵਾਈਸ ਪ੍ਰਿੰਸੀਪਲ ਨਾਲ ਗੱਲ ਕਰੋ। ਜਾਣੀ ਹਰ ਇੱਕ ਸਕੂਲ ਦੇ ਵਿੱਚ, ਕਿਉਂਕਿ ਉਹ ਬੱਚਾ ਸਿਰਫ 6 ਸਾਲ ਦਾ, ਤਾਂ 2 ਵਾਈਸ ਪ੍ਰਿੰਸੀਪਲ ਹੋਣਗੇ ਤੁਹਾਡੇ ਸਕੂਲ 'ਚ, ਇੱਕ ਪ੍ਰਿੰਸੀਪਲ ਹੋਊਗਾ। ਜਿਹੜਾ ਵੀ ਇਹਦੇ ਬੱਚੇ, ਜਿਹੜੇ ਵੀ ਇਹਨਾਂ ਦੇ ਐਲਫਾਬੈਟਸ ਦੇ ਨਾਲ ਉਹਨਾਂ ਨੇ ਬੱਚੇ ਵੰਡੇ ਹੁੰਦੇ ਆ, ਸੋ ਜਿਹੜੀ ਇਹਦੇ ਨਾਂ ਥੱਲੇ ਵਾਈਸ ਪ੍ਰਿੰਸੀਪਲ ਹੋਊਗੀ, ਉਹਦੇ ਨਾਲ ਤੁਸੀਂ ਗੱਲ ਕਰਕੇ ਕਹੋ ਕਿ ਮੇਰੀ ਬੱਚੇ ਨੇ ਆਹ ਬੁਲਿੰਗ ਦਾ ਕਿਹਾ, ਤੇ ਵੀ ਪਲੀਜ਼ ਵੀ ਆਰ ਵੈਰੀ ਕੰਸਰਨਡ ਐਂਡ ਇਹ ਬੱਚਾ ਅਟੈਂਡ ਨਹੀਂ ਕਰਨਾ ਚਾਹੁੰਦਾ ਸਕੂਲ, ਤੇ ਇਹ ਸਕੂਲ ਦੀ ਜ਼ਿੰਮੇਵਾਰੀ ਆ। ਤੇ ਜੇ ਤੁਸੀਂ ਮਤਲਬ ਕਿ ਕਿਤੇ ਵੀ ਰਹਿੰਦੇ ਹੋ, ਅਗਰ ਉਹ ਨਹੀਂ ਹੁੰਦਾ, ਨਹੀਂ ਉਹ ਧਿਆਨ ਦਿੰਦੇ, ਤਾਂ ਜਿਹੜਾ ਟਰਸਟੀ ਆ ਸਕੂਲ ਦਾ, ਤੁਹਾਡੇ ਏਰੀਆ ਦਾ ਜਿਹੜਾ ਟਰਸਟੀ ਆ, ਉਹਨੂੰ ਫੋਨ ਕਰੋ, ਉਹਨੂੰ ਕਹੋ ਵੀ ਸਾਡਾ ਬੱਚੇ ਨੇ ਆਹ ਕੀਤਾ, ਵੀ ਵੀ ਨੀਡ ਯੂਰ ਹੈਲਪ ਟੂ ਕਾਈਂਡ ਆਫ ਐਡਵੋਕੇਟ। ਉਹ ਕਰ ਸਕਦੇ ਹੋ। ਜਾਂ ਜੇ ਵਾਈਸ ਪ੍ਰਿੰਸੀਪਲ ਨੇ ਕੀਤਾ ਤਾਂ ਤੁਸੀਂ ਪ੍ਰਿੰਸੀਪਲ ਕੋਲੇ ਜਾ ਸਕਦੇ ਹੋ। ਜੇ ਪ੍ਰਿੰਸੀਪਲ ਨੇ ਕੁਝ ਨਹੀਂ ਕੀਤਾ, ਤੁਸੀਂ ਟਰਸਟੀ ਕੋਲੇ ਜਾ ਸਕਦੇ ਹੋ। ਜੇ ਟਰਸਟੀ ਨੇ ਨਹੀਂ ਕੁਝ ਕੀਤਾ ਤਾਂ ਫਿਰ ਆਪਾਂ ਕੀ ਕਰਦੇ ਹਾਂ ਕਿ ਆਪਾਂ ਆਪਣਾ ਵਕੀਲ ਕਰਕੇ ਤੇ ਆਪਾਂ ਜਿਹੜੇ ਸਕੂਲ ਆ ਜਾਂ ਡਿਸਟ੍ਰਿਕਟ ਸਕੂਲ ਬੋਰਡ ਆ, ਉਹਨੂੰ ਆਪਾਂ ਲੈਟਰ ਲਿਖ ਸਕਦੇ ਹਾਂ ਵੱਲੋਂ ਵੀ ਵੀ ਆਰ ਵੈਰੀ ਕੰਸਰਨਡ, ਯੂ ਆਰ ਨਾਟ ਡੂਇੰਗ ਦਿਸ ਐਂਡ ਵੀ ਗੋਣਾ ਮੇਕ ਇਟ ਪਬਲਿਕ। ਅਸੀਂ ਇਹ ਪਬਲਿਕ ਲਿਜਾ ਰਹੇ ਹਾਂ ਹੁਣ ਇਹ। ਸੋ ਦੇਰ ਆਰ ਵੇ ਟੂ ਐਸਕਲੇਟ ਦੀਜ਼ ਥਿੰਗਸ। ਪਰ ਪਹਿਲੀ ਚੀਜ਼ ਆ, ਪਲੀਜ਼ ਤੁਸੀਂ ਵਾਈਸ ਪ੍ਰਿੰਸੀਪਲ ਨਾਲ ਗੱਲ ਕਰੋ, ਜਾਂ ਪਹਿਲਾਂ ਤੁਸੀਂ ਸ਼ੁਰੂ ਟੀਚਰ ਤੋਂ ਕਰੋ, ਵੀ ਟੀਚਰ ਨੂੰ ਕਹੋ ਵੀ ਇਹਨੇ ਆਹ ਕੀਤਾ। ਜੇ ਟੀਚਰ ਨਹੀਂ ਸੀਰੀਅਸ ਲੈਂਦਾ, ਵਾਈਸ ਪ੍ਰਿੰਸੀਪਲ ਕੋਲੇ। ਵਾਈਸ ਪ੍ਰਿੰਸੀਪਲ ਨੇ ਕੁਝ ਨਹੀਂ ਕੀਤਾ, ਪ੍ਰਿੰਸੀਪਲ ਕੋਲੇ। ਪ੍ਰਿੰਸੀਪਲ ਨੇ ਕੁਝ ਨਹੀਂ ਕੀਤਾ ਤਾਂ ਟਰਸਟੀ ਕੋਲੇ। ਟਰਸਟੀ ਨੇ ਕੁਝ ਨਹੀਂ ਕੀਤਾ, ਲਾਇਰ ਤੋਂ ਲੈ ਕੇ ਇੱਕ ਚਿੱਠੀ ਪਵਾ ਦਿਓ। ਉਹਨੇ ਵੀ ਕੁਝ ਨਹੀਂ ਕੀਤਾ ਤਾਂ ਫਿਰ ਆਪਾਂ CBC ਕੋਲੇ, ਜਾਂ ਜਿਹੜੇ ਵੀ ਆਹ ਕੋਈ ਮੀਡੀਆ ਵਾਲੇ ਆ, ਉਹਨਾਂ ਨੂੰ ਚੱਕ ਕੇ ਤੇ ਆਪਾਂ ਇਹ ਕੇਸ ਦੇ ਦਿੰਦੇ ਆ ਵੀ ਦਿਸ ਸਕੂਲ ਦਿਸ। ਅੱਜ ਕੱਲ੍ਹ ਇਹ ਬਹੁਤ ਸੀਰੀਅਸਲੀ ਲੈਂਦੇ ਆ ਬੁਲਿੰਗ ਦਾ, ਰੇਸਿਜ਼ਮ ਦਾ, ਇਹੋ ਜਿਹੀਆਂ ਚੀਜ਼ਾਂ, ਤੇ ਇਹ ਬਹੁਤ ਵੱਡਾ ਇਸ਼ੂ ਬਣ ਜਾਂਦਾ। ਸੋ ਮੈਨੂੰ ਲੱਗਦਾ ਜੇ ਤੁਸੀਂ ਥੋੜੇ ਲੈਵਲ ਤੋਂ ਸ਼ੁਰੂ ਕਰੋ, ਇਹ ਪ੍ਰੋਬਲਮ ਦਾ ਹੱਲ ਹੋ ਜਾਊਗਾ ਜੀ। ਹਾਂਜੀ ਨਿਰਲੇਪ ਜੀ। Ji, I think so. We done Done? one Okay. more question. That is, my daughter has also. Okay, 1 second. My daughter has also problem don't paying attention on study and always molding her body. What I can do? ਕਿੰਨੇ ਸਾਲ ਦਾ ਬੱਚਾ? I'm trying to ask daughter ਕਿੰਨੇ ਚਿਰ ਦੀ ਹੈ, but I have no answer. ਓਕੇ, ਸੋ ਜੇ ਛੋਟੀ ਹੋਊਗੀ, ਮੇਰਾ ਖਿਆਲ 'ਚ ਅੰਡਰ 10 ਆ, ਤਾਂ ਜੇ ਬੱਚਾ ਅੰਡਰ 10 ਆ ਤਾਂ ਪਹਿਲਾਂ ਆਪਾਂ ਇਹ ਦੇਖੀਏ ਕਿ ਜੇ ਉਹ ਟਾਸਕਸ ਨੂੰ, ਪੜ੍ਹਾਈ ਨੂੰ, ਜਾਂ ਜੇ ਤੁਸੀਂ ਉਹਨੂੰ ਕੁਝ ਕਹਿੰਦੇ ਹੋ, ਅਗਰ ਉਹ ਨਹੀਂ ਕਰਦੀ ਤਾਂ ਇਹਦਾ ਮਤਲਬ ਉਹਦਾ ਜਿਹੜਾ ਬਿਹੇਵੀਅਰ ਆ ਉਹ ਡਿਫਾਇੰਟ ਹੁੰਦਾ ਜਾਂਦਾ। ਡਿਫਾਇੰਟ ਦਾ ਮਤਲਬ ਆ ਕਿ ਉਹ ਪੰਜਾਬੀ 'ਚ ਨਹੀਂ ਕਹਿੰਦੇ ਆਪਾਂ ਫਲਾਨਾ ਬੰਦਾ ਯਾਰ ਟਿਚ ਨਹੀਂ ਸਮਝਦਾ ਕਿਸੇ ਨੂੰ, ਉਹ ਆਹ ਜਿਹਾ ਐਟੀਟਿਊਡ ਉਹਦਾ ਬੱਚੇ ਦਾ ਬਣਦਾ ਜਾਂਦਾ। ਹੁਣ ਇਹ ਆਪਾਂ ਨੂੰ ਦੇਖਣਾ ਪਊਗਾ ਵੀ ਇਹ ਕਿਉਂ ਬਣ ਰਿਹਾ ਐਟੀਟਿਊਡ, ਜਾਣੀ ਉਹ ਡਿਫਾਇੰਟ ਕਿਉਂ ਹੁੰਦਾ। ਉਹ ਮਤਲਬ ਕਿ ਬੋਡੀ, ਮਤਲਬ ਕਿ ਇੱਕ ਕਿਸਮ ਦਾ ਰਿਐਕਟ ਕਰਨਾ, ਐਟੀਟਿਊਡ ਦਿਖਾਣਾ, ਇਹ ਚੰਗੀ ਗੱਲ ਨਹੀਂ ਹੁੰਦੀ। ਕਿਉਂਕਿ ਇਹਦੇ ਨਾਲ ਕੀ ਹੁੰਦਾ ਕਿ ਬੱਚੇ ਨੂੰ ਸਮਝ ਆਊਗੀ, ਉਹਨੂੰ 22 ਸਾਲ ਦੀ ਨੂੰ, ਕੁੜੀ ਐਜ਼ ਏ ਕੁੜੀ ਹੋਣ ਦੇ ਨਾਤੇ 21-22 ਸਾਲ ਦੀ ਨੂੰ, ਰਾਈਟ, ਉਦੋਂ ਤੱਕ ਉਹ ਚੰਗੀ, ਜਾਣੀ ਉਹਨੂੰ ਸੋਝੀ ਆਊ। ਪਰ ਤੁਸੀਂ ਇਮੈਜਿਨ ਕਰੋ ਕਿ ਜੇ ਉਹਦੀ ਅੱਜ ਉਮਰ 10 ਸਾਲ ਦੀ ਆ ਤਾਂ ਤੁਹਾਡੇ ਕੋਲੇ ਬਹੁਤ ਜ਼ਿਆਦਾ ਟਾਈਮ ਆ, ਉਨੀ ਦੇਰ ਨੂੰ ਤਾਂ ਬਹੁਤ ਉਹ ਕੰਮ ਖਰਾਬ ਕਰ ਲੂਗੀ। ਸੋ ਇਹਦਾ ਮਤਲਬ ਹੈਗਾ ਕਿ ਤੁਸੀਂ ਪਲੀਜ਼ ਕਿਸੇ ਤਰੀਕੇ ਨਾਲ ਸਾਨੂੰ ਨਿਰਲੇਪ ਜੀ ਨੂੰ ਕੰਟੈਕਟ ਕਰ ਲਓ ਤੇ ਥੋੜ੍ਹੀਆਂ ਜਿਹੀ ਤੁਹਾਨੂੰ ਆਫ ਦੀ ਏਅਰ। Yeah, Baldev ji, I got an answer. She is 6-year-old. ਜੇ 6 year old ਆ ਫਿਰ ਹਜੇ ਡਿਫਾਈਨਸ ਨਹੀਂ ਹੋਈ, ਫਿਰ ਹਜੇ ਉਹ ਡਿਫਾਇੰਟ ਨਹੀਂ ਹੋਈ, ਫਿਰ ਤੁਹਾਨੂੰ ਇੰਨੀ ਬਾਹਲੀ ਵਰੀ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਹਜੇ ਸਿਰਫ 6 ਸਾਲ ਦੀ ਆ। ਉਹਨੂੰ ਤੁਸੀਂ
ਸਰਟਨ ਚੀਜ਼ਾਂ ਤੁਸੀਂ ਉਹਨੂੰ ਪੜ੍ਹਾਈ ਦੇ ਕੰਨੀ ਇੰਨਾ ਪੁਸ਼ ਨਾ ਕਰੋ। ਤੁਸੀਂ ਉਹਨੂੰ ਉਹਦੇ ਨਾਲ ਉਹਦੇ ਤੋਂ ਇਹ ਪਹਿਲਾਂ ਪਤਾ ਕਰੋ ਉਹ ਕਰਨਾ ਕੀ ਚਾਹੁੰਦੀ ਆ। ਕੀ ਉਹ ਡੋਲਸ ਨਾਲ ਖੇਲਣਾ ਚਾਹੁੰਦੀ ਆ, ਕੀ ਉਹ ਗੱਲਾਂ ਕਰਨਾ ਚਾਹੁੰਦੀ ਆ, ਕੀ ਉਹ ਡਰੈਸਅਪ ਹੋਣਾ ਚਾਹੁੰਦੀ ਆ, ਕੀ ਉਹ ਕਿਚਨ 'ਚ ਜ਼ਿਆਦਾ ਜਾਣਾ ਚਾਹੁੰਦੀ ਆ, ਕੀ ਉਹ ਵੱਡਿਆਂ ਦੀਆਂ ਗੱਲਾਂ ਸੁਣਨਾ ਚਾਹੁੰਦੀ ਆ। ਉਹਦੀ ਜਿਹੜੀ ਉਹਦੀ ਪਰਸਨੈਲਿਟੀ ਆ, ਉਸ ਪਰਸਨੈਲਿਟੀ ਨੂੰ ਮੂਹਰੇ ਰੱਖ ਕੇ ਆਪਾਂ ਉਹਦੇ ਨਾਲ ਗੱਲ ਕਰਕੇ ਤੇ ਉਹਨੂੰ ਆਪਾਂ ਨੇ ਚੇਂਜ ਕਰਨਾ। ਸੋ ਜੇ ਉਹਦਾ ਪੜ੍ਹਾਈ ਲਿਖਾਈ ਕਰਨੀ ਹਜੇ ਜ਼ੋਰ ਨਹੀਂ ਗਾ, ਪਰ ਉਹ ਖੇਲਣਾ ਬਹੁਤ ਚਾਹੁੰਦੀ ਆ, ਤਾਂ ਉਹਨੂੰ ਖੇਲਣ ਦੇ ਵਿੱਚੋਂ ਆਪਾਂ ਕਿਸ ਤਰੀਕੇ ਨਾਲ ਕੱਢ ਕੇ ਪੜ੍ਹਾਈ ਕਰਨੀ ਲਿਆਣਾ, ਇਹ ਆਪਣਾ ਇੱਕ ਚੈਲੰਜ ਹੋਊਗਾ। ਸੋ ਇਸ ਵੀ ਤਾਂ ਉਹ ਤਾਂ ਹਜੇ ਬਹੁਤ ਛੋਟੀ ਆ, ਹਜੇ ਨਹੀਂ ਉਹਦਾ ਡਿਫਾਈਨਡ ਬਿਹੇਵੀਅਰ ਹੋਇਆ। ਸੋ ਮੈਂ ਮਤਲਬ ਕਿ ਸੋ ਹਜੇ ਤਾਂ ਉਹ ਬਹੁਤ ਛੋਟੀ ਆ। ਸੋ ਹਜੇ ਉਹਨੂੰ ਮੋਲਡ ਕਰਨਾ ਬਹੁਤ ਸੌਖਾ। ਤੇ ਮੇਰਾ ਜਿੱਥੇ ਤੱਕ ਖਿਆਲ ਆ ਕਿ ਆਪਾਂ ਬਾਹਲੀ ਨਾ ਵਰੀ ਕਰੀਏ। ਉਹਦਾ ਇੰਟਰਸਟ ਕਿਸ ਚੀਜ਼ 'ਚ ਆ, ਉਸ ਇੰਟਰਸਟ ਦੇ ਨਾਲ ਆਪਾਂ ਉਸ ਬੱਚੇ ਨੂੰ ਮੋਲਡ ਕਰਨਾ ਸ਼ੁਰੂ ਕਰੀਏ। I think so, Ji. That's it. Thank you so much, Baldev Ji. And next session will be on, I think so, ਮਾਰਚ 4 ਨੂੰ ਜੀ। ਮਾਰਚ 4 ਨੂੰ ਆਪਣਾ 6 ਵਜੇ ਸਟਾਰਟ ਨੂੰ ਹੀ ਆ। ਹਾਂ 4 ਮਾਰਚ 4 ਨੂੰ ਹੀ ਆ, ਥਰਸਡੇ ਜੀ। ਓਕੇ ਜੀ। ਸੋ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਫੇਸਬੁੱਕ ਤੇ ਲਾਈਵ ਆਪਣੇ ਨਾਲ। ਇਸ ਵੇਲੇ ਜਿਹੜੇ ਹੈਗੇ ਆ ਜੀ ਅਰਾਊਂਡ 50 ਪੀਪਲ ਜੁੜੇ ਹੋਏ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਪਿਆਰ ਦੇ ਨਾਲ ਸੁਣਿਆ ਔਰ ਤੁਸੀਂ ਹੋਪਫੁਲੀ ਇਹਦੇ 'ਚੋਂ ਕੁਛ ਨਾ ਕੁਛ ਬਿਲਕੁਲ ਤੁਹਾਨੂੰ ਨਵਾਂ ਜਾਣਨ ਨੂੰ ਮਿਲਿਆ ਹੋਵੇਗਾ। ਔਰ ਜੇਕਰ ਤੁਹਾਡੇ ਕੁਐਸਚਨ ਹੈਗੇ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਸਕਦੇ ਹੋ। ਫੋਨ ਨੰਬਰ ਵੀ ਸਕਰੀਨ 'ਤੇ ਪਹਿਲਾਂ ਪਲੇ ਹੋਏ ਆ ਉੱਤੇ ਵੀ। ਔਰ ਸਾਡਾ PCHS ਮੀਡੀਆ TV ਆ 24 ਆਵਰ ਚੱਲਦਾ ਹੈਗਾ ਜੀ IPTV ਬਾਕਸ 'ਤੇ, ਉੱਥੇ ਵੀ ਤੁਸੀਂ ਵਾਚ ਕਰ ਸਕਦੇ ਹੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।